सो हुण रिकॉर्ड सर देखो ये अपना पहला काम किया सी आपां ਉਹ ਮੈਂ ਇੱਕ ਜਸਟ ਇੱਕ ਬੇਸਿਕ ਜੀ ਪ੍ਰੋਬਲਮ ਨੂੰ ਆਪਾਂ ਇੱਥੇ ਕਰਨ ਜਾ ਰਹੇ ਹਾਂ ਟੈਕਲ। ਉਹ ਹੈਗੀ ਹੈ ਕਿ ਜਿਹੜਾ ਲੌਨ ਰੋਲਰ ਹੁੰਦਾ ਆ ਉਹ ਪੁਲਿੰਗ ਅ ਲੌਨ ਰੋਲਰ, ਮੈਂ ਪੂਰੀ ਪ੍ਰੋਬਲਮ ਲਿਖ ਦੇਣਾ ਪਰ ਪਹਿਲਾਂ। ਪੁਲਿੰਗ ਅ ਲੌਨ ਰੋਲਰ is easier than to push it. Why? ਹੁਣ ਲੌਨ ਰੋਲਰ ਜਿਹੜਾ ਹੁੰਦਾ ਉਹ ਘਾਹ ਦੇ ਉੱਪਰ ਜਿਹੜਾ ਚਲਾਉਂਦੇ ਨਾ ਗੋਲ ਗੋਲ ਜਿਹਾ, ਉਹਨੂੰ ਲੌਨ ਨੂੰ ਰੋਲ ਕਰਨ ਦੇ ਲਈ ਇੱਕ ਤਾਂ ਉਹ ਹੁੰਦਾ ਆ ਉਧਰ ਕਰਦਾ ਉਹਨੂੰ। ਇਹੀ ਗੱਲ ਉੱਤੇ ਵੀ ਵੈਲਿਡ ਹੁੰਦੀ ਹੈ, ਜਿਹੜੀ ਪਿਚ ਨੂੰ ਕ੍ਰਿਕਟ ਦੀ ਪਿਚ ਹੁੰਦੀ ਹੈ ਨਾ ਉਹਨੂੰ ਵੀ ਰੋਲ ਕਰਕੇ ਜਿਹੜਾ ਪੱਧਰਾ ਕਰਨ ਦੇ ਲਈ ਉਹਦੇ ਉੱਪਰ ਰੋਲਰ ਚਲਾਉਂਦੇ ਆ। ਹੁਣ ਰੋਲਰ ਨੂੰ ਕਿਵੇਂ ਚਲਾਇਆ ਜਾਂਦਾ ਤੁਸੀਂ ਪਤਾ? ਤੁਸੀਂ ਸੋਚਦੇ ਤੁਸੀਂ ਘਾਹ ਕੱਟਣ ਵਾਲੀ ਮਸ਼ੀਨ ਵੀ ਦੇਖੀ ਹੋਵੇ, ਕਈਆਂ ਨੇ ਦੇਖਿਆ ਹੋਵੇ ਮਾਲੀ ਕਿਵੇਂ ਉਹਨੂੰ ਲੈ ਕੇ ਪੁਸ਼ ਕਰਦਾ ਜਾਂ ਪੁੱਲ ਕਰਦਾ ਹੈ ਨਾ ਪਿੱਛੇ ਨੂੰ। ਸੋ ਬੇਸਿਕਲੀ ਲੌਨ ਰੋਲਰ ਨੂੰ ਕਹਿੰਦੇ ਪੁਸ਼ ਕਰਨਾ ਮੁਸ਼ਕਿਲ ਹੈ ਪਰ ਪੁੱਲ ਕਰਨਾ ਕਿੱਥੇ ਲਿਖਿਆ ਪੁੱਲ, ਠੀਕ ਹੈ ਪੁਲਿੰਗ ਮੈਂ ਕਿਹਾ ਪੁੱਲ ਕਿੱਥੇ ਲਿਖਿਆ। ਪੁਲਿੰਗ ਅ ਲੌਨ ਰੋਲਰ ਇਜ਼ ਈਜ਼ੀਅਰ ਦੈਨ ਟੂ ਪੁਸ਼। ਪੁੱਲ ਕਰਨਾ ਜਿਹੜਾ ਆ ਉਹ ਆਸਾਨ ਹੈ, ਉਹਨੂੰ ਪੁੱਲ ਕਰਨਾ ਮਤਲਬ ਕੀ ਹੁੰਦਾ ਖਿੱਚਣਾ ਹੈ, ਪੁਸ਼ ਕਰਨਾ ਦਾ ਅੱਗੇ ਨੂੰ ਪੁਸ਼ ਕਰਨਾ ਉਹਨੂੰ। ਸੋ ਇਸ ਚੀਜ਼ ਨੂੰ ਆਪਾਂ ਕਿਵੇਂ ਦੇਖਦੇ ਹਾਂ, ਦੇਖੋ ਕਿ ਇਹ ਕਿਵੇਂ ਇਸ ਗੱਲ ਨੂੰ ਐਕਸਪਲੇਨ ਕੀਤਾ ਜਾ ਸਕਦਾ। ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਆਹ ਰੋਲਰ ਆਪਾਂ ਇੱਥੇ ਆਪਾਂ ਕਰਨਾ। ਸਭ ਤੋਂ ਪਹਿਲਾਂ ਮੈਂ ਜਿਹੜੀ ਚੀਜ਼ ਐਕਸਪਲੇਨ ਕਰਨ ਜਾ ਰਿਹਾ ਉਹ ਹੈਗੀ ਆ ਪੁੱਲ ਕਰਨਾ। ਜਦੋਂ ਪੁੱਲ ਕਰਨਾ ਹੈ ਤੇ ਆਪਾਂ ਇੱਥੇ ਇਹਦੇ ਉੱਪਰ ਮੰਨ ਲਓ ਇੱਕ ਰੋਲਰ ਹੈ, ਗੋਲ ਗੋਲ ਬਣਾ ਦਿੰਦੇ ਇਹਨੂੰ। ਆਹ ਦੀ ਉਹ ਐਕਸਿਸ ਆਫ ਰੋਟੇਸ਼ਨ ਹੈ ਜਿਹਦੇ ਇੱਥੇ ਹੈਂਡਲ ਲੱਗਿਆ ਹੈ ਇਸ ਤਰ੍ਹਾਂ, ਤੇ ਆਪਾਂ ਇਹਨੂੰ ਪੁੱਲ ਕਰ ਰਹੇ ਹਾਂ। ਪੁੱਲ ਲਈ ਇਧਰ ਉੱਪਰ ਨੂੰ ਫੋਰਸ ਲੱਗੇਗਾ ਜਾਂ ਇਧਰ ਨੀਚੇ ਨੂੰ ਲੱਗੇਗਾ? ਦੱਸੋ ਵੀ ਪੁੱਲ ਦਾ ਮਤਲਬ ਕੀ ਹੁੰਦਾ? ਫਿਰ ਉੱਪਰ ਨੂੰ ਲੱਗੇਗਾ, ਉੱਪਰ ਨੂੰ ਲੱਗੇਗਾ ਨਾ। ਤਾਂ ਬੇਸਿਕਲੀ ਉਹਨੂੰ ਪੁੱਲ ਕਰ ਰਿਹਾ ਮੈਂ, ਤਾਂ ਇਹ ਹੈਂਡਲ ਦੇ ਨਾਲ ਨਾਲ ਇੱਥੇ ਨੂੰ ਮੈਂ ਇਹਨੂੰ ਪੁੱਲ ਕਰਾਂਗਾ। ਤੇ ਆ ਮੰਨ ਲਓ ਉਹ ਮੇਰਾ ਫੋਰਸ ਹੈ ਜਿਹਦੇ ਨਾਲ ਮੈਂ ਇਹਨੂੰ ਪੁੱਲ ਕਰਨ ਲਈ ਫੋਰਸ ਜਿਹੜਾ ਲਗਾਇਆ, ਪੁੱਲ ਕਰਨ ਵਾਲਾ ਫੋਰਸ ਲਗਾਇਆ। ਮੰਨ ਲਓ ਫੋਰਸ ਦਾ ਨਾਮ ਰੱਖ ਦਿਓ ਤੁਸੀਂ ਐਫ ਵੈਕਟਰ, ਬਲਕਿ ਮੈਗਨੀਟਿਊਡ ਐਫ ਹੈ ਤੇ ਉਹ ਐਫ ਵੈਕਟਰ ਪੂਰਾ ਡਾਇਰੈਕਸ਼ਨ ਸਣੇ ਆਪਾਂ ਦੱਸਤਾ। ਤੇ ਆਬਵੀਅਸਲੀ ਇਹਨੂੰ ਜਦੋਂ ਤੁਸੀਂ ਪੁੱਲ ਕਰ ਰਹੇ ਹੋ ਤਾਂ ਤੁਸੀਂ ਇਸ ਨੂੰ ਹੌਰੀਜ਼ੌਂਟਲ ਦੇ ਨਾਲ ਕਿਸੇ ਐਂਗਲ ਤੇ ਤਾਂ ਪੁੱਲ ਕਰ ਰਹੇ ਹੋ, ਤੇ ਇਹਦੇ ਹੌਰੀਜ਼ੌਂਟਲ ਦੇ ਨਾਲ ਕੋਈ ਐਂਗਲ ਬਣਾ ਲਓ। ਜਿਵੇਂ ਆ ਹੌਰੀਜ਼ੌਂਟਲ ਹੈ ਮੰਨ ਲਓ ਬੇਸਿਕਲੀ, ਤੇ ਇਹਦੇ ਨਾਲ ਜਿਹੜਾ ਐਂਗਲ ਬਣ ਰਿਹਾ ਮੰਨ ਲਓ ਆਹ ਵਾਲਾ ਆ ਐਂਗਲ ਹੈਗਾ ਮੰਨ ਲਓ ਥੀਟਾ। ਤਾਂ ਆ ਜਿਹੜਾ ਐਫ ਹੈ ਤੁਹਾਡਾ। ਇਸ ਤੋਂ ਇਲਾਵਾ ਰੋਲਰ ਦਾ ਦੇਖੋ ਇੱਕ ਹੋਰ ਫੋਰਸ ਲੱਗ ਰਿਹਾ ਉਹਨੂੰ ਨੀਚੇ ਨੂੰ, ਉਹਨੂੰ ਜਿਹੜਾ ਨੀਚੇ ਨੂੰ ਫੋਰਸ ਲੱਗ ਰਿਹਾ ਉਹ ਆਬਵੀਅਸਲੀ ਉਹ ਕਿਹੜਾ ਲੱਗ ਰਿਹਾ? weight ਜਾਂ ਫਿਰ ਉਹਨੂੰ mg ਕਹਿ ਦੋ, where m is the mass of the roller। ਨੀਚੇ ਨੂੰ weight ਲੱਗ ਰਿਹਾ। ਹੁਣ ਆ ਜਿਹੜਾ f ਹੈ ਤੁਸੀਂ ਪੁੱਲ ਕਰਕੇ ਇਹਨੂੰ ਇੱਧਰ ਲੈ ਜਾਣਾ ਚਾਹੁੰਦੇ ਹੋ ਆਬਵੀਅਸਲੀ, ਹਾਂ ਪੁੱਲ ਦੀ ਕਰਨ ਦੀ ਡਾਇਰੈਕਸ਼ਨ ਪਤਾ ਲੱਗ ਰਿਹਾ। ਇਸ ਦੋ ਕੰਪੋਨੈਂਟ ਹੋਣਗੇ, ਇਸ f ਦਾ ਇੱਕ ਕੰਪੋਨੈਂਟ ਹੋਏਗਾ ਇਸੇ ਦਿਸ਼ਾ ਦੇ ਵਿੱਚ, ਉਸ ਕੰਪੋਨੈਂਟ ਨੂੰ ਕੀ ਕਹਾਂਗੇ ਆਪਾਂ? f cos ਥੀਟਾ, ਉਹਦਾ ਮੈਗਨੀਟਿਊਡ cos ਥੀਟਾ ਹੋਏਗਾ ਹੈ ਨਾ। ਵੈਕਟਰ ਸਾਈਡ ਨਹੀਂ ਪਾ ਰਿਹਾ ਮੈਂ, ਜਸਟ ਮੈਗਨੀਟਿਊਡ ਦੀ ਗੱਲ ਕਰ ਰਿਹਾ, ਡਾਇਰੈਕਸ਼ਨ ਤਾਂ ਤੁਹਾਨੂੰ ਗ੍ਰੀਨ ਪੈਨ ਦਿਖ ਹੀ ਰਹੀ ਹੈ। ਤੇ ਇੱਕ ਉੱਪਰ ਨੂੰ ਵੀ ਹੋਏਗਾ, तो क्या होएगा? f sin थीटा भी होएगा, ठीक है ना। इस f sin थीटा दे करके दसो रोलर थोनू हल्का लगेगा कि भारा लगेगा? वैसे जस्ट गल कर रहे हो, वेट जिहड़ा हल्का होएगा ना, ऊपर नु है ना। यस सर काइंड ऑफ ओदे वेट नु भी बैलेंस करने विच वेट जिहड़ा f sin थीटा कंपोनेंट है वो मदद कर रहा, ठीक है ना। सो मदद कर रहा है। सो मैं इत्थे इहनू गल नू मैं तुहानू ऐ समझाना, बिल्कुल बुकिश लैंग्वेज विच नहीं लिखदे आपां, मैं लिखदा वी आपां इस तरह दे हिसाब नाल तुसीं मैनू दसो कि जिहड़ा ओहदा नेट डाउनवर्ड फोर्स ऑन सरफेस ऑफ लॉन, नीचे नू नेट फोर्स कितना लगे। देखो एफ साइन थीटा जिहड़ा वेट तो ज्यादा कदी नहीं हो सकता, ਤੁਸੀਂ ਇਹਨੂੰ ਐ ਕਰੋ weight ਤੋਂ ਜ਼ਿਆਦਾ ਤਾਂ ਚੱਕੇ ਜਾਣਾ ਉੱਪਰ ਨੂੰ ਹੈ ਨਾ। ਲੋਨ ਤੋਂ ਯੈਸ ਸਰ ਜਾਣਾ ਉਹਨੂੰ ਜਾਣਾ ਚਾਹੀਦਾ ਫਿਰ, ਪਰ ਉਹ weight ਤੋਂ ਜ਼ਿਆਦਾ ਨਹੀਂ ਹੋ ਸਕਦਾ। ਤੁਸੀਂ ਫੋਰਸ ਜਿੰਨਾ ਵੀ ਲਗਾਓਗੇ ਉਹਦਾ ਜਿਹੜਾ f sin थीटा ਕੰਪੋਨੈਂਟ ਆ ਉਹ weight ਤੋਂ ਜ਼ਿਆਦਾ ਨਹੀਂ ਹੋਏਗਾ। ਸੋ ਬੇਸਿਕਲੀ ਨੈਟ ਡਾਊਨਵਰਡ ਫੋਰਸ ਨੀਚੇ ਨੂੰ ਕਿੰਨਾ ਲੱਗੇਗਾ ਫਿਰ?
mg minus f sin theta। हाँ जी, आ लगेगा नैट डाउनवर्ड फोर्स ਜਿਹੜਾ ਉਸ ਨੂੰ ਮਹਿਸੂਸ ਹੋਏਗਾ, ਇਸ ਸਰਫੇਸ ਨੂੰ ਮਹਿਸੂਸ ਹੋਏਗਾ ਨੀਚੇ ਨੂੰ, ਹਨਾ, ਆ ਵਾਲਾ। ਤੇ ਇਹਦੇ ਕਰਕੇ ਉਹਨੂੰ ਮਿਲੇਗੀ ਕੀ? रिएक्शन। हाँ, देयरफॉर इथे नॉर्मल रिएक्शन ਜਿਹੜੀ ਮਿਲੇਗੀ R, ਉਹ ਇਹਦੇ ਹੀ ਤਾਂ ਬਰਾਬਰ ਮਿਲੇਗੀ, ਉੱਪਰ ਨੂੰ ਮਿਲੇਗੀ। यस सर, नेट डाउनवर्ड फोर्स से। ਠੀਕ ਹੈ ਗੱਲ। ਹੁਣ ਕਈ ਲੋਕ ਇਸ ਨਾਰਮਲ ਰਿਐਕਸ਼ਨ ਦੇ ਇਸ ਰਿਜ਼ਲਟ ਤੱਕ ਪਹੁੰਚਣ ਦੇ ਲਈ ਕਿਸੇ ਹੋਰ ਤਰ੍ਹਾਂ ਵੀ ਸੋਚ ਸਕਦੇ ਨੇ। ਜਿਵੇਂ ਐ ਵੀ ਸੋਚਿਆ ਜਾ ਸਕਦਾ, ਕੋਈ ਕਹਿ ਰਿਹਾ ਕਿ ਮੰਨ ਲਓ ਆ ਐਫ ਸਾਈਨ ਥੀਟਾ ਐਕਟ ਕਰ ਰਿਹਾ, ਕਰਨ ਦੋ, ਤੇ ਮੰਨ ਲਓ ਨਾਰਮਲ ਰਿਐਕਸ਼ਨ ਕਿੱਧਰ ਐਕਟ ਕਰ ਰਹੀ ਹੈ? ਉੱਪਰ ਨੂੰ। ਉਹ ਕਹਿੰਦੇ ਮੈਂ ਨਾਰਮਲ ਰਿਐਕਸ਼ਨ ਕਿੰਨੀ ਐਕਟ ਕਰੀ ਮੈਨੂੰ ਨਹੀਂ ਪਤਾ, ਪਰ ਨਾਰਮਲ ਰਿਐਕਸ਼ਨ ਐਕਟ ਤਾਂ ਉੱਪਰ ਨੂੰ ਕਰ ਰਹੀ ਹੈ ਨਾ। ਤੇ ਤੁਸੀਂ ਦੱਸੋ ਜਿਹੜਾ ਰੋਲਰ ਹੈਗਾ, ਰੋਲਰ ਤੁਹਾਡਾ ਉੱਪਰ ਨੂੰ ਜਾਂ ਨੀਚੇ ਨੂੰ ਮੂਵ ਕਰ ਰਿਹਾ ਕਿਸੇ ਪਾਸੇ ਨੂੰ? नो सर। नहीं कर रहा। मतलब उसते लगने वाले सारे फोर्सां दा जिहड़ा ऊपर नु और नीचे वाले फोर्स दे बराबर होंगे, मतलब R प्लस F sin थीटा मिल के दोने मिल के ओदे वेट नु बैलेंस कर रहे होंगे। mg ये टोटल फोर्स है जिहड़ा ऊपर नु लग रहा, आ टोटल फोर्स नीचे नु लग रहा, तां फिर R कितना आएगा? F sin थीटा माइनस हो जाएगा। क्लियर है गल? यस सर। यस सर। ऐसे नॉर्मल रिएक्शन ते कि ਉਹ ਜਿਹੜੀ ਚੀਜ਼ ਹੈ ਉਹ ਕਿੰਨਾ ਕੁ ਉਹਨੂੰ ਨੀਚੇ ਨੂੰ ਪੁਸ਼ ਕਰ ਰਹੀ ਹੈ ਸਰਫੇਸ ਨੂੰ, ਉਹਦਾ ਹੀ ਨਾਰਮਲ ਰਿਐਕਸ਼ਨ ਤੇ ਉਸੇ ਤੇ ਡਿਪੈਂਡ ਕਰਦੀ ਹੈ ਨਾ ਫ੍ਰਿਕਸ਼ਨ, ਕਿ ਕਿੰਨਾ ਪੁਸ਼ ਕਰ ਰਹੀ ਹੈ। ਤਾਂ ਇਸ ਕੇਸ ਦੇ ਵਿੱਚ ਜਿਹੜੀ ਫ੍ਰਿਕਸ਼ਨ ਹੋਏਗੀ ਤੁਹਾਡੀ ਇੱਥੇ ਨੂੰ ਲੱਗੇਗੀ, ਜੋ ਪਿੱਛੇ ਨੂੰ, ਹਨਾ, ਮੋਸ਼ਨ ਦੇ ਅਗੇਂਸਟ ਆ ਮੋਸ਼ਨ ਹੈ ਨਾ, ਤਾਂ ਫ੍ਰਿਕਸ਼ਨ ਦਾ ਜਿਹੜਾ ਫੋਰਸ ਹੈਗਾ ਆਬਵੀਅਸਲੀ ਜੇ ਮੂਵ ਕਰ ਰਹੀ ਹੈ ਤਾਂ ਲਿਮਿਟਿੰਗ ਆਪਾਂ ਕਿਨੈਟਿਕ ਕਹਿ ਦਿੰਦੇ ਆ, ਜੇ ਹਲੇ ਜਸਟ ਟੈਂਡ ਟੂ ਮੂਵ ਹੈ ਤਾਂ ਸਟੈਟਿਕ ਕਹਿ ਦਿੰਦੇ ਆ। ਇਨ ਐਨੀ ਕੇਸ, ਮਤਲਬ ਇਨ ਐਨੀ ਕੇਸ ਜਸਟ ਮੈਂ ਗੱਲ ਕਰ ਰਿਹਾ, ਵੈਸੇ ਤਾਂ ਮੋਸ਼ਨ ਦੀ ਗੱਲ ਹੀ ਕਰ ਰਹੇ ਆਪਾਂ ਕਿਉਂਕਿ ਪੁੱਲ ਕਰ ਰਹੇ ਹਾਂ ਉਹਨੂੰ ਆਪਾਂ, ਤਾਂ ਫਿਰ ਕਿਨੈਟਿਕ ਫ੍ਰਿਕਸ਼ਨ ਹੈ ਤਾਂ ਫ੍ਰਿਕਸ਼ਨ ਨੂੰ ਮੈਂ ਕਿਨੈਟਿਕ ਮੈਂਸ਼ਨ ਨਹੀਂ ਕਰਦਾ, ਅੰਡਰਸਟੂਡ ਹੀ ਹੁੰਦਾ ਹੈ। ਸੋ ਫ੍ਰਿਕਸ਼ਨ ਕਿਹਦੇ ਬਰਾਬਰ ਹੋਏਗਾ? ਮਿਊ ਟਾਈਮਸ, ਮੰਨ ਲਓ ਮਿਊ ਦਾ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਹੈ ਮਿਊ ਟਾਈਮਸ r, ਤਾਂ ਤੁਹਾਡਾ ਜਿਹੜਾ ਇਹ ਆਏਗਾ ਮਿਊ ਟਾਈਮਸ mg ਮਾਈਨਸ f sin ਥੀਟਾ। ਇਹ ਫ੍ਰਿਕਸ਼ਨ ਦਾ ਫੋਰਸ ਲੱਗੇਗਾ ਜਦੋਂ ਤੁਸੀਂ ਕਿਸੇ ਵੀ ਰੋਲਰ ਨੂੰ ਪੁੱਲ ਕਰੋਗੇ। ਕਲੀਅਰ ਹੈ ਗੱਲ? ਇੱਥੇ ਤੱਕ ਸਾਰਿਆਂ ਨੂੰ ਸਮਝ ਲੱਗ ਗਈ ਇਸ ਪੇਜ ਤੇ ਜੋ ਵੀ ਲਿਖਿਆ ਹੈ? यस सर। यस सर। ਹੁਣ ਪੁੱਲ ਦੀ ਜਗ੍ਹਾ ਤੇ ਮੈਂ ਗੱਲ ਕਰਦਾ ਹਾਂ ਪੁਸ਼ ਦੀ, ਕਿ ਜੇ ਮੈਂ ਪੁਸ਼ ਕਰਾਂ ਤਾਂ ਕੀ ਹੋਏਗਾ? ਪੁਸ਼ ਕਰਨ ਲਈ ਆਪਾਂ ਇਹ ਕਰਦੇ ਹਾਂ, ਫੇਰ ਆਪਾਂ ਰੋਲਰ ਬਣਾ ਦਿੰਦੇ ਆ। ਤੇ ਹੁਣ ਮੈਂ ਗੱਲ ਕਰਨ ਜਾ ਰਿਹਾ ਪੁਸ਼ ਦੇ ਬਾਰੇ, ਤੇ ਫਿਰ ਮੈਂ ਇੱਥੇ ਇੱਕ ਰੋਲਰ ਦਾ ਉਹ ਬਣਾ ਦਿੰਦਾ ਵਾ, ਬਹੁਤ ਨੀਟ ਐਂਡ ਕਲੀਨ, ਸਾਫ਼ ਡਾਇਗਰਾਮ ਜਿੰਨੇ ਹੋਣਗੇ ਉਨੇ ਹੀ ਵਧੀਆ ਰਹਿੰਦਾ ਵਾ, ਨਹੀਂ ਤਾਂ ਗੱਲ ਸਮਝ ਨਹੀਂ ਆਉਂਦੀ। ਹੁਣ ਜਦੋਂ ਤੁਸੀਂ ਇਹਨੂੰ ਪੁਸ਼ ਕਰਦੇ ਹੋ ਤਾਂ ਬੇਸਿਕਲੀ ਤੁਸੀਂ ਇਹਨੂੰ ਆ ਹੈਂਡਲ ਹੈ, ਠੀਕ ਹੈ, ਪੁਸ਼ ਕਰਦੇ ਹੋਏ ਤੁਹਾਡਾ ਜਿਹੜਾ ਫੋਰਸ ਲੱਗਦਾ ਹੈ ਉਹ ਕਿਹੜੀ ਡਾਇਰੈਕਸ਼ਨ 'ਚ ਲੱਗਦਾ ਆ? ਇੱਥੋਂ ਉਹ ਇਧਰੋਂ ਤੁਸੀਂ ਨੀਚੇ ਨੂੰ ਪੁਸ਼ ਕਰਦੇ ਹੋ ਨਾ, ਇਹ ਫੋਰਸ ਲਗਾਉਂਦੇ ਹੋ ਨਾ। यस सर, नीचे लगे। ਆਪਾਂ ਉਸ ਪੁਸ਼ ਨੂੰ ਇੱਥੇ ਸ਼ੋ ਕਰ ਦਿੰਦੇ ਆ ਇਸ ਜਗ੍ਹਾ ਤੇ, ਕਿ ਜਦੋਂ ਪੁਸ਼ ਕੀਤਾ ਜਾਏਗਾ ਉਹਨੂੰ ਤਾਂ ਉਹ ਪੁਸ਼ ਇਸ ਦਿਸ਼ਾ 'ਚ ਲੱਗੇਗਾ, ਹੈ ਠੀਕ ਹੈ, ਐਕਟ ਤਾਂ ਕਰੇਗਾ ਹੀ ਉਹ ਨੀਚੇ ਨੂੰ ਹੀ ਆਬਵੀਅਸਲੀ। ਤਾਂ ਆਹ ਦਿਸ਼ਾ 'ਚ ਆਪਾਂ ਦਿਖਾ ਦਿੱਤਾ, ਕਿਉਂਕਿ ਕਿੰਨਾ ਵੱਡਾ ਹੋਏਗਾ ਇਹ, ਕਿੰਨਾ ਵੱਡਾ ਡਰਾ ਕਰਨਾ ਡਸਨਟ ਮੈਟਰ, ਕਿਉਂਕਿ ਸਾਨੂੰ ਕੀ ਪਤਾ ਕਿੰਨਾ ਫੋਰਸ ਲਾ ਕੇ ਪੁਸ਼ ਕੀਤਾ ਜਾ ਰਿਹਾ, ਪੁੱਲ ਕੀਤਾ ਜਾ ਰਿਹਾ। ਸੋ ਇਸ ਨੂੰ ਆਪਾਂ ਇਸ ਡਾਇਰੈਕਸ਼ਨ 'ਚ ਨੀਚੇ ਨੂੰ ਫੋਰਸ ਲਗਾ ਰਹੇ ਹਾਂ, ਠੀਕ ਹੈ ਗੱਲ? यस सर। ਇਹਦਾ ਵੀ ਹੌਰੀਜ਼ੌਂਟਲ ਦੇ ਨਾਲ ਕੋਈ ਨਾ ਕੋਈ ਐਂਗਲ ਬਣ ਰਿਹਾ ਹੋਵੇਗਾ। ਇਹ ਆਰ ਡੀ ਹੌਰੀਜ਼ੌਂਟਲ ਹੈ, ਇਹਦੇ ਨਾਲ ਕੋਈ ਨਾ ਕੋਈ ਐਂਗਲ ਬਣ ਰਿਹਾ ਹੋਵੇਗਾ, ਤੇ ਉਹ ਐਂਗਲ ਜਿਹੜਾ ਬਣ ਰਿਹਾ ਹੋਵੇਗਾ ਉਹ ਆਪਾਂ ਇੱਥੇ ਲੈ ਲੈਂਦੇ ਆ ਥੀਟਾ ਮੰਨ ਲਓ, ਤੇ ਆ ਹੈਗਾ ਜਿਹੜਾ ਆਪਣਾ ਜਿਹੜਾ ਫੋਰਸ ਹੈਗਾ, ਫੋਰਸ ਦਾ ਨਾਮ ਆਪਾਂ ਰੱਖ ਦਿੰਦੇ ਆ ਫਿਰ ਉਹੀ F, ਜਿੰਨੇ ਫੋਰਸ ਲੱਗਦਾ F ਵੈਕਟਰ। ਇਸ F ਦੇ ਫਿਰ ਦੋ ਕੰਪੋਨੈਂਟ ਬਣ ਜਾਣਗੇ। ਇੱਕ ਤਾਂ ਅੱਛਾ ਇੱਕ ਗੱਲ ਤਾਂ ਪਤਾ ਹੀ ਹੈ ਤੁਹਾਨੂੰ ਕਿ ਵੇਟ ਐਕਟ ਕਰ ਰਿਹਾ ਨੀਚੇ ਨੂੰ, ਵੇਟ ਤਾਂ ਨੀਚੇ ਨੂੰ ਐਕਟ ਕਰਨਾ ਹੀ ਆ ਇਹਦਾ, ਤੇ ਇਸ ਫੋਰਸ ਦੇ ਦੋ ਕੰਪੋਨੈਂਟ ਹੋਣਗੇ। ਇੱਕ ਕੰਪੋਨੈਂਟ ਹੋਏਗਾ ਤੁਹਾਡਾ ਇਸ ਡਾਇਰੈਕਸ਼ਨ 'ਚ ਇੱਥੇ ਤੱਕ, ਉਹ ਹੋਏਗਾ F cos ਥੀਟਾ, ਤੇ ਇਹਨੂੰ ਜੇ ਪੁਸ਼ ਕਰ ਰਹੇ ਹੋ ਤਾਂ ਬੇਸਿਕਲੀ ਮੋਸ਼ਨ ਇੱਧਰ ਨੂੰ ਹੈ ਨਾ। यस सर। ਉਹ ਇੱਧਰ ਨੂੰ ਲੈ ਕੇ ਜਾ ਰਿਹਾ, F cos ਥੀਟਾ ਤਾਂ ਲੈ ਕੇ ਜਾ ਰਿਹਾ ਉਹਨੂੰ, ਪਰ F sin ਥੀਟਾ ਜਿਹੜਾ ਹੋਏਗਾ ਉੱਪਰ ਨੂੰ ਨਹੀਂ ਹੋਏਗਾ, ਇਸ ਵਾਰ ਉਹ ਨੀਚੇ ਨੂੰ ਹੋਏਗਾ। F sin ਥੀਟਾ
ਐਫ ਸਾਈਨ ਥੀਟਾ ਨੇ ਹੁਣ ਕਿਹਦੀ ਪੋਜੀਸ਼ਨ ਮੰਨ ਲਈ, ਪਹਿਲਾਂ weight ਦੇ ਖਿਲਾਫ ਸੀਗਾ, ਹੁਣ weight ਦੇ ਨਾਲ ਆ ਗਿਆ, ਕਹਿੰਦਾ ਮੈਂ ਵੀ ਤੇਰੇ ਨਾਲ ਹੀ ਆ, ਆਪਾਂ ਇਹਨੂੰ ਦੱਬਾਂਗੇ ਨੀਚੇ ਲੌਨ ਦੇ ਸਰਫੇਸ ਨੂੰ, ਇੱਥੇ ਨੀਚੇ ਨੂੰ ਹੋਰ ਜ਼ਿਆਦਾ ਜ਼ੋਰ ਲੱਗਣ ਲੱਗ ਗਿਆ, ਤੇ ਉੱਪਰ ਨੂੰ ਕੀ ਲੱਗਦੀ ਹੈ, ਨਾਰਮਲ ਰਿਐਕਸ਼ਨ। ਰਿਐਕਸ਼ਨ। normal reaction, ਹੁਣ ਇਸ ਕੇਸ ਦੇ ਵਿੱਚ ਜਿਹੜੀ ਨਾਰਮਲ ਰਿਐਕਸ਼ਨ ਹੋਏਗੀ, ਉਹ ਕਿਹਦੇ ਬਰਾਬਰ ਹੋਏਗੀ, ਇੱਕ ਤਾਂ weight ਤਾਂ ਹੈਗਾ ਹੀ ਆ, ਪਰ ਨਾਲ ਐਫ ਸਾਈਨ ਥੀਟਾ ਇਹ ਵੀ ਆ ਗਿਆ ਨਾਲ, ਠੀਕ ਆ। ਹੁਣ ਇਹਨੂੰ ਕਿਵੇਂ ਲਿਆ ਵਾ, ਤੁਸੀਂ ਪਿਛਲੇ ਕੇਸ 'ਚ ਦੇਖ ਸਕਦੇ ਹੋ ਉਵੇਂ, ਹਨਾ, ਨਾਰਮਲ ਰਿਐਕਸ਼ਨ ਆਰ ਇਹ ਬਰਾਬਰ ਇਹਦੇ ਹੋ ਗਈ, ਤਾਂ ਦੇਅਰਫੋਰ ਜਿਹੜਾ ਫ੍ਰਿਕਸ਼ਨ ਹੋਏਗਾ, ਜਿਹੜਾ ਕਿ ਇਸ ਮੋਸ਼ਨ ਨੂੰ ਰੋਕਣ ਲਈ ਇੱਥੇ ਲੱਗ ਰਿਹਾ ਹੋਏਗਾ ਪਿੱਛੇ ਨੂੰ, ਤੇ ਉਹ ਕਿੰਨਾ ਆਏਗਾ, ਮਿਊ ਟਾਈਮਸ ਆਰ। ਤੇ ਇਹ ਆ ਜਾਏਗਾ ਮਿਊ ਟਾਈਮਸ mg प्लस f sin थीटा। अच्छा, इस केस वाला म्यू ਤੇ ਪਿਛਲੇ ਕੇਸ ਵਾਲਾ म्यू सेम ही है ना, ਯੈਸ ਸਰ। ਕਿਉਂਕਿ ਉਹ ਸੇਮ ਰਹੇਗਾ। ਹਾਂ, ਤਾਂ ਜਿਹੜਾ ਫ੍ਰਿਕਸ਼ਨ ਹੁੰਦਾ ਹੈ, ਜਿਹੜਾ ਆਪਾਂ ਨੂੰ ਰੋਕਦਾ ਹੈ ਉਸ ਮੋਸ਼ਨ ਨੂੰ ਹੋਣ ਤੋਂ, ਤੇ ਇਸ ਕੇਸ 'ਚ ਫ੍ਰਿਕਸ਼ਨ ਹੈਗਾ mg प्लस f sin थीटा, ਤੇ ਇਸ ਕੇਸ 'ਚ ਹੈਗਾ mg माइनस f sin थीटा। ਸੋ ਫ੍ਰਿਕਸ਼ਨ ਪੁੱਲ 'ਚ ਘੱਟ ਹੈ ਕਿ ਪੁਸ਼ 'ਚ ਘੱਟ ਹੈ, ਪੁੱਲ ਪੁੱਲ 'ਚ ਘੱਟ ਹੈ। ਸੋ ਦਿਓ ਐਜ਼, ਇੱਥੇ ਮੈਂ ਲਿਖ ਦਾਂਗੇ ਐਜ਼ the force of friction is less in case of pull, है ना, than push, whatever the, so therefore लिख दोगे ना, it is easier to pull a lawn roller than to push। so ਆ ਇਸ ਗੱਲ ਨੂੰ ਇਸ ਤਰ੍ਹਾਂ ਆਪਾਂ ਐਕਸਪਲੇਨ ਕਰਦੇ ਹਾਂ, ਮੁੱਖ ਇਹਦੇ ਮੈਥਮੈਟੀਕਲ ਸਟੈਪ ਨੇ। ਤੇ ਆ ਇਹਦਾ ਡਾਇਗਰਾਮ, ਇੰਨਾ ਕਿ ਵਧੀਆ ਡਾਇਗਰਾਮ ਬਣਾਇਆ ਕਰੋ, ਮੇਰਾ ਤਾਂ ਬਹੁਤਾ ਵਧੀਆ ਹੈ ਵੀ ਨਹੀਂ, ਤੁਸੀਂ ਤਾਂ ਬਹੁਤ ਵਧੀਆ ਬਣਾਉਣਾ ਇਸ ਤੋਂ ਵੀ, ਠੀਕ ਹੈ ਜੀ, ਗੱਲ ਕਲੀਅਰ ਹੋ ਗਈ। ਯੈਸ ਸਰ। ਆ ਇੱਕ ਬੜਾ ਜ਼ਰੂਰੀ ਇਹਦੇ 'ਚ ਸਵਾਲ ਹੁੰਦਾ ਹੈ। ਇਸ ਤੋਂ ਬਾਅਦ ਇੱਕ ਹੋਰ ਜਿਹੜਾ ਬਹੁਤ ਜ਼ਰੂਰੀ ਸਵਾਲ ਹੁੰਦਾ ਹੈ, ਉਹ ਇਸ ਫ੍ਰਿਕਸ਼ਨ ਦੇ ਕੇਸ 'ਚ ਉਹਨੂੰ ਕਹਿੰਦੇ ਨੇ ਸੈਂਟਰੀਪੀਟਲ ਫੋਰਸ। ਤੇ ਤੁਹਾਨੂੰ ਮੈਂ ਇੱਕ ਡੈਰੀਵੇਸ਼ਨ ਲਿਖ ਕੇ ਭੇਜੀ ਸੀ, ਜਿਹੜੀ ਉਹ ਸੀ ਕਿ ਸੈਂਟਰੀਪੀਟਲ ਐਕਸਲਰੇਸ਼ਨ। ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ। ਸੈਂਟਰੀਪੀਟਲ ਐਕਸਲਰੇਸ਼ਨ ਮੈਂ ਕਿਹੜੇ ਕੇਸ ਸਮਝਾਈ ਸੀ ਤੁਹਾਨੂੰ, ਮੈਂ ਕਿਹਾ ਸੀ ਵੀ ਜੇ ਮੰਨ ਲਓ ਕੋਈ ਬੋਡੀ यूनिफॉर्म सर्कुलर मोशन च मूव कर रही है, जिहदा रेडियस मान लो r है, ते बॉडी की जी लीनियर वेलोसिटी है हर जगह ते ओदा मैग्नीट्यूड सेम रहिंदा है, पर ओदी डायरेक्शन बदलती रहती है हर मोमेंट ते, हर जगह ते, ठीक है ना। मतलब इत्थे v1 है, भावें इत्थे v2 है वैक्टर दे फॉर्म च, पर सारे v3 है सब, पर सब दा मैग्नीट्यूड कितना है ऑलवेज v। सो v ਵੈਕਟਰ ਦਾ ਜਿਵੇਂ ਮੈਗਨੀਟਿਊਡ ਕੱਲਾ v ਹੁੰਦਾ, ਤਾਂ v ਹੀ ਰਹਿੰਦੀ ਹੈ, ਸਪੀਡ ਮਤਲਬ ਸੇਮ ਰਹਿੰਦੀ ਹੈ। ਤੇ ਇਸ ਕੇਸ ਦੇ ਵਿੱਚ ਆਪਾਂ ਕੀਤੀ ਸੀ ਸੈਂਟਰੀਪੀਟਲ ਐਕਸਲਰੇਸ਼ਨ। ਤੇ ਉਹ ਕਿਹਦੇ ਬਰਾਬਰ ਆਈ ਸੀ ਸੈਂਟਰੀਪੀਟਲ ਐਕਸਲਰੇਸ਼ਨ, v ਸਕੁਅਰ ਅਪਨ r। v ਸਕੁਅਰ ਅਪਨ r ਦੇ ਬਰਾਬਰ ਆਈ ਸੀ। ਤੇ ਸੈਂਟਰੀਪੀਟਲ ਐਕਸਲਰੇਸ਼ਨ ਜਿਹੜੀ ਸੀਗੀ, ਉਹਦਾ ਜਿਹੜੀ ਡਾਇਰੈਕਸ਼ਨ ਸੀਗੀ ਉਹ ਹਮੇਸ਼ਾ ਟੁਵਾਰਡਸ the center। ਠੀਕ ਆ। ਸੋ ਇਸ ਮੋਸ਼ਨ ਦੇ ਵਿੱਚ ਜਿਹੜੀ ਐਕਸਲਰੇਸ਼ਨ ਐਕਟ ਕਰ ਰਹੀ ਹੈ ਤਾਂ ਤੁਹਾਨੂੰ ਪਤਾ ਹੀ ਹੈ, ਤੇ ਬੋਡੀ ਦਾ ਮਾਸ ਕਿੰਨਾ ਹੈ m, ਠੀਕ ਹੈ ਨਾ। देयरफॉर ਇਸ ਕੇਸ ਵਿੱਚ ਸੈਂਟਰੀਪੀਟਲ ਫੋਰਸ ਜਿਹੜਾ ਹੋਏਗਾ, ठीक है, ऑलरेडी डन है अपनी। सेंटीमीटर फोर्स कितना आएगा, mv स्क्वायर अपॉन r। हाँ, क्योंकि मास इनटू एक्सेलरेशन। यस सर। सो बनेगा mv स्क्वायर ओवर r। ये इन्नी इंपॉर्टेंट चीज है ना, मतलब कोई फिजिक्स ਦੇ ਵਿੱਚ ਤੁਹਾਨੂੰ ਮੈਂ ਦੱਸ ਦਿਨਾ ਕਿੱਥੇ ਕਿੱਥੇ ਕਿਵੇਂ ਕਿਵੇਂ ਇੰਪੋਰਟੈਂਟ ਹੈ। ਇਹਦਾ ਮਤਲਬ ਕੀ ਹੈ ਕਿ ਜੇ ਉਹ ਬਾਡੀ ਘੁੰਮ ਰਹੀ ਹੈ ਇਸ ਤਰ੍ਹਾਂ ਦਾ, ਉਨੀ ਐਕਸਲਰੇਸ਼ਨ ਪੈਦਾ ਹੋਣੀ ਹੀ ਹੋਣੀ ਹੈ, ਇੰਨੀ ਸੈਂਟਰੀਪੀਟਲ ਐਕਸਲਰੇਸ਼ਨ ਟੁਵਾਰਡ ਸੈਂਟਰ। ਤੇ ਟੁਵਾਰਡ ਸੈਂਟਰ ਐਕਸਲਰੇਸ਼ਨ ਤਾਂ ਹੀ ਪੈਦਾ ਹੁੰਦੀ ਜੇ ਟੁਵਾਰਡ ਸੈਂਟਰ ਕੋਈ ਫੋਰਸ ਲੱਗਦਾ ਹੈ, ਤੇ ਉਹ ਜਿਹੜਾ ਫੋਰਸ ਟੁਵਾਰਡ ਸੈਂਟਰ ਲੱਗਦਾ ਹੈ ਇਸ ਐਕਸਲਰੇਸ਼ਨ ਦੇ ਕੋਰਸਪੋਂਡਿੰਗ, ਜਾਂ ਇਹ ਵਾਲੀ ਐਕਸਲਰੇਸ਼ਨ ਪ੍ਰੋਵਾਈਡ ਕਰਨ ਦੇ ਲਈ ਜੋ ਫੋਰਸ ਲੱਗਦਾ ਹੈ ਉਸ ਨੂੰ ਅਸੀਂ ਬੋਲਦੇ ਹਾਂ ਸੈਂਟਰੀਪੀਟਲ ਫੋਰਸ। ਹੁਣ ਮੈਂ ਤੁਹਾਨੂੰ ਸਮਝਾ ਦਿੰਦਾ, ਇਹਦੀਆਂ ਕੁਝ ਹੋਰ ਗੱਲਾਂ ਜਿਹੜੀਆਂ ਦਿਮਾਗ 'ਚ ਆਪਣੇ ਕਲੀਅਰ ਰਹਿਣੀ ਚਾਹੀਦੀਆਂ ਨੇ ਹਮੇਸ਼ਾ। ਦੇਖੋ ਧਿਆਨ ਨਾਲ,
इसका मतलब यह है कि जे कोई बॉडी ने जिसका मास m है, ਜਿਹੜੀ कि रेडियस r वाले किसी पाथ विच घूम रही है, तो जी बॉडी की लीनियर वेलोसिटी v है या लीनियर स्पीड कह लो v है ਉਹਦੀ, उस बॉडी ਦੇ ਲਈ ਉਹਨੂੰ ਘੁੰਮਣ ਦੇ ਲਈ ਇੱਕ ਫੋਰਸ ਦੀ ਜ਼ਰੂਰਤ ਹੁੰਦੀ ਹੈ ਜੋ ਉਹਦਾ ਮੋਸ਼ਨ ਲਗਾਤਾਰ ਜਿਹੜੀ ਉਹਦੀ ਵੈਲੋਸਿਟੀ ਹੈ ਉਹਦੀ ਡਾਇਰੈਕਸ਼ਨ ਲਗਾਤਾਰ ਬਦਲੇ। ਆ ਜਿਹੜਾ ਫੋਰਸ ਹੁੰਦਾ ਆ ਜਿਹੜਾ ਟੁਵਾਰਡ ਸੈਂਟਰ ਲੱਗਦਾ ਇਹਨੂੰ ਸੈਂਟਰੀਪੀਟਲ ਫੋਰਸ ਕਹਿੰਦੇ ਆਪਾਂ। ਤੇ ਉਸ ਸੈਂਟਰੀਪੀਟਲ ਫੋਰਸ ਦੀ ਵੈਲਿਊ mv²/r ਦੇ ਬਰਾਬਰ ਹੁੰਦੀ ਹੈ। ਇਹਨੂੰ ਉਨਾ ਵਧੀਆ ਤਰ੍ਹਾਂ ਯਾਦ ਕਰ ਲਓ ਜਿਵੇਂ ਤੁਹਾਨੂੰ ਕਿਨੈਟਿਕ એનર્ਜੀ ਦਾ ਯਾਦ ਹੈ। ਤੁਹਾਨੂੰ ਯਾਦ ਹੈ ਨਾ ਕਿਨੈਟਿਕ એનર્ਜੀ ਦਾ ਐਕਸਪ੍ਰੈਸ਼ਨ ਨਾਰਮਲੀ ਹਾਫ mv² ਹੁੰਦਾ। ਚਲੋ ਮੈਂ ਬਾਅਦ ਚ ਪ੍ਰੂਵ ਵੀ ਕਰਾਉਂਗਾ ਅਗਲੇ ਚੈਪਟਰ ਚ, ठीक है। पोटेंशियल एनर्जी ਤੁਹਾਨੂੰ ਪਤਾ ਹੈ ਗ੍ਰੈਵਿਟੇਸ਼ਨ ਦੇ ਕੇਸ 'ਚ mgh ਹੁੰਦੀ ਹੈ ਜਿਹੜੀ ਨਾਰਮਲ ਤੁਸੀਂ ਯੂਜ਼ ਕਰਦੇ ਨੇ। ਹਾਲਾਂਕਿ ਇਹਨੂੰ ਬਹੁਤ ਇੰਪਰੂਵ ਕਰਨ ਦੀ ਲੋੜ ਹੈ। ਇਹ ਕੋਈ ਬਹੁਤੀ ਜ਼ਿਆਦਾ ਸਿੱਧੀ ਜਾਂ ਐਬਸੋਲੂਟ ਕੀ ਗੱਲ ਹੀ ਨਹੀਂ, ਮੈਂ ਦੱਸੂਗਾ ਤੁਹਾਨੂੰ ਕਿਉਂ। ਤੇ ਉਸੇ ਤਰ੍ਹਾਂ ਸੈਂਟਰੀਪੀਟਲ ਫੋਰਸ ਦਾ ਐਕਸਪ੍ਰੈਸ਼ਨ ਆ ਯਾਦ ਰੱਖਣਾ ਤੁਸੀਂ ਹਮੇਸ਼ਾ। ਇਹ ਫੋਰਸ ਜੇ ਨਹੀਂ ਲੱਗੇਗਾ ਤਾਂ ਕੋਈ ਬੋਡੀ ਸਰਕਲ ਮੋਸ਼ਨ 'ਚ ਘੁੰਮ ਹੀ ਨਹੀਂ ਸਕਦੀ, ਸਰਕੂਲਰ ਪਾਥ 'ਚ ਘੁੰਮ ਹੀ ਨਹੀਂ ਸਕਦੀ। ਤੇ ਇਹ ਫੋਰਸ ਕਿੰਨਾ ਲੱਗਣਾ ਚਾਹੀਦਾ ਹੈ? ਇਹ ਇੰਨਾ ਹੀ ਲੱਗਣਾ ਚਾਹੀਦਾ ਹੈ। ਹੁਣ ਇੱਥੇ ਦੋ ਗੱਲਾਂ ਹੋ ਸਕਦੀਆਂ ਨੇ ਕਿ ਜਿਹੜਾ ਅਪਲਾਈਡ ਫੋਰਸ ਆ, ਜੇ ਰੇਡੀਅਸ ਤੁਹਾਨੂੰ ਸਭ ਗਿਵਨ ਹੈ, ਕਿਸੇ ਗਿਵਨ ਸਰਕਲ ਦੀ ਗੱਲ ਹੋ ਰਹੀ ਹੈ, ਜੇ ਆ ਫੋਰਸ ਥੋੜਾ ਜਿਹਾ ਵਧਾ ਦਿੱਤਾ ਜਾਵੇ ਤਾਂ ਕੀ ਹੋਊਗਾ? ਕੈਨ ਐਨੀਵਨ ਟੈਲ ਮੀ? mv²/r ਦੇ ਬਰਾਬਰ ਹੋਊਗਾ। ਫਿਰ ਤਾਂ ਬਿਲਕੁਲ ਉਹੀ ਹੁੰਦਾ ਹੈ। ਹਾਂ ਹਾਂ ਸਰ ਫਿਰ ਹੋਰ ਸੈਂਟਰ ਦੇ ਨੇੜੇ ਆ ਜਾਊਗਾ, ਹੋਰ ਨੇੜੇ ਆ ਜਾਊਗਾ ਬਿਲਕੁਲ। ਉਸ ਤੋਂ ਹੋਰ ਜਿੰਨਾ ਰੇਡੀਅਸ ਘਟ ਜਾਊਗਾ ਹਨਾ, ਜਦੋਂ ਰੇਡੀਅਸ ਘਟ ਜਾਂਦਾ ਆ ਤਾਂ ਸੈਂਟਰੀਪੀਟਲ ਫੋਰਸ ਦੀ ਲੋਡ ਵੱਧ ਜਾਂਦੀ ਹੈ। ਫਿਰ ਉਹ ਵਧਿਆ ਹੋਇਆ ਫੋਰਸ ਜਿੱਥੇ ਫਿੱਟ ਹੋ ਜਾਏਗਾ ਉਨੇ ਕੁ ਰੇਡੀਅਸ ਤੇ ਜਾ ਕੇ ਘੁੰਮਣ ਲੱਗ ਜਾਏਗਾ। ਫਿਰ ਯੈਸ ਸਰ। ਹੋਰ ਵਧਾਓਗੇ ਤਾਂ ਹੋਰ ਨੇੜੇ। ਤੇ ਜੇ ਫੋਰਸ ਇਸ ਫੋਰਸ ਤੋਂ ਘਟਾ ਦੋਗੇ ਥੋੜਾ ਫੋਰਸ, ਤਾਂ ਬਾਡੀ ਨੂੰ ਥੋੜਾ ਜਿਹਾ ਬਾਹਰ ਨੂੰ ਨਿਕਲ ਜਾਣਾ, ਦੂਰ ਹੋ ਜੂ। ਤੇ ਉਹ ਦੂਰ ਜਾ ਕੇ ਉਨੇ ਕੁ ਰੇਡੀਅਸ ਤੇ ਹੋ ਸਕਦਾ ਉਹ ਫਿੱਟ ਹੋ ਜਾਵੇ ਜਿੰਨੇ ਕੁ ਰੇਡੀਅਸ ਤੇ ਜ਼ਿਆਦਾ ਰੇਡੀਅਸ ਤੇ ਜਾ ਕੇ ਘੱਟ ਫੋਰਸ ਦੀ ਲੋੜ ਪਵੇ ਉਹਨੂੰ ਘੁੰਮਣ ਲਈ। ਸੋ ਬੇਸਿਕਲੀ ਆ ਫੋਰਸ ਜਦੋਂ ਤੱਕ ਇਹਦੇ ਬਰਾਬਰ ਹੈ ਉਦੋਂ ਤੱਕ ਉਹ r ਰੇਡੀਅਸ ਘੁੰਮ ਰਿਹਾ। ਜੇ ਫੋਰਸ ਵਧਿਆ ਤਾਂ ਰੇਡੀਅਸ ਘਟ ਜਾਊਗਾ, ਘਟ ਜੂ। ਜੇ ਫੋਰਸ ਘਟਿਆ ਤਾਂ ਰੇਡੀਅਸ ਵੱਧ ਜੂ। ਜਿਵੇਂ ਫੋਰਸ ਜੇ ਥੋੜੀ ਢਿੱਲੀ ਛੱਡੀ ਤਾਂ ਉਹ ਥੋੜਾ ਵੱਡਾ ਹੋ ਜਾਊਗਾ, ਤੇ ਜੇ ਜ਼ਿਆਦਾ ਤੇਜ਼ ਖਿੱਚਿਆ ਤਾਂ ਉਹ ਐ ਹੋ ਜਾਊਗਾ। ਜੇ ਵੈਲੋਸਿਟੀ ਸੇਵ ਰੱਖਦੇ ਆਪਾਂ ਇੱਥੇ ਤਾਂ, ਤੇ ਕੋਈ ਮਾਸ ਤਾਂ ਕਾਂਸਟੈਂਟ ਹੈਗੀ ਹੈ। ਸੋ ਇਸ ਤਰ੍ਹਾਂ ਆਪਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ। ਇਹ ਸੈਂਟਰੀਪੀਟਲ ਫੋਰਸ ਹੈ। ਇਹਦੀ ਆਪਣੀ ਐਗਜ਼ਾਮਪਲਸ ਜਿਹੜੀਆਂ ਹੈਗੀਆਂ ਨੇ ਕੀ ਨੇ, ਜਿਵੇਂ ਹੋਰ ਬਹੁਤ ਸਾਰੇ ਐਗਜ਼ਾਮਪਲਸ ਦੀ ਆਪਾਂ ਗੱਲ ਕਰ ਸਕਦੇ ਹਾਂ। ਤੁਸੀਂ ਇੱਕ ਥ੍ਰੈਡ ਦੇ ਵਿੱਚ ਬੱਚੇ ਬਣ ਕੇ ਬੱਟੇ ਨੂੰ, ਜਿਵੇਂ ਆ ਬੱਟਾ ਬਣਿਆ m ਮਾਸ ਦਾ, ਤੇ ਉਹਨੂੰ ਘੁਮਾ ਰਿਹਾ ਬੱਚਾ ਇੱਕ, ਤਾਂ ਇਹ ਥ੍ਰੈਡ ਜੇ ਹੈਗਾ ਵਾ ਤੇ ਬੰਨਿਆ ਹੋਇਆ, ਤੇ ਥ੍ਰੈਡ ਦੇ ਵਿੱਚ ਕੀ ਹੈ? ਟੈਂਸ਼ਨ। ਤਾਂ ਉੱਥੇ ਜੇ ਉਹ ਬੱਟੇ ਦੀ ਵੈਲੋਸਿਟੀ, ਵੈਸੇ ਤਾਂ ਬੱਚੇ ਕਿਤੇ ਸਲੋ ਕਿਤੇ ਫਾਸਟ ਕਰਦੇ ਰਹਿੰਦੇ ਆ, ਮੰਨ ਲਓ ਵੈਲੋਸਿਟੀ ਕਾਂਸਟੈਂਟ v ਹੋਵੇ, ਮਾਸ m ਹੋਵੇ, ਤਾਂ ਉਸ ਥ੍ਰੈਡ ਦੇ ਵਿੱਚ ਕਿੰਨੀ ਟੈਂਸ਼ਨ ਆਉਂਦੀ ਹੈ? mv²/r। ਪੱਕੀ ਗੱਲ ਹੈ। ਤੇ ਇਸੇ ਜਗ੍ਹਾ ਤੇ ਮੈਂ ਇਹ ਕਰਦਾ ਕਿ ਜੇ ਮੰਨ ਲਓ ਆਹ ਗੱਲ ਨਹੀਂ ਹੈਗੀ, ਮੈਂ ਵੈਸੇ ਕਹਿ ਰਿਹਾ ਕਿ ਤੁਸੀਂ ਕੈਮਿਸਟਰੀ 'ਚ ਪੜ੍ਹਦੇ ਹੋ ਕਿ ਇੱਕ ਨਿਊਕਲੀਅਸ ਹੁੰਦਾ ਆ ਤੇ ਇੱਕ ਇਲੈਕਟ੍ਰੋਨ ਹੁੰਦਾ ਹੈ ਮੰਨ ਲਓ, ਤੇ ਉਹ ਇਲੈਕਟ੍ਰੋਨ ਜਿਹੜਾ ਉਹ ਆਰਬਿਟ 'ਚ ਮੰਨ ਲਓ ਐ ਘੁੰਮ ਰਿਹਾ, ਤੇ ਇਲੈਕਟ੍ਰੋਨ ਦੇ ਜਿਹੜਾ ਆਰਬਿਟ ਦਾ k ਐਲੀਮੈਂਸ਼ੀਅਲ ਵਾਟਐਵਰ ਜੋ ਵੀ ਹੈ ਉਹਦਾ ਰੇਡੀਅਸ ਮੰਨ ਲਓ r ਹੈ। ਇਲੈਕਟ੍ਰੋਨ ਦੀ ਇੱਥੋਂ ਜਿਹੜੀ ਸਪੀਡ ਹੈ, ਜਿਹੜੀ ਸਪੀਡ ਨਾਲ ਇਲੈਕਟ੍ਰੋਨ ਮਤਲਬ ਘੁੰਮ ਰਿਹਾ ਉਹ v ਹੈ, ਤੇ ਇਲੈਕਟ੍ਰੋਨ ਦਾ ਮਾਸ me ਹੈ। ਤਾਂ ਮਾਸ ਆਫ ਦਾ ਇਲੈਕਟ੍ਰੋਨ, ਵੈਲੋਸਿਟੀ ਆਫ ਦਾ ਇਲੈਕਟ੍ਰੋਨ ਦੀ ਸਕੁਅਰ ਬਟਾ ਰੇਡੀਅਸ ਆਫ ਦਾ ਆਰਬਿਟ ਜਿੱਚੋਂ ਘੁੰਮ ਰਿਹਾ, ਇਹ ਚੀਜ਼ ਕਿਹਦੇ ਬਰਾਬਰ ਹੋਣੀ ਚਾਹੀਦੀ ਹੈ? ਫੋਰਸ ਆਫ attraction है ना between nucleus and electron। तो आ किदे बराबर ਹੁੰਦਾ ਹੈ? ਕੂਲਮਸ ਲਾ ਤੋਂ ਆਪਾਂ ਪ੍ਰੂਵ ਕਰਦੇ ਹਾਂ। ਚਲੋ ਕੂਲਮਸ ਲਾ +2 ਚ ਆਪਾਂ ਕਰਾਂਗੇ, ਮੈਂ ਜਸਟ ਵੈਸੇ ਹੁਣੀ ਦੱਸ ਰਿਹਾ ਤੁਹਾਨੂੰ ਕਿ ਮਤਲਬ ਉੱਥੇ ਅਟਰੈਕਸ਼ਨ ਹੁੰਦੀ ਹੈ ਨਾ ਨਿਊਕਲੀਅਸ ਤੇ ਇਲੈਕਟ੍ਰੋਨ ਚ, ਕਿਉਂਕਿ ਆ ਨੈਗੇਟਿਵ ਹੈ, ਪੋਜ਼ਿਟਿਵ ਹੈ, ਨੈਗੇਟਿਵ ਪੋਜ਼ਿਟਿਵ ਅਟਰੈਕਟ ਕਰਦਾ ਹੈ। ਉਹ ਫੋਰਸ ਜਿਹੜੇ ਅਟਰੈਕਸ਼ਨ ਦੀ ਹੁੰਦੀ ਹੈ ਕੂਲਮ ਲਾ ਤੋਂ ਕੈਲਕੂਲੇਟ ਕੀਤੀ ਹੈ, ਪਰ ਹੁੰਦੀ ਅਸਲ ਵਿੱਚ ਕੀ ਦਾ ਰੋਲ ਪਲੇ ਕਰ ਰਹੀ ਹੁੰਦੀ ਹੈ? ਉਹ ਸੈਂਟਰੀਪੀਟਲ ਫੋਰਸ ਦਾ, ਠੀਕ ਹੈ, ਉਹ ਰੋਲ ਸੈਂਟਰੀਪੀਟਲ ਫੋਰਸ ਦਾ ਪੂਰਾ ਕਰ ਦਿੰਦੀ ਹੈ। ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਕਿ ਧਰਤੀ ਹੈ, ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਆ ਸੂਰਜ ਹੈ, ਇਹ ਧਰਤੀ ਹੈ, ਤੇ ਇਹ ਘੁੰਮਦੀ ਹੈ
ਸਾਈਜ਼ ਤੇ ਨਾ ਜਾਏ ਤੁਸੀਂ ਕਹਿਣਾ ਇੰਨੀ ਛੋਟੀ ਧਰਤੀ ਤੇ ਨਹੀਂ ਸੂਰਜ ਬਣਾਤਾ। ਸੋ ਇਹਨਾਂ ਦਾ ਮੰਨ ਲਓ ਰੇਡੀਅਸ r ਹੈ ਜਾਂ ਇਹਨਾਂ ਦੀ ਦੂਰੀ r ਹੈ ਤੇ ਧਰਤੀ ਦੀ ਜਿਹੜੀ ਵੈਲੋਸਿਟੀ ਹੈਗੀ ਹੈ ਇਹ ਆਪਾਂ ਕੈਲਕੂਲੇਟ ਕਰ ਲਈਏ ਜੀ, ਮਤਲਬ ਲੀਨੀਅਰ ਵੈਲੋਸਿਟੀ ਦਾ ਕੋਈ ਐਵਰੇਜ ਲੈ ਲਈਏ, ਵੈਲੋਸਿਟੀ v, ਧਰਤੀ ਦਾ ਮਾਸ ਆਪਾਂ ਨੂੰ ਪਤਾ ਹੋਵੇ, ਠੀਕ ਆ। ਸੋ ਧਰਤੀ ਦਾ ਮਾਸ ਆਫ ਅਰਥ, ਕਿਉਂਕਿ ਅਰਥ ਨੇ ਰੋਟੇਟ ਕਰਨਾ ਨਾ, ਮਾਸ ਆਫ ਅਰਥ ਇਨਟੂ ਵੈਲੋਸਿਟੀ ਜਿਹੜੀ ਅਰਥ ਦੀ ਹੈਗੀ ਹੈ ਜਾਂ ਜਿਹੜਾ ਸਪੀਡ ਹੈਗੀ ਹੈ ਉਹਦਾ ਮੈਗਨੀਟਿਊਡ ਸਕੁਅਰ ਓਵਰ ਰੇਡੀਅਸ ਆਫ, ਰੇਡੀਅਸ ਕਿਹੜਾ ਹੈ ਅਰਥ ਦਾ ਨਹੀਂ ਆਏਗਾ, ਅਰਥ ਤੇ ਸਨ ਦਾ ਡਿਸਟੈਂਸ ਆਏਗਾ। ਇਹ ਕਿਹਦੇ ਬਰਾਬਰ ਹੋਏਗਾ, ਇਹ ਵੀ ਸਨ ਗ੍ਰੈਵਿਟੇਸ਼ਨਲ ਫੋਰਸ ਲਗਾ ਰਹੇ ਹਾਂ। ਹਾਂ ਜਿੰਨਾ ਉਹ ਲਗਾਉਂਦਾ ਹੈ ਅਰਥ ਨੂੰ, ਆ ਬਰਾਬਰ ਹੋਏਗਾ, ਇਧਰ ਆ ਬਰਾਬਰ ਹੋਏਗਾ, ਇਧਰ ਟੈਂਸ਼ਨ ਬਰਾਬਰ ਹੋਏਗੀ। मतलब हर जगह ते एक साइड का देखो हमेशा ही है ना mv स्क्वायर ओवर r, दूसरे साइड वाला फोर्स कभी टेंशन है, धागा बनया है जी, कभी आया। सो इस तरह कहते मतलब अलग अलग केसेस ਦੇ ਵਿੱਚ ਜਦੋਂ ਵੀ ਕੋਈ ਬੋਡੀ ਕਿਸੇ ਵੀ ਪਲੇਨ ਦੇ ਵਿੱਚ ਕੋਈ ਵੀ ਸਰਕੂਲਰ ਪਾਥ ਵਿੱਚ ਮੂਵ ਕਰਦੀ ਹੈ, ਜੇ ਉਸ ਬੋਡੀ ਦਾ ਮਾਸ m ਹੈ ਤੇ ਪਾਥ ਦਾ ਰੇਡੀਅਸ r ਹੈ ਤੇ ਬੋਡੀ ਦੀ ਸਪੀਡ v ਹੈ, ਤਾਂ ਉਸ ਬੋਡੀ ਨੂੰ ਇੱਕ ਫੋਰਸ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਸੈਂਟਰ ਦੇ ਵੱਲ ਨੂੰ ਲੱਗ ਰਿਹਾ ਹੋਵੇ, ਉਹਦੇ ਬਿਨਾ ਉਹ ਬੋਡੀ ਉਸ ਸਰਕੂਲਰ ਮੋਸ਼ਨ ਵਿੱਚ ਘੁੰਮ ਹੀ ਨਹੀਂ ਸਕਦੀ। ਤੇ ਉਹ ਜਿਹੜਾ ਫੋਰਸ ਹੁੰਦਾ ਹੈ ਉਸ ਨੂੰ ਸੈਂਟਰੀਪੀਟਲ ਫੋਰਸ ਕਿਹਾ ਜਾਂਦਾ ਹੈ ਤੇ ਉਹਦਾ ਜਿਹੜਾ ਵੈਲਿਊ ਹੁੰਦੀ ਹੈ ਉਹ mv ਸਕੁਅਰ ਓਵਰ r ਦੇ ਬਰਾਬਰ ਹੁੰਦੀ ਹੈ। ਇਹ ਹਮੇਸ਼ਾ ਹੀ ਹੁੰਦੀ ਹੈ ਜਦੋਂ ਵੀ ਕੋਈ ਬੋਡੀ ਘੁੰਮਦੀ ਹੈ ਇਸ ਤਰ੍ਹਾਂ, ਇਹਦੇ ਇਸ ਫੋਰਸ ਦੇ ਬਿਨਾ ਨਹੀਂ ਉਹ ਕੰਮ ਹੋ ਸਕਦਾ। ਹੁਣ ਜਿਵੇਂ ਮਰਜ਼ੀ ਹੋ ਸਕਦਾ, ਇਹਨੂੰ ਕਿਵੇਂ ਮਰਜ਼ੀ ਆਪਾਂ ਇਹਨੂੰ ਟੈਕਲ ਕਰ ਸਕਦੇ, ਕਿਸੇ ਨੂੰ ਕਈ ਅਲੱਗ-ਅਲੱਗ ਕੇਸਿਸ 'ਚ ਅਲੱਗ-ਅਲੱਗ ਤਰ੍ਹਾਂ ਟੈਕਲ ਕਰ ਸਕਦੇ। ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਇੱਥੇ ਆ ਮੰਨ ਲਓ ਇੱਕ ਆਪਣਾ O ਇੱਕ ਪੁਆਇੰਟ ਹੈ ਤੇ ਆਪਾਂ ਇਥੋਂ ਧਾਗੇ ਨਾਲ ਮੰਨ ਲਓ ਕਿਸੇ ਚੀਜ਼ ਨੂੰ ਬੰਨਿਆ ਹੋਇਆ ਕਿਸੇ ਮਾਸ ਨੂੰ, ਤੇ ਮੰਨ ਲਓ ਕਿਸੇ ਐਂਗਲ ਤੇ ਐ ਬੰਨਿਆ ਹੋਇਆ ਮਾਸ m ਨੂੰ, ਤੇ ਆ ਇੱਥੇ ਫਿਕਸ ਕੀਤਾ ਹੈ ਮੰਨ ਲਓ। ਹੁਣ ਇੱਥੇ ਬੰਨਿਆ ਹੋਇਆ ਇਹਨੂੰ, ਤੇ ਤੁਹਾਨੂੰ ਪਤਾ ਇੱਥੇ ਕੀ ਕੀ ਐਕਟ ਕਰੇ, ਜਿਵੇਂ ਜੇ ਮੰਨ ਲਓ ਆ ਵਰਟੀਕਲ ਦੇ ਨਾਲ ਇਹਦਾ ਐਂਗਲ ਮੰਨ ਲਓ ਥੀਟਾ ਹੈ, ਠੀਕ, ਤਾਂ ਇੱਥੇ ਵੀ ਵਰਟੀਕਲ ਇੱਕ ਡਰਾ ਕਰ ਲਓ ਜਸਟ ਚੀਜ਼ਾਂ ਸਮਝਣ ਲਈ, ਤੇ ਆ ਵੀ ਥੀਟਾ ਹੋ ਜਾਏਗਾ। ਤੇ ਇਸ ਬਾਡੀ ਦੇ ਉੱਪਰ ਕਿਹੜੇ ਕਿਹੜੇ ਫੋਰਸਿਸ ਐਕਟ ਕਰ ਰਹੇ ਹੋਣਗੇ, ਦੇਖੋ ਇਸ ਤੇ ਫੋਰਸ ਐਕਟ ਕਰੇਗਾ ਇੱਕ ਤਾਂ ਨੀਚੇ ਨੂੰ ਕਿਹੜਾ ਵੇਟ, ਤੇ ਇੱਕ ਇਹਦੀ ਟੈਂਸ਼ਨ ਵੀ ਐਕਟ ਕਰੇਗੀ। ਇਹਦੀ ਟੈਂਸ਼ਨ ਕਿੱਧਰ ਨੂੰ ਐਕਟ ਕਰੇਗੀ, ਇਧਰ ਨੂੰ ਥ੍ਰੈਡ ਦੇ ਨਾਲ ਨਾਲ, ਹਨਾ। ਯੈਸ ਸਰ। ਟੈਂਸ਼ਨ, ਹੁਣ ਇੱਥੇ ਕੀ ਹੈ, ਟੈਂਸ਼ਨ ਦੇ ਦੋ ਕੰਪੋਨੈਂਟ ਬਣ ਜਾਣਗੇ, ਇੱਕ ਤਾਂ ਟੈਂਸ਼ਨ ਦਾ ਕੰਪੋਨੈਂਟ ਬਣ ਜਾਏਗਾ ਇਸ ਪਾਸੇ ਨੂੰ, ਕਿੰਨਾ ਬਣ ਜਾਏਗਾ T cos theta, ਇੱਕ ਬਣ ਜਾਏਗਾ ਇੱਧਰ ਪਾਸੇ ਨੂੰ। cos ਥੀਟਾ ਨੇ ਬੈਲੈਂਸ ਕਿਹਨੂੰ ਕਰਨਾ, ਵੇਟ ਨੂੰ, ਤਾਂ ਹੀ ਬਾਡੀ ਨਾਲ ਨੀਚੇ ਜਾ ਰਹੀ ਹੈ। ਜੇ t cos ਥੀਟਾ ਦੀ ਵੈਲਿਊ weight ਤੋਂ ਜ਼ਿਆਦਾ ਹੋ ਗਈ ਤਾਂ ਬਾਡੀ ਵੱਧ ਜਾਣੀ ਚਾਹੀਦੀ, ਪਰ ਤਾਂ ਹੁੰਦਾ ਨਹੀਂ ਕਦੀ ਵੀ, ਹੈ ਨਾ। ਤੇ ਜੇ ਉਹ ਘੱਟ ਹੋਊਗੀ ਤਾਂ ਟੁੱਟ ਜਾਣਾ ਧਾਗਾ, ਥੱਲੇ ਆ ਜਾਣਾ ਉਹਨੇ ਬਾਡੀ ਨੇ, ਫਿਰ ਤਾਂ ਵਰਟੀਕਲ ਨੀਚੇ ਜਾਣਾ ਹੀ ਜਾਣਾ। ਜੇ ਆ ਫੋਰਸ ਵੱਧ ਗਿਆ ਨੇ ਜਾਣਾ ਹੀ ਜਾਣਾ ਨੀਚੇ, ਤੇ ਜਾਊਗਾ ਕਹਾਂ ਜੇ ਟੁੱਟ ਜਾਊਗਾ। ਪਰ ਜੇ ਉਹ t cos ਥੀਟਾ weight ਦੇ ਬਰਾਬਰ ਹੋ ਗਈ ਫਿਰ ਸਭ ਕੁਝ ਠੀਕ ਹੈ, ਬਾਡੀ ਕਿਤੇ ਨਹੀਂ ਜਾਂਦੀ। ਤੇ ਇਸ ਤਰ੍ਹਾਂ ਮੰਨ ਲਓ ਬਾਡੀ ਨੂੰ ਇਸ ਤਰ੍ਹਾਂ ਗੋਲ ਗੋਲ ਘੁਮਾਇਆ ਜਾ ਰਿਹਾ, ਮੰਨ ਲਓ ਇਸ ਤਰ੍ਹਾਂ, ਇਹਦੇ ਉੱਪਰ ਇਸ ਤਰ੍ਹਾਂ, ਸਮਝ ਲੱਗ ਗਈ ਨਾ ਗੱਲ ਸਾਰਿਆਂ ਨੂੰ ਵੀ ਉਹ ਐ ਘੁੰਮ ਰਹੀ ਹੈ ਐ ਕਰਕੇ। ਯੈਸ ਸਰ। ਇਹ ਧਾਗਾ ਐ ਘੁੰਮ ਰਿਹਾ, ਕੋਨ ਜਿਹਾ ਬਣ ਰਿਹਾ ਨੀਚੇ, ਬਾਡੀ ਐ ਘੁੰਮ ਰਹੀ ਹੈ, ਦੇਖੋ ਵੀਡੀਓ ਇਸ ਤਰ੍ਹਾਂ। ਸਮਝ ਲੱਗ ਰਹੀ ਗੱਲ ਸਾਰਿਆਂ ਨੂੰ? ਯੈਸ ਸਰ। ਯੈਸ ਸਰ। ਐ ਘੁੰਮ ਰਹੀ ਹੈ। ਯੈਸ ਸਰ। ਹੁਣ ਆ ਜਿਹੜਾ ਇਹਦੇ ਵਿੱਚ ਜਦੋਂ ਘੁੰਮ ਰਹੀ ਹੈ ਬਾਡੀ, ਤੇ ਮੰਨ ਲਓ ਆ r ਰੇਡੀਅਸ ਚ ਘੁੰਮ ਰਹੀ ਹੈ, ਮੰਨ ਲਓ ਇਹਦਾ ਦੂਰੀ ਇਹਦੇ ਨਾਲੋਂ ਆ r ਹੈ, ਤੇ ਜਿਹੜੀ ਬਾਡੀ ਹੈ ਉਹਦੀ ਵੈਲੋਸਿਟੀ ਮੰਨ ਲਓ v ਹੈ, ਤਾਂ ਜਿਹੜਾ ਇੱਥੇ ਸੈਂਟਰੀਪੀਟਲ ਫੋਰਸ ਹੋਏਗਾ ਉਹ ਕੌਣ ਪ੍ਰੋਵਾਈਡ ਕਰੇਗਾ? ਟੈਂਸ਼ਨ ਦਾ ਕਿਹੜਾ ਕੰਪੋਨੈਂਟ ਹੈ ਜਿਹੜਾ ਸੈਂਟਰੀਪੀਟਲ ਫੋਰਸ ਦਾ ਰੋਲ ਪਲੇ ਕਰੇਗਾ? ਓਕੇ, T sin theta, t sin theta, yes। ਸੋ ਇਸ ਕੇਸ ਜਿਹੜੀ t sin theta ਹੈ ਤੁਹਾਡੀ, ਉਹ t sin theta ਪੂਰੀ ਤਰ੍ਹਾਂ ਕਿਹਦੇ ਬਰਾਬਰ ਹੋਣੀ ਚਾਹੀਦੀ ਹੈ? centripetal force mv square upon r। ਤੇ ਜਿਹੜਾ ਤੁਹਾਡਾ weight ਹੈ ਉਸ ਜਗ੍ਹਾ ਤੇ ਐਡ ਕਰ mg, ਉਹ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ? T cos theta। t cos theta ਦੇ। ਸੋ ਇਸ ਤਰ੍ਹਾਂ ਜਿਵੇਂ ਕਹਿੰਦੇ ਨੇ, ਇਸ ਤਰ੍ਹਾਂ ਬਹੁਤ ਸਾਰੀ ਚੀਜ਼ਾਂ ਨੇ ਜਿਸ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਜਿਹੜੀ ਚੀਜ਼ ਆਪਾਂ ਇੱਥੇ ਯੂਜ਼ ਕਰਾਂਗੇ, ਆਪਾਂ ਇਹਨੂੰ, ਇਹਦਾ ਇੰਪੋਰਟੈਂਸ ਕੀ ਹੈ mv ਸਕੁਅਰ ਓਵਰ r ਦਾ।
ਇੱਕ ਜਿਹੜਾ ਸੈਂਟੀਮੀਟਰ ਫੋਰਸ ਹੋਰ ਦਾ ਇਹਦੇ ਬਾਰੇ ਇੱਕ ਤੁਹਾਨੂੰ ਗੱਲ ਦੱਸਦਾ। ਸੈਂਟੀਮੀਟਰ ਫੋਰਸ ਦਾ ਜਿਹੜਾ ਆਪਾਂ ਐਕਸਪ੍ਰੈਸ਼ਨ ਲਿਖਦੇ ਆ mv²/r, ਇਹ ਚ ਇੱਕ ਹੋਰ ਗੱਲ ਦਾ ਆਪਾਂ ਜ਼ਿਕਰ ਕਰਦੇ ਹਾਂ ਕਿ ਜਦੋਂ ਕੋਈ ਬਾਡੀ ਸਰਕੂਲਰ ਮੋਸ਼ਨ ਚ ਐ ਘੁੰਮਦੀ ਹੈ ਤੇ ਤੁਹਾਨੂੰ ਮੈਂ ਉਦੋਂ ਆ ਵੀ ਕਿਹਾ ਆਇਆ ਵਾ, ਸਮਝਾਇਆ ਹੋਇਆ ਵਾ ਕਿ ਇਹਦੀ ਐਂਗੂਲਰ ਵੈਲੋਸਿਟੀ ਵੀ ਹੁੰਦੀ ਹੈ ਹਨਾ। ਐਂਗੂਲਰ ਵੈਲੋਸਿਟੀ ਕੀ ਹੁੰਦੀ ਹੈ ਇਹਦੀ, ਉਹ ਆਪਾਂ ਸ਼ਾਇਦ ਉਹ ਚ ਜ਼ਿਕਰ ਕੀਤਾ ਸੀਗਾ ਉਦੋਂ ਵੀ, ਦੈਟ ਇਹਦੀ ਜਿਹੜੀ ਵੈਲੋਸਿਟੀ v ਹੈ ਉਹ ਬੇਸਿਕਲੀ r into ਓਮੇਗਾ ਹੁੰਦੀ ਹੈ। Yes, sir. ਐਂਗੂਲਰ ਵੈਲੋਸਿਟੀ ਆਪਾਂ ਕੀਤਾ ਸੀ, ਕਿਉਂਕਿ ਵੈਲੋਸਿਟੀ ਵੈਸੇ ਆਪਣੀ ਬਣੇਗੀ ਕੀ ਇਹਦੀ ਵੀ 2 ਪਾਈ r ਪੂਰਾ ਜਿਹੜਾ ਕਵਰ ਕਰਦਾ ਹੈ ਪੂਰਾ ਡਿਸਟੈਂਸ, ਇੱਥੋਂ ਪੂਰਾ ਗੇੜਾ ਘਟਾ ਲਓ ਨਾ ਤੇ ਬਟਾ ਜਿੰਨਾ ਟਾਈਮ T. ਇੱਕ Time period. ਜਿੰਨਾ ਟਾਈਮ t ਲੱਗਦਾ ਹੈ ਤਾਂ ਫਿਰ ਆ 2 ਪਾਈ ਬਾਈ t ਜਿਹੜਾ ਹੁੰਦਾ ਹੈ ਉਹ ਕਹਿੰਦਾ ਐਂਗਲ ਅਪਨ ਟਾਈਮ ਟੇਕਨ, ਦੈਟ ਇਜ਼ ਐਂਗੂਲਰ ਵੈਲੋਸਿਟੀ ਹੋ ਜਾਂਦਾ ਵਾ ਹਨਾ। ਤਾਂ ਨਾਰਮਲੀ ਇਹ v r ਓਮੇਗਾ ਨੂੰ ਯੂਜ਼ ਕਰ ਸਕਦੇ ਆਪਾਂ। ਵੈਕਟਰ ਫਾਰਮ ਚ ਤੁਹਾਨੂੰ ਦੱਸਿਆ ਸੀ, ਇਨ ਵੈਕਟਰ ਫਾਰਮ ਡਾਇਰੈਕਸ਼ਨ ਦੇ ਨਾਲ v ਜਿਹੜਾ ਹੈ ਆਪਣਾ ਉਹ ਕਿਹਦੇ ਬਰਾਬਰ ਹੁੰਦਾ ਹੈ, Cross product of omega and radius. ਹਾਂ। ਤੇ ਇਹ ਮੈਂ ਤੁਹਾਨੂੰ ਬਹੁਤ ਡਿਟੇਲ ਚ ਹੋਰ ਚੰਗੀ ਤਰ੍ਹਾਂ ਰੋਟੇਸ਼ਨਲ ਮੋਸ਼ਨ ਵਾਲੇ ਚੈਪਟਰ ਵਿੱਚ ਹੋਰ ਦੁਬਾਰਾ ਦੱਸੂਗਾ, ਜ਼ਿਆਦਾ ਚੰਗੀ ਤਰ੍ਹਾਂ ਇਹਦੀ ਡਿਟੇਲ ਚ ਵੀ ਜਾਊਂਗਾ। ਪਰ ਫਿਲਹਾਲ ਮੈਗਨੀਟਿਊਡ ਵਾਈਜ਼ ਆਪਾਂ ਇਸ ਕੇਸ ਚ, ਕਿਉਂਕਿ ਸਾਨੂੰ ਪਤਾ ਓਮੇਗਾ ਦੀ ਡਾਇਰੈਕਸ਼ਨ ਬਾਹਰ ਨੂੰ ਆਏਗੀ ਨਾ, ਤਾਂ ਰੋਟੇਸ਼ਨ ਜੇ ਐ ਕਰਾਉਂਗੇ ਤਾਂ ਰਾਈਟ ਹੈਂਡ ਰੂਲ ਦੇ ਨਾਲ ਓਮੇਗਾ ਬਾਹਰ ਨੂੰ ਆਏਗਾ ਤੇ ਰੇਡੀਅਸ ਵੈਕਟਰ ਜਿਹੜਾ ਉਹ ਇੱਥੋਂ ਐ ਹੁੰਦਾ ਹਮੇਸ਼ਾ, ਓਮੇਗਾ ਬਾਹਰ ਨੂੰ ਆਏਗਾ, ਤਾਂ ਉਹਦੇ ਅਕੋਰਡਿੰਗ v ਦੀ ਡਾਇਰੈਕਸ਼ਨ ਇਹਦੇ ਨਾਲ ਆਪਾਂ ਦੇਖ ਸਕਦੇ ਹਾਂ। ਸੋ v r ਓਮੇਗਾ ਲਵਾਂਗੇ ਕਿਉਂਕਿ ਓਮੇਗਾ ਤੇ r ਚ ਐਂਗਲ ਕਿੰਨਾ ਆਏਗਾ, 90 ਡਿਗਰੀ ਹੋਏਗਾ। ਓਮੇਗਾ ਬਿਲਕੁਲ ਪਲੇਨ ਦੇ ਬਾਹਰ ਨੂੰ ਔਰ ਰੇਡੀਅਸ ਪਲੇਨ ਤੇ ਪਿਆ ਹੈ, ਤਾਂ ਬੇਸਿਕਲੀ ਇਹਨੂੰ ਜੇ ਤੁਸੀਂ ਮੈਗਨੀਟਿਊਡ ਵੀ ਕਰੋਗੇ ਤਾਂ ਓਮੇਗਾ r sin 90 ਡਿਗਰੀ ਹੋ ਜਾਏਗਾ ਹਨਾ। ਸੋ ਆਪਾਂ Yes, sir. ਤੇ ਜਿਵੇਂ v ਨੂੰ ਓਮੇਗਾ r ਲਿਖ ਦਈਏ ਇੱਥੇ ਆਪਾਂ ਫੋਰਸ, ਤੇ ਫੋਰਸ ਸੈਂਟੀਮੀਟਰ ਫੋਰਸ ਜਿਹੜਾ ਕਿਹਦੇ ਬਰਾਬਰ ਆਏਗਾ, ਫਿਰ ਇਹਦੇ ਬਰਾਬਰ ਆਏਗਾ, ਇੱਕ r ਕੱਟਿਆ ਜਾਏਗਾ, mr ਓਮੇਗਾ ਸਕੁਅਰ v ਲੈ ਲੈਂਦੇ ਆਪਾਂ ਕਈ ਵਾਰੀ ਸੈਂਟੀਮੀਟਰ ਫੋਰਸ ਨੂੰ। ਸੋ ਸੈਂਟੀਮੀਟਰ ਫੋਰਸ ਦੇ ਜਿਹੜੇ, ਜੇ ਤੁਸੀਂ ਲੀਨੀਅਰ ਵੈਲੋਸਿਟੀ ਦੀ ਟਰਮ ਵਿੱਚ ਇਹਦਾ ਫਾਰਮੂਲਾ ਦੇਖਣਾ ਆ ਤਾਂ ਉਹ ਹੁੰਦਾ mv²/r। ਜੇ ਤੁਸੀਂ ਐਂਗੂਲਰ ਵੈਲੋਸਿਟੀ ਦੀ ਟਰਮ ਦੇਖਣਾ ਤਾਂ mr ਓਮੇਗਾ ਸਕੁਅਰ। ਠੀਕ ਹੈ ਜੀ, ਆ ਆਪਣੇ ਫਾਰਮੂਲੇ ਸੈਂਟੀਮੀਟਰ ਫੋਰਸ ਦੇ ਨੇ। ਹੁਣ ਐਗਜ਼ਾਮਪਲ ਤੁਸੀਂ ਦੇਖੋ, ਇੱਕ ਐਟਮ ਦੀ ਐਗਜ਼ਾਮਪਲ ਵੀ ਲੈ ਲਈ ਸੈਂਟੀਮੀਟਰ ਫੋਰਸ ਦੇ ਲਈ, ਸਨ ਐਂਡ ਅਰਥ ਦੀ ਸਿਸਟਮ ਦੀ ਵੀ ਐਗਜ਼ਾਮਪਲ ਲੈ ਲਈ, ਇਸ ਤਰ੍ਹਾਂ ਤੁਸੀਂ ਅਰਥ ਐਂਡ ਮੂਨ ਦੇ ਵੀ ਐਗਜ਼ਾਮਪਲ ਲੈ ਸਕਦੇ ਹੋ। ਤੇ ਤੁਸੀਂ ਇੱਕ ਐਗਜ਼ਾਮਪਲ ਲੈ ਲਈ ਥ੍ਰੈਡ ਵਿੱਚ ਸਟੋਨ ਬਣ ਕੇ ਜਦੋਂ ਬੱਚਾ ਕੋਈ ਘੁਮਾਉਂਦਾ ਉਹਨੂੰ, ਉਹਦੀ ਐਗਜ਼ਾਮਪਲ ਵੀ ਲੈ ਲਈ। ਇਹਦੇ 'ਚ ਇੱਕ ਖਾਸ ਐਗਜ਼ਾਮਪਲ ਆ ਜਿਹੜੀ ਆਪਾਂ ਜ਼ਿਕਰ ਕਰਨੀ ਹੈ, ਕਿਉਂਕਿ ਆਪਾਂ ਜਿਹੜਾ ਚੈਪਟਰ ਪੜ੍ਹ ਰਹੇ ਹਾਂ ਫ੍ਰਿਕਸ਼ਨ, ਉਹ ਖਾਸ ਐਗਜ਼ਾਮਪਲ ਹੈਗੀ ਆ ਕਿ ਜਦੋਂ ਕੋਈ ਕਾਰ ਮੁੜਦੀ ਹੈ, ਜਦੋਂ ਕੋਈ ਕਾਰ ਮੋੜ ਕੱਟਦੀ ਹੈ ਤਾਂ ਉਹ ਇੱਕ ਤਰ੍ਹਾਂ ਪੂਰਾ ਚਾਹੇ ਸਰਕੂਲਰ ਮੋਸ਼ਨ ਨਾ ਹੋਵੇ, ਪਰ ਉਹ ਸਰਕੂਲਰ ਮੋਸ਼ਨ ਦਾ ਹੀ ਤਾਂ ਹਿੱਸਾ ਹੁੰਦਾ ਨਾ ਜਦੋਂ ਕਾਰ ਕੋਈ ਮੋੜ ਕੱਟਦੀ ਹੈ ਤਾਂ ਉੱਥੇ ਜਿਹੜੀ ਕਾਰ ਮੁੜਦੀ ਹੈ ਤਾਂ ਉਹਨੂੰ ਵੀ ਮੁੜਨ ਲਈ ਸੈਂਟੀਮੀਟਰ ਫੋਰਸ ਚਾਹੀਦਾ। ਉਹ ਕਿੱਥੋਂ ਆਉਂਦਾ ਹੈ? ਜਿਵੇਂ ਕਹਿੰਦਾ ਭਾਵ ਆਹ ਸੜਕ ਹੈ, ਮੰਨ ਲਓ ਆਹ ਸੜਕ ਹੈ ਤੇ ਸੜਕ ਇੱਥੋਂ ਮੁੜਦੀ ਹੈ, ਐਂ ਬਣਾ ਲੈਂਦੇ ਆ, ਤੇ ਕਾਰ ਜਿਹੜੀ ਹੈ ਮੰਨ ਲਓ ਇੱਥੋਂ ਕਾਰ ਆ ਰਹੀ ਹੈ, ਸਿੱਧੀ ਆ ਰਹੀ ਹੈ, ਕੋਈ ਦਿੱਕਤ ਨਹੀਂ ਇੱਥੋਂ, ਠੀਕ ਹੈ, ਤੇ ਇੱਧਰ ਨੂੰ ਜਾਏਗੀ। ਪਰ ਜਦੋਂ ਮੋੜ ਕੱਟਦੀ ਹੈ ਤਾਂ ਆ ਜਿਹੜਾ ਮੋਸ਼ਨ ਹੁੰਦਾ ਉਹਦਾ ਇੰਨਾ ਕੁ, ਇੱਥੋਂ ਤੋਂ ਲੈ ਕੇ ਇੱਥੇ ਤੱਕ, ਆ ਇੱਕ ਤਰ੍ਹਾਂ ਦਾ ਇਮੇਜਿਨ ਕਰਕੇ ਦੇਖੋ, ਇੰਨੀ ਦੂਰੀ ਲਈ ਜਦੋਂ ਕਾਰ ਮੋੜ ਕੱਟਦੀ ਹੈ ਤਾਂ ਇੱਕ ਤਰ੍ਹਾਂ ਦਾ ਉਹ ਸਰਕੂਲਰ ਮੋਸ਼ਨ ਨਹੀਂ ਕਰ ਰਹੀ ਹੁੰਦੀ, ਦੇਖੋ। Yes, sir. ਤਾਂ ਉਹ ਇੱਥੇ ਤੋਂ ਲੈ ਕੇ ਇੱਥੇ ਤੱਕ ਉਸ ਕਾਰ ਦੇ ਦੌਰਾਨ ਜਿਹੜੀ ਐਕਸਲਰੇਸ਼ਨ ਐਕਟ ਕਰਦੀ ਹੈ ਉੱਤੇ, ਕਿਉਂਕਿ ਵੈਲੋਸਿਟੀ ਮੰਨ ਲਓ 40 ਤੋਂ 40 ਤੇ ਹੀ ਆ, ਮੰਨ ਲਓ ਕਾਰ ਆ 40 ਤੇ ਸੀ ਇੱਥੇ, ਤਾਂ ਇੱਥੇ ਵੀ 40 ਤੇ ਹੀ ਹੈ ਵਿੱਚ ਦੇ ਨੇ, ਤਾਂ ਆ ਜਿਹੜਾ ਐਕਸਲਰੇਸ਼ਨ ਐਕਟ ਕਰੇਗੀ ਇੱਥੋਂ, ਉਹ ਇਸ ਡਾਇਰੈਕਸ਼ਨ 'ਚ ਐਕਟ ਕਰੇਗੀ ਹਮੇਸ਼ਾ ਟੁਵਾਰਡਸ ਸੈਂਟਰ। ਉਹ ਐਕਸਲਰੇਸ਼ਨ ਆਬਵੀਅਸਲੀ ਉਹਨੂੰ ਐਕਟ ਕਰੇਗੀ ਤਾਂ ਉਧਰ ਫੋਰਸ ਐਕਟ ਕਰੇਗਾ। ਉਹ ਫੋਰਸ ਕਿੱਥੋਂ ਆਉਂਦਾ ਹੈ? ਕਾਰ ਨੂੰ ਕੌਣ ਲਗਾਉਂਦਾ ਹੈ? ਉਹ ਫੋਰਸ ਉਹ ਲਗਾਉਂਦਾ ਹੈ ਫ੍ਰਿਕਸ਼ਨ। ਆਪਾਂ ਇਹ ਸਮਝਣਾ ਉਹ ਚੀਜ਼। ਤੇ ਤੁਸੀਂ ਸ਼ਾਇਦ ਥੋੜਾ ਜਿਹਾ ਨਾ ਕਿਤਾਬਾਂ ਤੋਂ ਬਾਹਰ ਨਿਕਲ ਕੇ ਬਾਹਰ ਦੀ ਦੁਨੀਆ ਦੇਖਿਆ ਕਰੋ, ਬਹੁਤ ਧਿਆਨ ਨਾਲ ਆਬਜ਼ਰਵ ਕਰਿਆ ਕਰੋ। ਫਿਜ਼ਿਕਸ ਤਾਂ ਤੁਹਾਡੇ ਆਸੇ ਪਾਸੇ ਆਪ ਹੀ ਫਿਰਦੀ ਹੈ ਕਿ ਵੀ ਮੈਨੂੰ ਸਿੱਖ ਲਓ, ਮੇਰੇ ਬਾਰੇ ਸੋਚ ਲਓ। ਤੁਸੀਂ ਦੇਖਿਆ ਜਦੋਂ ਕਾਰ ਐ ਮੁੜਦੀ ਹੈ, ਧਿਆਨ ਨਾਲ ਇਸ ਗੱਲ ਨੂੰ ਵਿਜ਼ੂਅਲਾਈਜ਼ ਕਰੋ, ਐਵੇਂ ਮਤਲਬ ਡਾਇਗਰਾਮ ਤੇ ਨਾ ਯਕੀਨ ਕਰ ਲਿਆ ਕਰੋ ਜਿਹੜਾ ਇੱਥੇ ਦਿੱਤਾ ਹੁੰਦਾ ਕਿਤਾਬਾਂ 'ਚ।
ਤੁਸੀਂ ਆਪ ਸੋਚੋ ਕਿ ਇਸ ਤਰ੍ਹਾਂ ਹੁੰਦਾ ਕਿ ਨਹੀਂ ਹੁੰਦਾ। ਤੁਸੀਂ ਦੇਖੋ ਆਪਣੀ ਲਾਈਫ ਦੇ ਐਕਸਪੀਰੀਅੰਸ ਐ ਹੋਇਆ ਕਦੀ? ਮੰਨ ਲਓ ਆ ਇੱਕ ਮੋੜ ਕੱਟਣਾ ਹੈ ਕਾਰ ਨੇ, ਤੁਸੀਂ ਦੇਖਿਆ ਜਦੋਂ ਕਾਰ ਇੱਥੋਂ ਜਾ ਰਹੀ ਹੁੰਦੀ ਹੈ ਕਦੀ ਵੀ, ਤੇ ਉਹ ਕਾਰ ਜਦੋਂ ਐ ਮੁੜਦੀ ਹੈ ਤਾਂ ਉਹਦੇ ਜਿਹੜੇ ਟਾਇਰਸ ਹੁੰਦੇ ਨੇ, ਟਾਇਰਸ ਉਹ ਜਸਟ ਬਾਹਰ ਨੂੰ ਸਲਿਪ ਹੋਏ ਹੁੰਦੇ ਨੇ ਥੋੜੇ। Yes, sir. ਮੁੜਦੀ ਹੈ ਜਿੱਧਰ ਨੂੰ ਉਹਦਾ ਆ ਵਰਚੁਅਲ, ਇਹ ਜਿਹੜਾ ਆਪਾਂ ਪੂਰਾ ਮੈਂ ਕੰਪਲੀਟ ਕਰਵਾਂ ਵੀਡੀਓ 'ਚ, ਜਿੱਧਰ ਨੂੰ ਸਰਕਲ ਦਾ ਸੈਂਟਰ ਹੈ, ਸੈਂਟਰ ਤੋਂ ਬਾਹਰ ਵੱਲ ਨੂੰ ਕਾਰ ਦੇ ਟਾਇਰ ਸਲਿਪ ਹੋਏ ਹੁੰਦੇ ਨੇ, ਜਿਵੇਂ ਬਾਹਰ ਨੂੰ ਜਾਣਾ ਚਾਹੁੰਦੇ ਹੋਣ ਪਰ ਫਸ ਗਏ, ਬਸ ਇੱਧਰ ਨੂੰ ਆ ਗਏ। Yes, sir. ਜਿਹੜੀ ਤੇ ਕਿਸੇ ਜਗ੍ਹਾ, ਜਾਂ ਫਿਰ ਜਿਹੜੇ ਲੋਕ ਕਈ ਕਾਰਾਂ ਦੇ ਸ਼ੌਕੀਨ ਹੁੰਦੇ ਨੇ ਨਾ ਕਿ ਉਹਨੂੰ ਉਹ ਗੋਲ ਗੋਲ ਘੁਮਾਉਂਦੇ ਨੇ, ਜਾਂ ਉਹ ਤਾਂ ਉਹ ਹਮੇਸ਼ਾ ਰੇਡੀਅਸ ਤੋਂ ਜਸਟ ਬਾਹਰ ਨੂੰ ਜਿਵੇਂ ਟਾਇਰ ਉਹ ਕਰਕੇ ਕਾਲੇ ਕਾਲੇ ਨਿਸ਼ਾਨ ਪਏ ਹੁੰਦੇ ਆ, ਕਾਰ ਟਾਇਰ ਘਸਾਇਆ ਹੁੰਦਾ ਉਹਨਾਂ ਨੇ। ਤਾਂ ਉਹ ਕੀ ਹੁੰਦਾ, ਉਹ ਬੇਸਿਕਲੀ ਉਹੀ ਆ, ਉਹ ਕਾਰ ਦੇ ਟਾਇਰਸ ਜਿਹੜੇ ਜਸਟ ਇਸ ਇੱਥੋਂ ਆ ਰਹੇ ਹੁੰਦੇ ਨੇ, ਆ ਰਹੇ ਹੁੰਦੇ ਆਰਾਮ ਨਾਲ ਤੁਸੀਂ ਮੋੜਤੀ। ਤਾਂ ਆਪਾਂ ਨੂੰ ਪਤਾ ਕਿ ਫਿਰ ਕੀ ਹੁੰਦਾ ਹੈ, ਫਿਰ ਆਪਣਾ ਨਿਊਟਨਸ ਫਸਟ ਲਾਅ ਹੈ ਨਾ, ਉਹ ਤਾਂ ਜਾਣਾ ਚਾਹੁੰਦੇ ਸੀ ਸਿੱਧਾ, ਪਰ ਹੁਣ ਇੱਕਦਮ ਤਾਂ ਆਪਾਂ ਮੋੜ ਦਿੰਦੇ ਆ, ਤਾਂ ਉਹ ਜਿਹੜਾ ਮੋਸ਼ਨ ਦੇ ਕਰਕੇ ਪੂਰੀ ਕਾਰ ਦਾ weight ਨੂੰ ਸੰਭਾਲਦੇ ਹੋਏ ਉਹ ਟਾਇਰ ਜਸਟ ਬਾਹਰ ਨੂੰ ਸਕਿਡ ਕਰਦੇ ਆ, ਬਾਹਰ ਨੂੰ ਜਾਂ ਸਲਿਪ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਕਿਉਂਕਿ ਕਾਰ ਦਾ ਟਾਇਰ ਹੈ ਤੇ ਸੜਕ ਹੈਗੀ ਹੈ, ਉਹਦੇ ਵਿੱਚ ਫ੍ਰਿਕਸ਼ਨ ਹੈਗਾ, ਤਾਂ ਇਸ ਆ ਜਿਹੜੀ ਬਾਹਰ ਨੂੰ ਟਾਇਰਾਂ ਦੇ ਬਾਹਰ ਨੂੰ ਨਿਸ਼ਾਨ ਪਏ ਹੁੰਦੇ, ਤੁਸੀਂ ਦੇਖਿਆ ਕਰੋ, ਬਹੁਤ ਧਿਆਨ ਨਾਲ ਦੇਖਿਓ ਅਗਲੀ ਵਾਰ ਜੇ ਨਹੀਂ ਵੀ ਦੇਖਿਆ ਤਾਂ ਉਹਦੇ ਕਰਕੇ ਜਿਹੜਾ ਟਾਇਰ ਤੇ ਸੜਕ ਦੇ ਵਿਚਲਾ ਫ੍ਰਿਕਸ਼ਨ ਹੁੰਦਾ ਉਹ ਕਿੱਧਰ ਨੂੰ ਹੁੰਦਾ ਫਿਰ, सेंटर करनी ਹਨਾ, ਕਿਉਂਕਿ ਉਹ ਬਾਹਰ ਨੂੰ ਜਸਟ ਸਕਿਡ ਕਰ ਰਿਹਾ। ਜਿਵੇਂ ਜੇ ਕੋਈ ਬਾਡੀ, ਆਪਾਂ ਨੂੰ ਪਤਾ ਇੱਥੇ ਕੋਈ ਬਾਡੀ, ਜੇ ਬਾਡੀ ਦਾ ਮੋਸ਼ਨ ਇੱਧਰ ਨੂੰ ਹੋਣ ਦੀ ਕੋਸ਼ਿਸ਼ ਕਰੇ, ਇਟ ਟੈਂਡਸ ਟੂ, ਮੈਂ ਕਹਿ ਰਿਹਾ ਮੋਸ਼ਨ ਚਾਹੇ ਹੋਵੇ ਨਾ ਹੋਵੇ, ਇਹ ਨਹੀਂ ਕਿ ਕਾਰ ਉੱਧਰ ਨੂੰ ਚਲੀ ਜਾਂਦੀ ਹੈ, ਇਟ ਟੈਂਡਸ ਟੂ, ਇਫ ਇਟ ਟੈਂਡਿੰਗ ਟੂ, ਅਗਰ ਉਹ ਜੇ ਟੈਂਡੈਂਸੀ ਹੈ ਇੱਧਰ ਨੂੰ ਮੂਵ ਕਰਨ ਦੀ ਤਾਂ ਫ੍ਰਿਕਸ਼ਨ ਇੱਧਰ ਨੂੰ ਹੁੰਦਾ ਆ। ਹੁਣ ਇਸ ਦੇ ਵੀ ਟਾਇਰ ਦੀ ਟੈਂਡੈਂਸੀ ਹੁੰਦੀ ਬਾਹਰ ਨੂੰ ਜਾਣ ਦੀ, ਉਹਦੇ ਕਰਕੇ ਉਹ ਬਹੁਤ ਹੀ ਜ਼ਿਆਦਾ ਉੱਥੇ ਘੜੀਸੇ ਜਾਂਦੇ ਕਈ ਵਾਰ, ਬਹੁਤ ਜ਼ਿਆਦਾ, ਤੇ ਉਹਦੇ ਕਰਕੇ ਬਹੁਤ ਜ਼ਿਆਦਾ ਇੱਧਰ ਨੂੰ ਕੀ ਮਿਲਦਾ ਆਪਾਂ ਨੂੰ, फ्रिक्शन ਆੜਾ ਫ੍ਰਿਕਸ਼ਨ ਮਿਲਦਾ ਆ। ਇਸ ਫ੍ਰਿਕਸ਼ਨ ਦੇ ਕਰਕੇ ਹੀ ਉਹ ਕਾਰ ਜਿਹੜੀ ਆ ਮੁੜ ਪਾਉਂਦੀ ਹੈ। ਤੇ ਆਹ ਫ੍ਰਿਕਸ਼ਨ ਜਿਹੜਾ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ, ਜਾਂ ਟੁਆਰਡ ਸੈਂਟਰ ਜੋ ਵੀ ਫੋਰਸ ਲੱਗਿਆ ਹੈ, ਇਹ ਕਿਹਦੇ ਬਰਾਬਰ ਹੁੰਦਾ ਹੈ, mv ਸਕੁਅਰ ਓਵਰ r ਦੇ ਬਰਾਬਰ ਹੋਣਾ ਚਾਹੀਦਾ ਹੈ। ਹਾਂਜੀ ਜਸਜੋਤ ਸਿੰਘ ਜੀ। ਹਾਂਜੀ ਸਰ, ਜਿਹੜਾ ਤੁਸੀਂ ਹੁਣੇ ਐਗਜ਼ਾਮਪਲ ਦਿੱਤਾ ਕਾਰ ਵਾਲਾ, ਹਾਂਜੀ ਸਰ ਇਹ 'ਚ ਜਿੱਦਾਂ ਤੇਜ਼ ਸਪੀਡ 'ਚ ਜਾ ਰਹੇ ਹੋਵੇ ਤਾਂ ਫੀਲ ਹੁੰਦਾ, ਜੇ ਸਰ ਆਪਾਂ ਬਿਲਕੁਲ ਹੌਲੀ ਟਰਨ ਲੈਂਦੇ ਆ ਫਿਰ ਤਾਂ ਫੀਲ ਨਹੀਂ ਹੁੰਦਾ। ਹਾਂ ਏਦਾਂ ਕੁਛ। ਬਿਲਕੁਲ, ਕਿਉਂਕਿ ਜਦੋਂ ਤੁਸੀਂ ਬਹੁਤ ਹੌਲੀ ਟਰਨ ਲੈਂਦੇ ਹੋ, ਕਿਉਂਕਿ ਬੇਸਿਕਲੀ ਕਾਰ ਨੇ ਰਿਕੁਆਇਰਮੈਂਟ ਤੇ ਫ੍ਰਿਕਸ਼ਨ ਲੈਣਾ ਸੜਕ ਤੋਂ, ਠੀਕ ਹੈ। ਜੋ ਹਾਂਜੀ ਸਰ। ਸੈਂਟੀਮੀਟਰ ਫੋਰਸ ਜਿਹੜਾ ਹੁੰਦਾ ਹੈ, ਸੈਂਟੀਮੀਟਰ ਫੋਰਸ ਕਿਹਦੇ ਬਰਾਬਰ ਹੁੰਦਾ ਹੈ, mv ਸਕੁਅਰ ਬਟਾ r। ਇਹ ਬੜੀ ਵਧੀਆ ਗੱਲ ਕੀਤੀ ਹੈ ਇਹਨੇ, ਦੇਖੋ ਜੀ ਤੁਹਾਨੂੰ ਮੈਂ ਦੱਸਦਾ ਕਿ ਕਿਉਂ ਵਧੀਆ ਗੱਲ ਕੀਤੀ ਹੈ। mv ਸਕੁਅਰ r ਦੇ ਵੀ ਦੇਖੋ, ਮਾਸ ਜਿਹੜਾ ਕਾਰ ਦਾ ਮੰਨ ਲਓ ਉਹ ਤਾਂ ਹਮੇਸ਼ਾ ਕਾਂਸਟੈਂਟ ਰਹਿੰਦਾ ਨਾ, ਬੰਦੇ ਤਾਂ ਬੈਠੇ ਜਿਹਨੇ ਬੈਠੇ ਆ, ਜਿੰਨਾ ਕਾਰ ਦਾ ਹੈਗਾ ਹੀ ਆ, ਠੀਕ ਆ, ਮੰਨ ਲੈਣੇ ਸਰ ਕਾਂਸਟੈਂਟ ਆ। ਇੱਕ ਤਾਂ ਹੁੰਦਾ ਮੋੜ ਕਿੱਦਾਂ ਦਾ ਆ, ਕਿ ਮੋੜ ਕਿੱਦਾਂ ਦਾ, ਜਿਵੇਂ ਕਈ ਵਾਰ ਅਗਲੇ ਪੇਜ ਤੇ ਸਮਝਾਣਾ, ਜਿਵੇਂ ਕਈ ਵਾਰ ਤਾਂ ਕਾਰ ਨੇ ਮੋੜ ਕੱਟਣਾ ਹੁੰਦਾ ਵੀ ਐ ਜਾ ਰਹੇ ਆ ਆਪਾਂ, ਤੇ ਕਈ ਵਾਰ ਤਾਂ ਮਤਲਬ ਮੋੜ ਐ ਹੁੰਦਾ ਆਪਾਂ ਬਹੁਤ ਜ਼ਿਆਦਾ ਮੋੜਦੇ ਇੱਧਰ ਨੂੰ ਚਲੇ ਜਾਂਦੇ ਸਿੱਧੇ ਬਸ। ਤਾਂ ਹੁਣ ਆ ਇਹਦੇ ਹਿਸਾਬ ਨਾਲ ਜਿਹੜਾ ਇਹਦਾ ਰੇਡੀਅਸ ਬਣੂਗਾ ਬਹੁਤ ਵੱਡਾ ਬਣੂਗਾ। ਤੇ ਕਈ ਵਾਰ ਕੀ ਹੁੰਦਾ, ਕਾਰ ਜਾ ਰਹੀ ਹੈ ਇਧਰੋਂ, ਇੱਥੇ ਤੱਕ ਆਈ, ਉਹਨਾਂ ਨੇ ਐ ਮੁੜਨਾ, ਇੱਧਰ ਨੂੰ ਜਾਣਾ। ਤਾਂ ਹੁਣ ਪਹਿਲੇ ਵਾਲੇ ਕੇਸ ਵਿੱਚ ਰੇਡੀਅਸ ਜ਼ਿਆਦਾ ਸੀਗਾ ਕਿ ਦੂਜੇ ਕੇਸ 'ਚ ਰੇਡੀਅਸ ਜ਼ਿਆਦਾ ਸੀਗਾ? ਪਹਿਲੇ ਵਾਲੇ ਕੇਸ ਜਿਹੜਾ ਰੇਡੀਅਸ ਆ ਉਹ ਜ਼ਿਆਦਾ ਹੈ, ਹਨਾ, ਮੋਰ ਰੇਡੀਅਸ। ਜਿੰਨਾ ਜ਼ਿਆਦਾ ਰੇਡੀਅਸ ਹੋਏਗਾ, ਜਿੰਨਾ ਜ਼ਿਆਦਾ ਰੇਡੀਅਸ ਹੋਏਗਾ ਉਨਾ ਹੀ ਸੈਂਟੀਮੀਟਰ ਫੋਰਸ ਦੀ ਲੋਡ कट होएगी। ਘੱਟ ਹੋਏਗੀ। ਇਸੇ ਲਈ ਉਹ ਘੱਟ ਲੋਡ ਹੋਏਗੀ ਤਾਂ ਉਹਦੇ ਟਾਇਰਸ ਵੀ ਉਹਨਾਂ ਘੱਟ ਹੀ ਸਕਿਡ ਕਰ ਰਹੇ ਹੁੰਦੇ ਆ ਉਧਰ ਨੂੰ, ਪਤਾ ਨਹੀਂ ਲੱਗਦਾ ਆਪਾਂ ਨੂੰ। ਤੇ ਇੱਕ ਹੋਰ ਗੱਲ ਜਿਹੜੀ ਵੈਲੋਸਿਟੀ ਦੀ ਹੈ, ਜਿਵੇਂ ਹੁਣੀ ਜਸਜੋਤ ਨੇ ਕਿਹਾ ਕਿ ਜੇ ਵੈਲੋਸਿਟੀ ਜ਼ਿਆਦਾ ਹੁੰਦੀ ਹੈ ਤਾਂ ਸੈਂਟੀਮੀਟਰ ਫੋਰਸ ਦੀ ਲੋਡ ज्यादा। ਤੇ ਉਹਦੇ ਲਈ ਉਹ ਜਿਹੜਾ ਸਕਿਡ ਕਰਦਾ ਹੈ ਉਹ ਆਪਾਂ ਨੂੰ ਪਤਾ ਲੱਗਦਾ ਹੈ। ਕਈ ਵਾਰ ਤਾਂ ਮਤਲਬ ਸਫੀਸ਼ੀਐਂਟ ਨਾ ਹੋਵੇ ਤਾਂ ਟਾਇਰ ਥੋੜੇ ਆਪਣੇ ਬਾਹਰ ਚਲੇ ਵੀ ਜਾਂਦੇ ਆ, ਕਿਉਂਕਿ ਜਦੋਂ ਬਹੁਤ ਜ਼ਿਆਦਾ ਆ ਨਾ, ਬਹੁਤ ਜ਼ਿਆਦਾ ਤੇਜ਼ੀ ਨਾਲ ਤੁਸੀਂ ਮੋੜ ਰਹੇ ਹੋ ਤਾਂ ਟਾਇਰ ਥੋੜੇ ਜਿਹੇ ਬਾਹਰ ਨੂੰ ਹੋ ਵੀ ਜਾਂਦੇ ਆ, ਫਿਸਲ ਵੀ ਜਾਂਦੀ ਹੈ ਕਾਰ ਬਾਹਰ ਨੂੰ। ਹਾਂਜੀ ਸਰ। ਤੇ ਬਾਈਕਰਸ ਦੇ ਤੱਕ ਇਹ ਕੰਮ ਅਸਲ ਵਿੱਚ ਬਾਈਕਰਸ ਨਾਲ ਜ਼ਿਆਦਾ ਹੁੰਦਾ ਹੈ, ਕਿਉਂਕਿ ਸੈਂਟਰੀਪੀਟਲ ਫੋਰਸ ਜਿਹੜਾ ਬਾਈਕ ਦੇ ਟਾਇਰਸ ਦੇ ਉਹਦੇ ਵਿੱਚ ਵੀ ਮਿਲਣਾ ਹੈ,
ਉਹ ਕਿਵੇਂ ਮਿਲਦਾ ਹੈ ਬੈਂਡਿੰਗ ਸਾਈਕਲਿਸ ਵਗੈਰਾ, ਉਹ ਮੈਂ ਦੱਸੂਗਾ ਤੁਹਾਨੂੰ। ਮੈਂ ਪਹਿਲਾਂ ਫਿਲਹਾਲ ਇੱਥੇ ਕਨਵਿੰਸ ਕਰ ਰਿਹਾ ਬਸ ਕਿ ਜੇ ਵੈਲੋਸਿਟੀ ਬਹੁਤ ਘੱਟ ਹੋ ਜੇ ਤੂੰ ਬਹੁਤ ਆਰਾਮ ਨਾਲ ਸਲੋ ਹੋ ਜਾਵੇਂ ਤੂੰ, ਜੇ ਤੇਰੇ ਜੇ ਵੈਲੋਸਿਟੀ ਬਹੁਤ ਸਲੋ ਹੋ ਗਈ ਤਾਂ ਸੈਂਟਰੀਪੀਟਲ ਫੋਰਸ ਦੀ ਲੋਡ ਵੀ ਤਾਂ ਘੱਟ ਹੀ ਰਹੇਗੀ ਨਾ, ਤਾਂ ਗੱਡੀ ਨੇ ਥੋੜੀ ਜਿਹਾ ਸਲਿਪ ਕਰਨ ਦੀ ਟੈਂਡੈਂਸੀ ਨਾਲ ਇਹ ਕੰਮ ਚਲਾ ਲੈਣਾ, मतलब टेंडेंसी होगी स्लिप करेगी नहीं पर। हाँ जी सर ओके ठीक है ना, इसलिए जेडे आंदे बहुत तेज उड़दे हुए ते ਉਹ ਸੈਂਟੀਮੀਟਰ ਫੋਰਸ ਪ੍ਰੋਵਾਈਡ ਨਹੀਂ ਹੁੰਦਾ ਤਾਂ ਉਹਨਾਂ ਦਾ ਰੇਡੀਅਸ ਵੱਡਾ ਹੋ ਜਾਂਦਾ ਆ ਆਟੋਮੈਟਿਕਲੀ। ਇਹ ਗੱਲ ਜਿਹੜੀ ਮੈਂ ਹੁਣੀ ਦੱਸ ਰਿਹਾ ਸੀ ਜਦੋਂ ਮੈਂ ਪਿਛਲੇ ਪੇਜ ਵਿੱਚ ਗੱਲ ਕਰ ਰਿਹਾ ਸੀ ਕਿ ਜੇ mv²/r, ਕਿਉਂਕਿ ਦੇਖੋ ਪਹਿਲੀ ਗੱਲ ਤਾਂ ਇਹ ਕਿ mv²/r ਤਾਂ ਆਪਾਂ ਨੂੰ ਲੋਡ ਆ, ਹਾਂ ਉਹ ਲੋਡ ਪੂਰੀ ਕਿਵੇਂ ਕਰਨੀ ਆ, ਫ੍ਰਿਕਸ਼ਨ ਨੇ ਕਰਨੀ ਆ। ਹੁਣ ਫ੍ਰਿਕਸ਼ਨ ਪੂਰੀ ਕਰ ਲੂਗਾ, ਫ੍ਰਿਕਸ਼ਨ ਕੋਈ ਇਹ ਥੋੜੀ ਪੂਰੀ ਕਰ ਹੀ ਲਊਗਾ ਹਮੇਸ਼ਾ, ਤੇ ਕਈ ਵਾਰ ਫ੍ਰਿਕਸ਼ਨ ਪੂਰੀ ਨਹੀਂ ਵੀ ਕਰ ਪਾਉਂਦਾ। ਜਦੋਂ ਨਹੀਂ ਪੂਰੀ ਕਰ ਪਾਉਂਦਾ ਤਾਂ ਕੀ ਹੁੰਦਾ, ਮੈਂ ਤੁਹਾਨੂੰ ਇੱਥੇ ਸਮਝਾ ਰਿਹਾ। ਇੱਧਰ ਦੇਖੋ ਆ ਰਿਹਾ, ਇੱਥੇ ਮੈਂ ਤੁਹਾਨੂੰ ਸਮਝਾ ਰਿਹਾ ਸੀ ਜਸਜੋਤ, ਆ ਗੱਲ ਪਤਾ ਲੱਗੀ ਸੀ ਕਿ ਜੇ ਸੈਂਟੀਮੀਟਰ ਫੋਰਸ ਇਹਦੇ ਬਰਾਬਰ ਹੋਊਗਾ ਤਾਂ ਉਹ ਇਸੇ ਸਰਕਲ ਚ ਘੁੰਮੀ ਜਾਊਗਾ। ਜੇ ਇਹ ਸੈਂਟੀਮੀਟਰ ਫੋਰਸ ਲੋਡ ਨਾਲੋਂ ਜ਼ਿਆਦਾ ਹੋ ਗਿਆ, ਯਾਨੀ ਕਿ ਅਸਲੀ ਜਿਹੜਾ ਉਹ mv²/r ਨਾਲੋਂ ਜ਼ਿਆਦਾ ਹੋ ਗਿਆ ਤਾਂ ਉਹ r ਰੇਡੀਅਸ ਨਹੀਂ ਘੁੰਮੇਗੀ ਬੋਡੀ, ਉਹ ਛੋਟੇ ਰੇਡੀਅਸ ਚ ਘੁੰਮੇਗੀ, ਹੈ ਨਾ। ਹਾਂਜੀ ਸਰ। ਤੇ ਜੇ ਉਹ ਲੋਡ ਨਾਲੋਂ ਘੱਟ ਹੋ ਗਿਆ ਤਾਂ ਫਿਰ ਬਾਹਰ ਨੂੰ ਜਾਏਗੀ, ਬਾਹਰ ਨੂੰ ਜਾਏਗੀ, ਵੱਡੇ ਰੇਡੀਅਸ ਚ ਮਤਲਬ ਘੁੰਮੇਗੀ, ਵੱਡੇ ਰੇਡੀਅਸ ਚ। ਹਾਂਜੀ ਸਰ। ਤਾਂ ਹੁਣ ਹੁੰਦਾ ਕੀ ਹੈ ਅਸਲ ਵਿੱਚ, ਸੈਂਟਰੀਪੀਟਲ ਫੋਰਸ ਦੀ ਰਿਕੁਆਇਰਮੈਂਟ ਹੈਗੀ ਹੈ mv²/r, ਇਹਨੂੰ ਮੈਂ mv²/r ਲਿਖ ਰਿਹਾ ਤਿੰਨੋਂ ਕੇਸਿਸ ਚ। ਪਰ ਜਿਹੜਾ ਫੋਰਸ ਤੁਸੀਂ ਅਪਲਾਈ ਕਰਨਾ ਉਹਨੂੰ ਜਾਂ ਉਹਨੂੰ ਦੇਣਾ ਉਹ ਤਾਂ ਬਾਹਰੋਂ ਮਿਲਦਾ ਨਾ, ਬਾਅਦ ਵਿੱਚ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ, ਕਦੀ ਉਹ ਕੂਲਮ ਫੋਰਸ ਹੁੰਦਾ ਹੈ, ਕਦੀ ਗ੍ਰੈਵਿਟੇਸ਼ਨਲ ਫੋਰਸ ਹੁੰਦਾ, ਕਦੀ ਟੈਂਸ਼ਨ ਇੰਡਸਟਰਿੰਗ ਹੁੰਦੀ ਹੈ, ਤੁਹਾਨੂੰ ਕੀ ਪਤਾ ਉਹ ਕੀ ਹੈ, ਹਨਾ। ਸੋ ਜਿਹੜਾ ਅਪਲਾਈਡ ਫੋਰਸ ਆਇਆ, ਜਿਹੜਾ ਅਵੇਲੇਬਲ ਫੋਰਸ ਆ, ਅਵੇਲੇਬਲ ਫੋਰਸ ਮੈਂ ਕਹਿ ਰਿਹਾ ਇੱਥੇ, ਅਵੇਲੇਬਿਲਿਟੀ ਕਿੱਥੋਂ ਵੀ ਹੋ ਸਕਦੀ ਹੈ, ਜਿਹੜਾ ਅਵੇਲੇਬਲ ਫੋਰਸ ਆ ਉਹ ਜੇ ਤਾਂ ਇਹਦੇ ਬਰਾਬਰ ਹੀ ਹੈ ਤਾਂ ਉਹ ਬਾਡੀ r ਰੇਡੀਅਸ ਦੇ ਵਿੱਚ ਇਸੇ ਵੈਲੋਸਿਟੀ ਦੇ ਨਾਲ ਸੁਖੀ ਸਾਂਦੀ ਘੁੰਮਦੀ ਰਹੇਗੀ ਉੱਥੇ। ਠੀਕ ਹੈ ਗੱਲ, ਇਹ ਆਪਾਂ ਕਰ ਚੁੱਕੇ ਨਾ, ਯੂਨੀਫਾਰਮ ਸਰਕੂਲਰ ਮੋਸ਼ਨ ਪੜਿਆ, ਉਹਦੇ ਚੋਂ ਐਕਸਲਰੇਸ਼ਨ ਕੱਢੀ ਤੇ ਫਿਰ ਆਪਾਂ ਉਹਦੇ ਚੋਂ ਫੋਰਸ ਕੱਢਿਆ। ਜੇ ਅਵੇਲੇਬਲ ਫੋਰਸ mv²/r ਨਾਲੋਂ ਜ਼ਿਆਦਾ ਹੋਇਆ ਤਾਂ ਬੋਡੀ ਜਿਹੜੀ ਆ ਉਹ ਉਸ ਰੇਡੀਅਸ ਚ ਘੁੰਮ ਹੀ ਨਹੀਂ ਸਕਦੀ। ਹੁਣ ਤਾਂ ਉਹ ਬੋਡੀ ਜ਼ਿਆਦਾ ਫੋਰਸ ਮਿਲਣ ਦੇ ਕਰਕੇ ਉਹ ਜ਼ਿਆਦਾ ਅੰਦਰ ਨੂੰ ਬੈਂਡ ਹੋਏਗੀ ਤੇ ਉਹਦੇ ਕਰਕੇ ਜਿਹੜਾ ਲੈਸਰ ਰੇਡੀਅਸ ਦੇ ਵਿੱਚ ਘੁੰਮੇਗੀ ਜਾਂ ਘੁੰਮਣ ਦੀ ਟੈਂਡੈਂਸੀ ਹੋਏਗੀ, ਹੈ ਕਿ ਨਹੀਂ। ਤੇ ਜੇ ਅਵੇਲੇਬਲ ਫੋਰਸ ਘੱਟ ਹੋਇਆ ਤਾਂ ਲਾਰਜਰ ਰੇਡੀਅਸ ਚ ਘੁੰਮਣ ਦੀ। ਕਲੀਅਰ ਹੈ ਗੱਲ ਇੱਥੇ ਤੱਕ ਜਸਜੋਤ? ਹਾਂਜੀ ਸਰ। ਹੁਣ ਮੰਨ ਲੈ ਕਿ ਹਾਂਜੀ ਸਰ। ਮੰਨ ਲੈ ਇੱਕ ਬੰਦਾ ਆ, ਉਹ ਬੰਦਾ ਇੱਥੋਂ ਜਾ ਰਿਹਾ, ਇੱਕ ਮੋੜ ਹੈ, ਆ ਮੋੜ ਉਹਨੇ ਮੁੜਨਾ ਹੈ, ਤੇ ਜਿਹੜਾ ਬੰਦਾ ਆ ਉਹ ਬਹੁਤ ਮਤਲਬ ਨਵਾਂ ਉਹਨੇ ਮੋਟਰਸਾਈਕਲ ਲਿਆ ਵਾ 220 cc ਵਾਲਾ ਜਾਂ 250 cc ਵਾਲਾ, ਤੇ ਉਹਦਾ ਬਸ ਫ੍ਰਿਕਸ਼ਨ ਵਾਲਾ ਚੈਪਟਰ ਉਹਨੂੰ ਪੜਾਇਆ ਨਹੀਂ ਕਿਸੇ ਨੇ। ਉਹ ਭਾਈ ਸਾਹਿਬ ਨੇ ਕੀ ਕੀਤਾ, ਵੈਲੋਸਿਟੀ ਖਿੱਚੀ ਹੋਈ ਹੈ ਪੂਰੀ, ਤੇਜ਼ ਕਰਦਾ ਆ ਰਿਹਾ, ਬਲਕਿ ਵੈਲੋਸਿਟੀ ਮਤਲਬ ਬਹੁਤ ਜ਼ਿਆਦਾ ਵੈਲੋਸਿਟੀ ਹੈ, ਬਹੁਤ ਜ਼ਿਆਦਾ ਵੈਲੋਸਿਟੀ ਨਾਲ ਉਹ ਆ ਰਿਹਾ, ਤੇ ਉਹਦੇ ਟਾਇਰ ਕਿਸੇ ਹੋਏ ਨੇ ਮੰਨ ਲਓ, ਜਾਂ ਉਹਦੇ ਟਾਇਰ ਕਿਸੇ ਹੋਏ ਨੇ, ਜਾਂ ਫਿਰ ਟਾਇਰ ਤੇ ਮੰਨ ਲਓ ਨਾਲ ਨਹੀਂ ਵੀ ਕਿਸੇ ਹੋਏ, ਤਾਂ ਜਿੰਨਾ ਕਿ ਫ੍ਰਿਕਸ਼ਨ ਉਹ ਮੈਕਸਿਮਮ ਲੈ ਸਕਦੀ ਹੈ ਬੋਡੀ ਸੜਕ ਤੋਂ, ਟਾਇਰ ਤੇ ਸੜਕ ਦੇ ਵਿੱਚ ਜਿੰਨਾ ਹੈਗਾ ਉਹਦੇ weight ਤੇ ਉਹਦੇ ਹਿਸਾਬ ਨਾਲ ਮਿਲੇਗਾ ਉਹਨੂੰ। ਉਹ ਮੰਨ ਲਓ ਨਾ ਉਹ ਫ੍ਰਿਕਸ਼ਨ ਮਿਲ ਸਕਦਾ ਹੈ, ਮੰਨ ਲਓ ਇਥੋਂ ਜਸਟ ਮੈਂ ਐਗਜ਼ਾਮਪਲ ਲੈ ਰਿਹਾ, ਮੰਨ ਲਓ 250 ਨਿਊਟਨ ਫ੍ਰਿਕਸ਼ਨ ਦੀ ਮੈਕਸਿਮਮ ਵੈਲਿਊ ਮਿਲ ਸਕਦੀ, ਮਤਲਬ ਮਿਊ ਨੂੰ r ਨਾਲ ਮਲਟੀਪਲਾਈ ਕਰ ਕੇ ਆਇਆ ਸਾਰਾ ਕੁਝ ਕਰਕੇ। ਹੁਣ ਬੰਦਾ ਜਿਹੜਾ ਵੈਲੋਸਿਟੀ ਨਾਲ ਆ ਰਿਹਾ v, ਤੇ ਇਸ ਬੰਦੇ ਨੇ ਜਿਹੜਾ ਮੋੜ ਕੱਟਣਾ ਹੈ ਇੱਥੋਂ, ਹੈਨਾ, ਉਹ ਮੋੜ ਜਿਹੜਾ ਕੱਟਣਾ, ਮੋੜ ਦਾ ਕਰਵੇਚਰ ਹੈ, ਕਰਵੇਚਰ ਦਾ ਰੇਡੀਅਸ ਮੰਨ ਲਓ ਹੈਗਾ, ਠੀਕ ਹੈ। ਤੇ ਬੰਦੇ ਦਾ ਜਿਹੜਾ ਮਾਸ ਹੈਗਾ ਮੋਟਰਸਾਈਕਲ ਸਣੇ ਬੰਦੇ ਦਾ ਤੇ ਮੋਟਰਸਾਈਕਲ ਦਾ, ਉਹ ਹੈਗਾ ਮੰਨ ਲਓ m, ਤਾਂ ਇਸ ਨੂੰ ਇੱਥੇ ਸੈਂਟਰੀਪੀਟਲ ਫੋਰਸ ਦੀ ਲੋਡ ਆ, ਤੇ ਸੈਂਟਰੀਪੀਟਲ ਫੋਰਸ ਦੀ ਲੋਡ ਕੀ ਹੁੰਦੀ ਹੈ mv²/r। ਹੁਣ ਉਹ ਵੈਲੋਸਿਟੀ ਬਹੁਤ ਜ਼ਿਆਦਾ ਲੈ ਕੇ ਆ ਰਿਹਾ ਪਿੱਛੋਂ, ਇੰਨੀ ਜ਼ਿਆਦਾ ਲੈ ਕੇ ਆ ਰਿਹਾ ਕਿ ਜਿਹੜਾ mv²/r ਆ, ਜਿਹੜੀ ਅਵੇਲੇਬਿਲਿਟੀ ਆ, ਜਿਹੜੀ ਚਾਹੀਦੀ ਆ, ਜਿਹੜੀ ਰਿਕੁਆਇਰਮੈਂਟ ਆ, ਉਹ ਮੰਨ ਲਓ ਹੋਗੀ 350 ਨਿਊਟਨ।
ਤੇ ਫ੍ਰਿਕਸ਼ਨ ਕਿੰਨਾ ਪ੍ਰੋਵਾਈਡ ਕਰ ਪਾ ਰਿਹਾ? 250 ਨਿਊਟਨ। ਤੇ ਹੁਣ ਉਹਨੂੰ ਜਿਹੜਾ ਫੋਰਸ ਲੱਗ ਰਿਹਾ ਜਿਹੜੇ ਉਹ ਜਿਹੜਾ ਅਵੇਲੇਬਿਲਿਟੀ ਹੈ, ਜਿਹੜੀ ਅਵੇਲੇਬਿਲਿਟੀ ਹੈ ਫ੍ਰਿਕਸ਼ਨ ਆ ਵਾਲੀ, ਦਿਸ ਇਜ਼ ਦਾ ਅਵੇਲੇਬਿਲਿਟੀ ਨਾ, ਅਵੇਲੇਬਿਲਿਟੀ mv r ਦੀ ਵੈਲਿਊ ਨਾਲੋਂ ਘੱਟ ਆ, ਤਾਂ ਇਹ ਬੰਦਾ ਜਿਹੜਾ ਜਾਏਗਾ ਇਹ ਲਾਰਜਰ ਰੇਡੀਅਸ ਵੱਲ ਜਾਣ ਦੀ ਕੋਸ਼ਿਸ਼ ਕਰੇਗਾ। ਫਿਰ ਹਾਂਜੀ ਸਰ। ਇਸ ਰੇਡੀਅਸ ਚ ਘੁੰਮੇਗਾ ਨਹੀਂ, ਉਹ ਲਾਰਜਰ ਰੇਡੀਅਸ ਦੇ ਚੱਕਰ ਚ ਆ ਕੇ ਇੱਥੇ ਵੱਜੇਗਾ, ਫਿਰ ਅਗਲੇ ਦਿਨ ਅਖਬਾਰ ਚ ਆਏਗਾ। ਕਲੀਅਰ ਹੋਈ? ਹਾਂਜੀ ਸਰ। ਯਾਨੀ ਕਿ ਫ੍ਰਿਕਸ਼ਨ ਨੇ ਪ੍ਰੋਵਾਈਡ ਕਰਨਾ ਹੈ ਤੈਨੂੰ, ਫ੍ਰਿਕਸ਼ਨ ਨੇ ਜਿੰਨਾ ਮੈਕਸਿਮਮ ਪ੍ਰੋਵਾਈਡ ਕਰਨਾ ਉਹ ਤਾਂ ਤੁਸੀਂ ਕੈਲਕੂਲੇਟ ਕਰ ਲੈਣਾ, ਫ੍ਰਿਕਸ਼ਨ ਇੰਨਾ ਹੈ ਜੀ, ਇੰਨਾ। ਪਰ ਜੇ ਤੁਸੀਂ ਫ੍ਰਿਕਸ਼ਨ ਦੀ ਪੂਰਾ ਇਸਤੇਮਾਲ ਕਰਕੇ ਅੱਛਾ, ਜੇ ਉਹ ਸਲੋ ਆਵੇ, ਆਰਾਮ ਨਾਲ ਆਵੇ, ਤੇ ਆਰਾਮ ਨਾਲ ਜੇ v ਘੱਟ ਹੋ ਜਾਵੇ, ਇੱਥੇ v ਘੱਟ ਹੋ ਜਾਵੇ, v ਸਲੋ ਹੋ ਜਾਵੇ, ਤਾਂ ਉਹਦਾ ਜਿਹੜਾ ਆ ਜਿਹੜੀ ਅਵੇਲੇਬਿਲਿਟੀ ਵੈਲਿਊ ਕੀ ਪਤਾ ਉਹ 250 ਤੋਂ ਨੀਚੇ ਆ ਜਾਵੇ, ਜਾਂ 240 ਜਾਂ 45 ਜਾਂ 248 ਨਿਊਟਨ ਆ ਜਾਵੇ, ਮੰਨ ਲਓ ਜੇ v ਸਲੋ ਹੋ ਗਈ ਤਾਂ, ਹੈਨਾ। ਹਾਂਜੀ ਸਰ। ਫ੍ਰਿਕਸ਼ਨ 250 ਨਿਊਟਨ ਮਿਲ ਸਕਦਾ ਹੈ ਮੈਕਸਿਮਮ, ਤੇ ਆਪਾਂ ਨੂੰ ਜ਼ਰੂਰੀ ਨਹੀਂ ਕਿ ਹਮੇਸ਼ਾ ਮੈਕਸਿਮਮ ਦੀ ਲੋੜ ਪਵੇ, ਫ੍ਰਿਕਸ਼ਨ ਉਸ ਤੋਂ ਘੱਟ ਨਾਲ ਹੀ ਸਰ ਜਾਏਗਾ ਆਪਣਾ, ਤਾਂ ਇੱਥੇ ਫਿਰ ਇਹ ਆਰਾਮ ਨਾਲ ਸੁੱਖੀ ਸੰਦੀ ਮੁੜ ਜਾਏਗਾ। ਇਸ ਲਈ ਮੋਡ ਤੇ ਕੀ ਕਰਨਾ ਚਾਹੀਦਾ? ਸਲੋ ਹੋ ਜਾਣਾ ਚਾਹੀਦਾ ਕਿ ਨਹੀਂ? ਸਲੋ ਹੋ ਜਾਣਾ ਚਾਹੀਦਾ। ਹਾਂ, ਇਸ ਲਈ ਆਪਾਂ ਗੱਡੀ ਦੀ ਇੱਕ ਟੈਂਡੈਂਸੀ ਹੁੰਦੀ ਹੈ ਹਰ ਡਰਾਈਵਰ ਦੇ ਵਿੱਚ ਕਿ ਜਦੋਂ ਮੋੜ ਆਂਦਾ ਉਹ ਗੱਡੀ ਥੋੜੀ ਸਲੋ ਡਾਊਨ ਕਰਦਾ ਆ, ਸਲੋ ਕਰਕੇ ਗੱਡੀ ਮੋੜਦਾ ਹੈ, ਕਿਉਂ? ਤਾਂ ਕਿ ਗੱਡੀ ਦੇ ਟਾਇਰਾਂ ਦੇ ਵਿੱਚ ਤੇ ਜਿਹੜੇ ਮਤਲਬ ਸੜਕ ਦੇ ਵਿੱਚ ਫ੍ਰਿਕਸ਼ਨ ਮਿਲ ਸਕੇ। ਹੁਣ ਦੱਸ। ਹਾਂਜੀ ਸਰ, ਆ ਗਿਆ ਸਮਝ। ਠੀਕ ਹੈ। ਹਾਂਜੀ ਸਰ, ਇੱਕ ਗੱਲ ਹੋਰ ਕਰਨੀ ਸੀਗੀ। ਹਾਂਜੀ ਬੋਲੋ। ਜਿੱਦਾਂ ਮੈਂ ਨੋਟ ਕੀਤਾ, ਜਿੱਦਾਂ ਬਾਈਕ ਰੇਸਿਸ ਹੁੰਦੀ ਹੈ ਨਾ, ਕੀ ਹੁੰਦੀ ਹੈ? ਸਰ ਮੋਟਰਸਾਈਕਲਾਂ ਦੀ ਰੇਸਾਂ ਹੁੰਦੀਆਂ, ਹਾਂ। ਉਹਨਾਂ 'ਚ ਸਰ ਜਿੱਦਾਂ ਸਪੀਡ 'ਚ ਜਾ ਰਹੇ ਹੁੰਦੇ ਆ, ਫਿਰ ਉਹ ਬਾਈਕ ਨੂੰ ਝੁਕਾ ਦਿੰਦੇ, ਜਿੰਨੀ ਜ਼ਿਆਦਾ ਸਪੀਡ ਰੱਖਦੇ ਉਹਨਾਂ ਝੁਕਾ ਦਿੰਦੇ ਆ। ਹਾਂ ਬਿਲਕੁਲ, ਇੱਕ ਸਾਈਡ ਨੂੰ। ਹਾਂ ਉਹ ਕਾਹਤੋਂ ਹੁੰਦੀ? ਇਹ ਆਪਾਂ ਕਰਾਂਗੇ ਗੱਲ, ਆਹੀ ਗੱਲ ਕਰਾਂਗੇ। ਉਹ ਕਿਉਂ ਝੁਕਾ ਦਿੰਦੇ ਆ? ਕਿਉਂਕਿ ਉਹ ਜੇ ਵੈਲੋਸਿਟੀ ਘਟਾਣਗੇ ਤਾਂ ਕੀ ਹਾਂਜੀ ਸਰ। ਰੇਡੀਅਸ ਸੌਰੀ ਜਿਹੜੀ ਵੈਲੋਸਿਟੀ ਘਟਾਣਗੇ ਤਾਂ ਰੇਸ ਹੀ ਹਾਰ ਜਾਣਗੇ। ਹਾਂਜੀ ਸਰ। ਹਨਾ, ਹੁਣ ਉਹਨਾਂ ਨੇ ਮੁੜਨਾ ਤੇ ਉਹਦੇ ਵਿੱਚ ਫ੍ਰਿਕਸ਼ਨ ਦੇ ਕਰਕੇ ਜਿਹੜਾ ਜਿੰਨਾ ਮਿਲਣਾ ਉਹ ਤਾਂ ਉਨਾ ਹੀ ਮਿਲ ਸਕਦਾ ਹੈ। ਤਾਂ ਇੱਥੇ ਉਹ ਇੱਕ ਚੀਜ਼ ਹੋਰ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਪਾਸੇ ਨੂੰ ਮੁੜਨ ਦੇ ਵਿੱਚ, ਤਾਂ ਕਿ ਫ੍ਰਿਕਸ਼ਨ ਤੋਂ ਇਲਾਵਾ ਕੋਈ ਹੋਰ ਹੈਲਪ ਵੀ ਕਰ ਰਿਹਾ ਹੋਵੇ ਉਹਨਾਂ ਦੀ। ਕੌਣ ਹੈਲਪ ਕਰ ਰਿਹਾ ਹੋਵੇ? ਹਾਂਜੀ ਸਰ। ਪੂਰੀ ਡਿਟੇਲ ਚ ਵੀ ਦੱਸਣਾ ਆ। ਜਸਟ ਚਲੋ ਹੁਣੀ ਮੈਂ ਇੱਕ ਪਿਕਚਰ ਦਿਖਾਣਾ ਤੁਹਾਨੂੰ, ਰੁਕ ਜਾ ਇੱਕ ਮਿੰਟ, ਜਸਟ ਹੁਣੀ ਦਿਖਾ ਦਵਾਂ, ਕੋਈ ਗੱਲ ਨਹੀਂ ਵਿੱਚ ਹੀ, ਤੇ ਫਿਰ ਆਪਾਂ ਅੱਗੇ ਗੱਲ ਕੰਟੀਨਿਊ ਕਰਾਂਗੇ। ਆ ਦੇਖ, ਸਾਈਕਲ ਤੇ ਆਪਾਂ ਸਮਝਾਉਣ ਜਾ ਰਹੇ ਹਾਂ ਉਹੀ ਗੱਲ, ਜਿਵੇਂ ਸਾਈਕਲ ਆ, ਹਾਂਜੀ ਚਲਾ ਜੇ ਸਿੱਧਾ ਚਲਾਵੇ ਸਾਈਕਲ ਤਾਂ ਐ ਚਲਾ, ਹਾਂਜੀ ਸਰ। ਠੀਕ ਆ, ਪਰ ਉਹਨੇ ਮੁੜਨਾ ਆ, ਇੱਧਰ ਮੁੜਨਾ ਉਹਨੇ, ਠੀਕ ਆ, ਐ ਮੁੜਨਾ, ਐ ਕਰਕੇ, ਠੀਕ ਆ। ਤੇ ਉਹ ਸਾਈਕਲ ਉਹਨੇ ਜਦੋਂ ਉਹਨੇ ਸਾਈਕਲ ਬੈਂਡ ਕਰ ਲੈਂਦਾ ਨਾ, ਉਹ ਤਾਂ ਬੈਂਡ ਕਰਨ ਨਾਲ ਉਹਦਾ ਜਿਹੜਾ ਨਾਰਮਲ ਰਿਐਕਸ਼ਨ ਹੁੰਦਾ ਆ ਉਹ ਇੱਧਰ ਨੂੰ ਆ ਜਾਂਦਾ ਨਾਰਮਲ ਇੱਥੋਂ, ਕਿਉਂਕਿ ਸਰਫੇਸ ਤੇ ਉਹ ਸਿੱਧਾ ਕੰਟੈਕਟ ਨਹੀਂ ਨਾ ਰਹਿ ਗਿਆ ਉਹਨਾਂ ਤੇ, ਐ ਟੇਢਾ ਕੰਟੈਕਟ ਹੋ ਗਿਆ ਉਹਦਾ, ਤਾਂ ਉਹਦਾ ਐ ਉਹਦਾ ਨਾਰਮਲ ਰਿਐਕਸ਼ਨ ਉੱਪਰ, ਉਹ ਨਾਰਮਲ ਰਿਐਕਸ਼ਨ ਦੇ ਦੋ ਕੰਪੋਨੈਂਟ ਬਣ ਗਏ, ਇੱਕ ਤਾਂ r cos ਥੀਟਾ ਤੇ ਇੱਕ r sin ਥੀਟਾ, ਠੀਕ ਹੈ ਨਾ। ਤੇ ਜਿਹੜਾ ਇਹ r sin ਥੀਟਾ ਹੈਗਾ ਵਾ ਇੱਥੇ, ਹਨਾ, ਜਿਹੜੇ ਉਹਦਾ ਨਾਰਮਲ ਰਿਐਕਸ਼ਨ ਦਾ ਕੰਪੋਨੈਂਟ ਆ, ਉਹ ਕੰਪੋਨੈਂਟ ਹੀ ਉਹਨੂੰ mv² r ਪ੍ਰੋਵਾਈਡ ਕਰਨ ਲਾਇਕ ਬਣ ਜਾਂਦਾ ਸਮ ਟਾਈਮਸ। ਪਰ ਉੱਥੇ ਗਲਤੀ ਹੋ ਜਾਂਦੀ ਉਹਨਾਂ ਤੋਂ, ਕਈ ਵਾਰੀ ਬਾਈਕਰ ਦੇਖਿਆ ਬਾਅਦ ਚ ਮਤਲਬ ਉੱਡਦੇ ਵੀ ਜਾਂਦੇ, ਬਾਅਦ ਚ ਐਕਸੀਡੈਂਟ ਵੀ ਬਹੁਤ ਤਗੜੇ ਹੁੰਦੇ ਉਹਨਾਂ ਦੇ, ਕਿਉਂਕਿ ਉਹ ਬਿਲਕੁਲ ਉਹ ਕਹਿੰਦੇ ਮੈਕਸਿਮਮ ਕਰਕੇ ਮੈਂ ਕਰਾਂ ਕਿ ਮੇਰਾ ਉਹ ਹੋ ਜਾਵੇ ਕਿ ਵੀ ਉਹ ਤੋਂ ਥੋੜੀ ਜਿਹੀ ਵੀ ਵੈਲੋਸਿਟੀ ਘਟਾਵਾਂ ਨਾ, ਜਿਹੜਾ ਤਾਂ ਉਸ ਅੰਦਾਜ਼ੇ ਨੂੰ ਸਹੀ ਲਗਾ ਗਿਆ, ਜਿਹੜਾ ਉਹ ਵੈਲੋਸਿਟੀ ਨੂੰ ਮੇਨਟੇਨ ਨਹੀਂ ਕਰ ਪਾਇਆ ਤੇ r sin ਥੀਟਾ ਮਿਲ ਕੇ mv² r ਦੇ ਬਰਾਬਰ ਨਹੀਂ ਹੋ ਪਾਇਆ ਗਿਆ, ਜਾਂ ਬੈਲੈਂਸ ਖਰਾਬ ਹੋਇਆ ਤਾਂ ਵੀ ਗਿਆ, ਠੀਕ ਹੈ। ਹਾਂ, ਮੈਂ ਸਮਝਾਉਂਗਾ ਤੁਹਾਨੂੰ ਡਿਟੇਲਸ, ਮੈਂ ਤਾਂ ਵੈਸੇ ਤੁਹਾਨੂੰ ਫੋਟੋ ਦਿਖਾਉਣ ਲੱਗ ਗਿਆ ਵਹੀਂ, ਠੀਕ ਹੈ, ਬਟ ਆਪਾਂ ਇਹਦੀ ਡਿਟੇਲ ਚ ਗੱਲ, ਹਾਂਜੀ ਕੋਈ ਗੱਲ ਨਹੀਂ, ਸਮਝ ਆ ਗਿਆ ਸਰ। ਸੋ ਉਹ ਮੁੜ ਕੇ ਆਪਣੇ ਨਾਰਮਲ ਰਿਐਕਸ਼ਨ ਮੋਡਲ ਦੀ ਗੱਲ ਕਰਦੇ ਨੇ। ਇਸ ਤਰ੍ਹਾਂ ਕਾਰ ਨਹੀਂ ਮੁੜ ਸਕਦੀ ਹੈ, ਕਾਰ ਥੋੜੀ ਬੈਂਡ ਹੋ ਸਕਦੀ ਹੈ ਇੱਧਰ ਨੂੰ। ਹਾਂਜੀ ਸਰ। ਮੈਂ ਦੇਖਿਆ ਅੱਜ ਕੱਲ ਸਟੰਟਮੈਨ ਜਿਹੜੇ ਕਰਦੇ ਆ, ਮਤਲਬ ਚਲੋ ਗੱਲ ਡਿਫਰੈਂਟ ਆ ਵੀ ਉਹ ਐ ਕਰ ਪਾਉਂਦੇ ਕੋਈ, ਪਰ ਆਪਾਂ ਨੂੰ ਤਾਂ ਆਪਾਂ ਆਹੀ ਕਹਿਣਾ ਚਾਹੀਦਾ, ਡੋਂਟ ਟਰਾਈ ਦਿਸ ਐਟ ਹੋਮ, ਠੀਕ ਹੈ ਨਾ। ਸ਼ਕਤੀਮਾਨ ਨਹੀਂ ਬਣਨਾ ਚਾਹੀਦਾ ਕਿਸੇ ਨੂੰ।
ਸੋ ਹੁਣ ਮੈਂ ਤੁਹਾਨੂੰ ਆਹੀ ਗੱਲ ਕਰਾਣੀ, ਮੈਂ ਚਲੋ ਥੋੜਾ ਜਿਹਾ ਇਹਦੇ ਵਿੱਚ ਹੁਣ ਡਿਸਕਸ ਕਰ ਦੇਣਾ, ਥੋੜਾ ਜਿਹਾ ਟਾਈਮ ਰਹਿ ਗਿਆ। ਕਿੰਨਾ ਟਾਈਮ ਕਿੰਨਾ ਹੋਇਆ ਦੇਖਿਓ ਸਕਰੀਨ ਤੇ ਹੀ, 10:45 10:45। ਠੀਕ ਆ, ਆਪਾਂ ਇੱਥੇ ਡਿਸਕਸ ਕਰਦੇ ਹਾਂ, ਥੋੜਾ ਈਜ਼ੀ ਵੀ ਹੈ, ਗੱਲ ਸਮਝ ਵੀ ਆ ਰਹੀ ਹੈ, ਕੋਈ ਏਡੀ ਵੱਡੀ ਗੱਲ ਨਹੀਂ। ਕਿਉਂਕਿ ਹੁਣ ਮੈਂ ਅੱਗੇ ਤੋਂ ਜਿਹੜਾ ਕੱਲ ਦੀ ਤੁਹਾਡਾ ਪੇਪਰ ਹੋ ਜਾਣਾ ਵਾ, ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਉਹ ਪ੍ਰੋਬਲਮਸ ਨੂੰ ਲੈ ਕੇ ਵੀ ਗੱਲ ਕਰਨੀ, ਲਾਜ਼ ਆਫ ਮੋਸ਼ਨ ਨੂੰ ਲੈ ਕੇ, ਇਹਦੀਆਂ ਵੀ ਆਪਾਂ ਐਚਸੀ ਫਰਮਾ ਚੋਂ ਹੀ ਕਰਾਂਗੇ, ਪੂਰਾ ਫ੍ਰਿਕਸ਼ਨ ਵਧੀਆ ਕਵਰ ਕਰਾਂਗੇ, ਚੰਗੀ ਤਰ੍ਹਾਂ ਕਰਾਂਗੇ ਇਹਨੂੰ। ਕੋਈ ਇੱਕ ਅੱਧਾ ਚੈਪਟਰ ਇਹ ਜਿਹਾ ਹੁਣ ਆਪਾਂ ਪੂਰਾ ਕਰ ਲਿਆ ਨਾ ਜੇ ਚੰਗੀ ਤਰ੍ਹਾਂ, ਤੁਹਾਨੂੰ ਆਪਣੇ ਆਪ ਨੂੰ ਸਵਾਦ ਆਇਆ ਨਾ ਕਿ ਵੀ ਹਾਂ ਵੀ ਹੁਣ ਸਾਨੂੰ ਗੱਲਾਂ ਪਤਾ ਲੱਗਣ ਲੱਗ ਗਈਆਂ ਨੇ। ਆ ਦੇਖੋ ਹੁਣ ਇੱਥੇ ਮੈਂ ਇਹਦੇ ਵਿੱਚ ਡਿਸਕਸ ਕਰ ਦਿੰਦਾ। देखो सर्कुलर मोशन ऑफ अ कार ऑन अ लेवल रोड। लेवल रोड का मतलब है कि रोड जी है वो लेवल है, बिल्कुल लेवल है, बिल्कुल हॉरिजॉन्टल है। इस तरह जिवें रोड का देखो, रोड का अपने बिल्कुल लेवल आ अपना ओ सेंटर है जिहदे राउंड आपां मतलब मुड़ना। आ जस्ट ओ किवें लिया तुहानूं पता ना, ओ मैं जिवें हुणे वर्चुअली बना रहा सी। ते कार जिहड़ी है, कार दा पूरा वेट की गल करिए जे mg है, ते पूरी नॉर्मल रिएक्शन जिहड़ी है वो r इक्वल टू mg हुंदी है। ये तो अंडरस्टूड ही हुंदा है। इन्हां ने की कीता, दोनों टायरां दे वखरा वखरा दिखाता, इधरले टायरां दा r1 दिखाता, इधरला R2, ਤੇ ਆਟੋਮੈਟਿਕਲੀ ਟੋਟਲ ਨਾਰਮਲ ਰਿਐਕਸ਼ਨ ਜਿਹੜੀ ਉਹ weight ਦੇ ਬਰਾਬਰ ਹੋਊਗੀ। weight ਹੀ ਇੱਧਰ ਤੇ ਉੱਧਰ ਵੰਡਿਆ ਹੋਇਆ ਆਪਣਾ ਗੱਡੀ ਤੇ। ਕਈ ਵਾਰ ਉਹ ਅਨਬੈਲੈਂਸ ਵੀ ਹੋ ਸਕਦਾ ਹੈ। ਜਿਵੇਂ ਮੇਰਾ ਇੱਕ ਦੋਸਤ ਆ, ਉਹ ਮੇਰੇ ਤੋਂ ਉਹ 2.5 ਗੁਣਾ ਜ਼ਿਆਦਾ ਮੋਟਾ ਆ, ਤੇ ਹੁਣ ਮੰਨ ਲਓ ਮੈਂ ਗੱਡੀ ਚਲਾ ਰਿਹਾ ਹਾਂ ਇੱਧਰ ਬੈਠ ਕੇ, ਤੇ ਉਹ ਭਾਈ ਸਾਹਿਬ ਇੱਧਰ ਬੈਠੇ ਹੋਣ, ਫਿਰ ਕਾਹਦਾ R2 ਤਾਂ ਫਿਰ ਆਟੋਮੈਟਿਕਲੀ ਤੁਹਾਨੂੰ ਪਤਾ ਹੀ ਹੈ। ਤੇ ਉਹ R1 R2 ਵਾਲਾ ਜੋ ਵੀ ਹੈ ਬਰਾਬਰ ਹੋ ਵੀ ਸਕਦੇ, ਨਹੀਂ ਵੀ ਹੋ ਸਕਦੇ। ਉਹਨਾਂ ਨੇ ਵੀ ਬੜਾ ਵਧੀਆ ਬਣਾਇਆ, ਦੇਖੋ ਉਹਨਾਂ ਨੇ R1 R2 ਕਿਹਾ, RR ਨਹੀਂ ਕਿਹਾ। ਕਿਤੇ ਪਾਸੇ ਬੰਦਾ ਬੈਠਾ ਇੱਧਰ ਨਹੀਂ ਬੈਠਾ ਆ, ਪਿੱਛੇ ਆ ਕੁਝ ਵੀ। ਸੋ ਬੇਸਿਕਲੀ ਆਪਣੇ ਕੋਲ ਇੱਥੇ ਜਿਹੜਾ ਜਦੋਂ ਕਾਰ ਦੀ ਗੱਡੀ ਇੱਧਰ ਨੂੰ ਸਕਿਡ ਹੋਣੇ ਲੱਗੇਗੀ ਕਿਸੇ ਵੀ ਡਾਇਰੈਕਸ਼ਨ 'ਚ, ਤਾਂ ਉਹਦਾ ਫ੍ਰਿਕਸ਼ਨ ਇੱਧਰ ਨੂੰ ਹੋ ਗਿਆ। ਇੱਥੇ F1 ਲਿਆ, ਇੱਥੇ F2 ਲਿਆ ਇਹਨਾਂ ਨੇ, ਜੋ ਕਿ ਬੇਸਿਕਲੀ ਕੀ ਹੋਏਗਾ, ਇੱਥੋਂ ਫ੍ਰਿਕਸ਼ਨ ਹੋਏਗਾ μr1, ਇੱਥੋਂ ਫ੍ਰਿਕਸ਼ਨ ਹੋਏਗਾ μr2, ਤੇ ਦੋਨੋਂ F1 F2 ਇੱਕੋ ਹੀ ਦਿਸ਼ਾ 'ਚ ਨੇ, ਤਾਂ ਟੋਟਲ ਫੋਰਸ ਆਫ ਫ੍ਰਿਕਸ਼ਨ ਜਿਹੜਾ ਆਏਗਾ ਉਹ μr1 + r2 ਹੋਏਗਾ। ਤੇ r1 + r2 ਦੇ ਬਰਾਬਰ ਹੈ mg ਦੇ ਬਰਾਬਰ। ਆ ਬੜਾ ਵਧੀਆ ਲਿਖਿਆ, ਇਹਨੂੰ ਲਿਖਣਾ ਵੀ ਹੈ ਤੁਸੀਂ ਸਾਰਾ ਇਸ ਤਰ੍ਹਾਂ ਹੀ ਲਿਖਣਾ, ਇਸ ਤਰ੍ਹਾਂ ਹੀ ਡਾਇਗਰਾਮ ਗੱਡੀ ਚਾਹੇ ਜੇ ਮਰਜੀ ਬਣਾ ਲਿਓ ਛੋਟੀ ਮੋਟੀ। μmg ਤੇ ਆ ਜਿਹੜਾ μmg ਆ ਫ੍ਰਿਕਸ਼ਨ ਦਾ ਫੋਰਸ ਹੈ, ਇਹ ਘੱਟੋ ਘੱਟ ਕਿਸ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ mv², ਕਿਉਂਕਿ ਤੁਹਾਨੂੰ r ਰੇਡੀਅਸ 'ਚ ਮੁੜਨ ਲਈ ਕਿੰਨਾ ਫੋਰਸ ਚਾਹੀਦਾ ਹੈ, ਹੁਣੀ ਮੈਂ ਗੱਲ ਕਰ ਰਿਹਾ ਜਿਵੇਂ ਇੰਨਾ ਚਾਹੀਦਾ ਹੈ। ਇਹ ਤੁਹਾਨੂੰ ਇੱਥੋਂ ਮਿਲਣਾ ਚਾਹੀਦਾ ਫ੍ਰਿਕਸ਼ਨ ਤੋਂ। ਸੋ ਤੁਹਾਡਾ ਜਿਹੜਾ ਫ੍ਰਿਕਸ਼ਨ ਦਾ ਫੋਰਸ ਹੈ μmg, ਉਹ greater than equal to mv² ਹੋਣਾ ਚਾਹੀਦਾ ਕਿ ਨਹੀਂ, ਹੈ ਨਾ। मतलब कि mv²r यस सर। ज्यादा हो सकता है पर घट ना हो, ठीक है। तो ਉਹਦੇ ਲਈ ਫਿਰ m ਨਾਲ m ਕੱਟ ਦੋ, ਤੇ ਵੈਲੋਸਿਟੀ v²r(g) ਲੈਸ ਦੈਨ ਇਕੁਅਲ ਟੂ μ into g ਹੋਣਾ ਸੀ। ਅੱਛਾ rg g ਨੀਚੇ ਲਿਆਏ, v² ਲੈਸ ਦੈਨ ਇਕੁਅਲ ਟੂ μrg, ਤੇ v ਲੈਸ ਦੈਨ v ਜਿਹੜੀ μrg ਦਾ ਰੂਟ। ਤਾਂ ਵੈਲੋਸਿਟੀ ਕਹਿਣ ਦਾ ਭਾਵ ਇਹ ਵੈਲੋਸਿਟੀ ਜਿਹੜੀ ਹੈ ਉਹ ਲੈਸ ਦੈਨ ਇਕੁਅਲ ਟੂ μrg ਦਾ ਰੂਟ ਹੋਣੀ ਚਾਹੀਦੀ ਹੈ, ਯਾਨੀ n ਲੈਸ ਦੈਨ ਇਕੁਅਲ ਟੂ, ਮਤਲਬ ਸਭ ਤੋਂ ਜ਼ਿਆਦਾ ਵੈਲੋਸਿਟੀ ਜਿਹੜੀ ਲੈਣੀ ਹੈ μrg ਹੋਣੀ ਚਾਹੀਦੀ ਹੈ। ਮਤਲਬ ਇਹ ਉਹ ਸੇਫ ਵੈਲੋਸਿਟੀ ਹੈ ਕਿ ਇੰਨੀ ਕੁ ਵੈਲੋਸਿਟੀ ਨਾਲ ਵੀ ਆਈ ਗੱਡੀ ਤਾਂ ਗੱਡੀ ਮੁੜ ਜਾਣੀ ਹੈ। ਤੇ ਇਹ μ ਤੇ ਡਿਪੈਂਡ ਕਰਦਾ ਆ ਕਿ ਵੈਲੋਸਿਟੀ ਮੈਕਸਿਮਮ ਇੰਨੇ ਤੇ ਗੱਡੀ ਆਊਗੀ ਤਾਂ ਗੱਡੀ ਮੁੜ ਜਾਊਗੀ। ਤੇ ਹੁਣ ਬਹੁਤ ਧਿਆਨ ਨਾਲ ਦੇਖੋ ਗੱਲ ਨੂੰ। मतलब मान लो मैं किसी दिन गया, किसी गड्डी नूं मैं लैके गया किसी मोड़ ते, इस तरह ऐ बड़ा वधिया घुमाया, ते गड्डी नूं मैं काफ़ी स्पीड च लैके गया, 60 km/h ते लै गया, आराम नाल गड्डी मुड़ गई। मैं कॉन्फिडेंट भी इत्थे तां बड़ा वधिया वा, आ सड़क ते मेरी गड्डी दे विच आराम नाल मैं 60 ते मोड़ लेना वा, हर बार मोड़ लेना वा। पर एक दिन पै गई बर्फ या पै गया मींह, सड़क हो गई गिल्ली, टायर भी हो गए गिल्ले, ਤਾਂ ਉਹਦੇ ਕਰਕੇ ਜਿਹੜੀ ਮੈਕਸਿਮਮ ਮੇਰੀ ਸੇਫ ਸਪੀਡ ਸੀਗੀ ਉਹ ਇਸ μ ਤੇ ਡਿਪੈਂਡ ਕਰਦੀ ਹੈ ਨਾ, ਜਿਹੜਾ μ ਆ ਇਹ। ਤੇ ਜਦੋਂ ਸੜਕ ਗਿੱਲੀ ਹੋ ਜਾਂਦੀ ਹੈ ਜਾਂ ਸੜਕ ਤੇ ਬਰਫ਼ ਪੈ ਜਾਂਦੀ ਹੈ ਜਾਂ ਜਦੋਂ ਕਿਸੇ ਸਰਫੇਸ ਨੂੰ ਪਾਲਿਸ਼ ਕਰ ਦਿੰਦੇ ਹੋ ਤਾਂ ਉਹਦਾ ਕੀ ਘਟਦਾ ਹੈ, μ ਘਟਦਾ ਹੁੰਦਾ ਹੈ ਹਮੇਸ਼ਾ। μ ਉਹੀ ਚੀਜ਼ ਤਾਂ ਡਿਪੈਂਡ ਕਰਦੀ ਹੈ। ਤੇ μ ਜਦੋਂ ਘਟ ਗਿਆ ਮੀਂਹ ਪੈਣ ਤੇ ਬਰਫ਼ ਪੈਣ ਤੇ μ ਘਟ ਗਿਆ ਤਾਂ ਮੈਕਸਿਮਮ ਵੈਲੋਸਿਟੀ ਜਿਹੜੀ ਪੋਸੀਬਲ ਹੈ ਉੱਥੋਂ ਨਿਕਲਣ ਦੀ, ਮੰਨ ਲਓ ਉਹ ਹੋ ਗਈ 50, ਕਿਉਂਕਿ μ ਘਟ ਗਿਆ। μrg ਰੂਟ ਕਰਕੇ ਮੰਨ ਲਓ 50 ਆ ਰਿਹਾ ਵਾ, ਤੇ ਮੈਂ ਕਿਉਂਕਿ ਮੈਂ ਸੁੱਕੀ ਰੋਡ ਤੇ ਜਾਂਦਾ ਉਹਨਾਂ 60 ਤੇ, ਮੈਂ ਚੋ ਲੈ ਤਾਂ 60 ਤੇ ਨਿਕਲ ਜਾਂਦੀ ਹੈ ਆਰਾਮ ਨਾਲ। ਤੇ ਮੈਂ ਫਿਰ ਕੀ ਕਰੂੰਗਾ, ਮੈਂ 60 ਤੇ ਜਾਊਂਗਾ। ਤੇ ਮੈਂ ਜੇ 60 ਤੇ ਜਾਊਂਗਾ ਫਿਰ ਮੇਰੇ ਭੁਲੇਖੇ ਨਿਕਲ ਜਾਣਗੇ ਸਾਰੇ।
ਕਿ ਬਈ ਇਹ ਮੀਂਹ ਦੇ ਵਿੱਚ ਜਾਂ ਉਹਦੇ ਵਿੱਚ ਮਿਊ ਦੀ ਵੈਲਿਊ ਘਟ ਜਾਂਦੀ ਹੈ। ਸੋ ਮੈਕਸਿਮਮ ਜਿਹੜੀ ਸਪੀਡ ਆ ਉਹ ਇਸ ਤਰ੍ਹਾਂ ਮਤਲਬ ਨਹੀਂ ਹੁੰਦੀ। if the speed exceeds v maximum the car will skid and go off the road in a circle of radius greater than r। ਆ ਦੇਖੋ ਮੈਂ ਉਹੀ ਗੱਲਾਂ ਜਿਹੜੀ ਸ਼ਾਇਦ ਤੁਹਾਨੂੰ ਦੱਸ ਚੁੱਕਾ ਸੀ, ਉਹ ਗੱਲਾਂ ਇਹਨਾਂ ਨੇ ਲਿਖੀਆਂ ਵੀ ਨੇ। this is because the maximum available friction ਜਿਹੜਾ ਆ is insufficient to provide the necessary centripetal force। ਤੇ ਆ ਜਿਹੜਾ ਮੈਕਸਿਮਮ ਵੈਲੋਸਿਟੀ ਆ ਇਹ ਕਿਸ ਤੇ ਵੀ ਡਿਪੈਂਡ ਕਰਦੀ, ਰੇਡੀਅਸ ਤੇ ਵੀ ਡਿਪੈਂਡ ਕਰਦੀ। ਮਤਲਬ ਜੇ ਰੇਡੀਅਸ ਜ਼ਿਆਦਾ ਹੋਵੇ ਤਾਂ ਤੁਸੀਂ ਜ਼ਿਆਦਾ ਵੈਲੋਸਿਟੀ ਨਾਲ ਵੀ ਜਾ ਸਕਦੇ ਹੋ, ਜੇ ਰੇਡੀਅਸ ਜ਼ਿਆਦਾ ਹੋਵੇ। ਇਸ ਲਈ ਜੇ ਮੋੜ ਤੁਹਾਡਾ ਐ ਕੱਟ ਰਹੀ ਹੋਵੇ ਗੱਡੀ, ਐ ਜਾ ਰਹੀ ਹੋਵੇ, ਐ ਜਾ ਰਹੀ ਹੋਵੇ, ਐ ਜਾ ਰਹੀ ਹੋਵੇ, ਤਾਂ ਇਹੋ ਜਿਹਾ ਮੋੜ ਤਾਂ ਤੁਸੀਂ ਬਹੁਤ ਤੇਜ਼ ਵੈਲੋਸਿਟੀ ਨਾਲ ਵੀ ਕੱਢ ਸਕਦੇ ਹੋ, ਵੀ ਮੈਕਸਿਮਮ ਜ਼ਿਆਦਾ ਹੋਵੇ। ਪਰ ਜੇ ਤੁਸੀਂ ਮੋੜ ਐ ਹੋਵੇ ਤੁਹਾਡਾ ਤੇ ਤੁਸੀਂ ਕਹੋ ਕਿ ਮੈਂ ਬਹੁਤ ਤੇਜ਼ੀ ਨਾਲ ਮੁੜਨਾ ਹੈ, ਤਾਂ ਫਿਰ ਇੱਥੋਂ ਬੁੜਕਦੇ ਜਾਓਗੇ, ਇੱਧਰ ਨੂੰ ਮੁੜ ਨਹੀਂ ਪਾਓਗੇ, ਕਿਉਂਕਿ ਫ੍ਰਿਕਸ਼ਨ ਤੋਂ mv² ਦੇ ਬਰਾਬਰ ਤੁਹਾਨੂੰ ਫੋਰਸ ਨਹੀਂ ਮਿਲ ਪਾਏਗਾ। ਜਸਜੋਤ ਹਾਂਜੀ ਸਰ। ਪੜ ਰਹੀ ਗੱਲ ਇਹ? ਹਾਂਜੀ ਠੀਕ ਹੈ। ਹਾਂਜੀ ਸਰ। ਬਾਕੀ ਤੁਹਾਨੂੰ ਮੈਂ ਦੁਬਾਰਾ ਇੱਕ ਵਾਰ ਡਿਟੇਲ ਚ ਕਰਾ ਦੂੰਗਾ। ਹੁਣ ਹੈਗਾ ਕਿ ਜੇ ਸਰਕੂਲਰ ਮੋਸ਼ਨ ਆਫ ਕਾਰ ਔਨ ਅ ਬੈਂਕਡ ਰੋਡ, ਬੈਂਕਡ ਕੀ ਹੁੰਦੀ ਹੈ ਕਿ ਆ ਰੋਡ, ਆ ਦੇਖੋ ਆ ਰੋਡ ਦਾ ਅਸਲੀ ਲੈਵਲ ਸੀਗਾ ਇੱਥੇ ਜਿਵੇਂ ਸੀਗਾ, ਇੱਥੇ ਰੋਡ ਦਾ ਆ ਲੈਵਲ ਨਹੀਂ ਰਹਿ ਗਿਆ। ਹੁਣ ਰੋਡ ਇੱਕ ਪਾਸੇ ਨਾ ਇੱਥੇ ਚੱਕੀ ਹੋਈ ਹੈ, ਇਸ ਤਰ੍ਹਾਂ ਕਿਸੇ ਥੀਟਾ ਐਂਗਲ ਤੇ ਚੱਕੀ ਹੋਈ ਹੈ ਰੋਡ, ਐ ਕੀਤੀ ਹੋਈ ਹੈ, ਗੱਡੀ ਦੇਖੋ ਟੇਢੀ ਹੈ। ਇਹ ਕਿੱਥੇ ਚੱਕੀ ਹੁੰਦੀ ਹੈ? ਪਹਾੜਾਂ 'ਚ। ਪਹਾੜਾਂ 'ਚ ਜੇ ਆਪਾਂ ਜਾਂਦੇ ਹਾਂ ਨਾ, ਪਹਾੜਾਂ 'ਚ ਐ ਹੁੰਦਾ ਉੱਥੇ, ਕਿਉਂਕਿ ਪਹਾੜਾਂ 'ਚ ਕਾਫੀ ਰਿਸਕੀ ਮਾਹੌਲ ਹੁੰਦਾ ਤੇ ਗੱਡੀ ਵੀ ਐ ਗੋਲ ਗੋਲ ਜਾਣੀ ਹੁੰਦੀ ਐ ਪਹਾੜਾਂ ਨੂੰ, ਐ ਘੁੰਮੇ ਹੁੰਦੇ। ਤਾਂ ਉੱਥੇ ਜੇ ਮੰਨ ਲਓ ਜਿਵੇਂ ਇੱਧਰ ਪਹਾੜ ਆ, ਇੱਧਰ ਪਹਾੜ ਆ ਤੇ ਇਹਦੇ ਨਾਲ ਨਾਲ ਰੋਡ ਜਾ ਰਹੀ ਹੈ, ਤਾਂ ਰੋਡ ਇੱਧਰ ਪਿੱਛੇ ਖਾਈ ਆ, ਇੱਧਰ ਤਾਂ ਗਿਰ ਸਕਦੀ ਗੱਡੀ, ਤਾਂ ਇੱਥੋਂ ਚੱਕ ਦਿੰਦੇ ਆ ਇਹਨੂੰ, ਐ ਬਣਾ ਦਿੰਦੇ ਰੋਡ ਨੂੰ ਇਸ ਤਰ੍ਹਾਂ, ਤਾਂ ਗੱਡੀ ਫਿਰ ਐ ਇਹਦੇ ਉੱਪਰੋਂ ਜਾਂਦੀ ਹੈ। ਤੇ ਪਹਿਲਾਂ ਗੱਡੀ ਦੇ ਉਧਰੋਂ ਪਾਸੇ ਚੱਕਿਆ ਹੁੰਦਾ, ਇੱਧਰ ਨੂੰ ਨੀਵਾਂ ਕੀਤਾ ਹੁੰਦਾ, ਤਾਂ ਕਿ ਜੇ ਮੀਂਹ ਮੂੰਹ ਵੀ ਪਵੇ ਤਾਂ ਪਾਣੀ ਸਾਰਾ ਇੱਧਰ ਪਹਾੜ ਵਾਲੇ ਪਾਸੇ ਨੂੰ ਇਕੱਠਾ ਹੋ ਕੇ ਨਾਲੀ ਚੋਂ ਨਿਕਲ ਜਾਵੇ। ਦੇਖਿਆ ਹੀ ਹੋਣਾ ਤੁਹਾਡੇ ਚੋਂ, ਤੁਸੀਂ ਗਏ ਹੋਵੋਗੇ ਤਾਂ ਕਿਤੇ ਨਾ ਕਿਤੇ ਮਨਾਲੀ ਜਾਂ ਸ਼ਿਮਲਾ ਜਾਂ ਕਿਤੇ। ਸੋ ਬੈਂਕਿੰਗ ਆਫ ਰੋਡਸ ਬੋਲਦੇ ਆ ਇਹਨਾਂ ਨੂੰ ਆਪਾਂ, ਤਾਂ ਬੈਂਕਿੰਗ ਆਫ ਰੋਡਸ ਜਾਂ ਉਹਨੂੰ ਇੱਕ ਪਾਸੇ ਚੱਕ ਦੇਣਾ। ਜਦੋਂ ਆ ਰੋਡ ਨੂੰ ਇਸ ਪਾਸੇ ਚੱਕਤਾ ਤਾਂ ਹੁਣ ਇੱਥੋਂ ਜਿਹੜਾ ਬੋਡੀ ਦਾ weight ਇੱਕ ਐਕਟ ਕਰੇਗਾ, ਤੇ ਨਾਰਮਲ ਰਿਐਕਸ਼ਨ ਹਮੇਸ਼ਾ ਸਰਫੇਸ ਦੇ ਪਰਪੈਂਡੀਕੂਲਰ ਹੁੰਦਾ ਹੈ। ਸੋ ਇਸ ਸਰਫੇਸ ਦੇ ਪਰਪੈਂਡੀਕੂਲਰ ਹੋਏਗਾ ਨਾਰਮਲ ਰਿਐਕਸ਼ਨ, ਉਹ ਉਹਨਾਂ ਨੇ ਦਿਖਾਇਆ। ਆ ਨਾਰਮਲ ਰਿਐਕਸ਼ਨ ਦੀ ਡਾਇਰੈਕਸ਼ਨ ਦਿਖਾਈ ਮੈਂ ਬਸ, ਉਹਨਾਂ ਨੇ ਜਿੰਨਾ ਕੋਈ ਬਣਾਇਆ। ਤੇ ਇਹਦਾ ਬੋਡੀ ਦਾ weight ਐਕਟ ਕਰੇਗਾ, weight ਐਕਟ ਕਰੇਗਾ ਨੀਚੇ ਨੂੰ, ਬਿਲਕੁਲ ਆ weight ਐਕਟ ਕਰੇਗਾ ਨੀਚੇ ਨੂੰ, ਆ ਵੀ ਦਿਖਾਇਆ ਇਹਨਾਂ ਨੇ weight ਐਕਟ ਕਰਦਾ ਹੈ। ਫਿਰ ਆ ਨਾਰਮਲ ਰਿਐਕਸ਼ਨ ਹੈਗਾ ਤੁਹਾਡਾ, ਆ ਨਾਰਮਲ ਰਿਐਕਸ਼ਨ। ਫਿਰ ਇਸ ਨਾਰਮਲ ਆ ਥੀਟਾ ਹੈਗਾ ਤੁਹਾਡਾ, ਤਾਂ ਤੁਹਾਨੂੰ ਪਤਾ ਵੀ ਆ ਇਹਦੇ ਪਰਪੈਂਡੀਕੂਲਰ ਨਾਲ ਤੇ weight ਦੇ ਨਾਲ ਆ ਐਂਗਲ ਥੀਟਾ ਹੁੰਦਾ ਨਾ, ਉੱਥੇ ਪਿਛਲੀ ਆਪਾਂ ਕੇਸ ਦੇਖਿਆ, ਤਾਂ ਆ ਥੀਟਾ ਹੋਏਗਾ ਉੱਪਰ। ਤੇ ਫਿਰ ਨਾਰਮਲ ਰਿਐਕਸ਼ਨ ਦਾ ਕੰਪੋਨੈਂਟ ਇੱਕ r cos ਥੀਟਾ ਹੋਏਗਾ, ਇੱਧਰ r sin ਥੀਟਾ ਹੋਏਗਾ। r sin ਥੀਟਾ ਵਿਲ ਪ੍ਰੋਵਾਈਡ ਯੂ ਦਾ ਫ੍ਰਿਕਸ਼ਨ। ਇੱਕ ਤਾਂ ਹੋ ਗਿਆ। ਹੁਣ ਜਿਹੜਾ ਫ੍ਰਿਕਸ਼ਨ ਹੈਗਾ, ਆ ਫ੍ਰਿਕਸ਼ਨ ਜਿਹੜਾ ਟਾਇਰਾਂ 'ਚ ਲੱਗ ਰਿਹਾ, ਉਹ ਨੀਚੇ ਨੂੰ ਐਕਟ ਕਰ ਰਿਹਾ ਨਾ ਇੱਥੋਂ ਫ੍ਰਿਕਸ਼ਨ, ਉਹ ਫ੍ਰਿਕਸ਼ਨ ਦਾ ਵੀ ਕੰਪੋਨੈਂਟ ਇੱਧਰ ਨੂੰ ਐਕਟ ਕਰੇਗਾ, f cos ਥੀਟਾ, ਤੇ ਇੱਧਰ ਨੂੰ f sin ਥੀਟਾ। ਸੋ ਬੇਸਿਕਲੀ ਆਪਾਂ ਨੂੰ ਜਿਹੜਾ ਗੱਡੀ ਆ ਮੋੜਨੀ ਹੈ, ਤੇ ਮੋੜਨ ਦੇ ਲਈ ਬਸ ਤੁਸੀਂ ਆਹ ਧਿਆਨ ਰੱਖਣਾ ਕਿ ਇਸ ਡਾਇਰੈਕਸ਼ਨ 'ਚ ਫੋਰਸ ਚਾਹੀਦਾ ਹੈ, ਨਾ ਕਿ ਇਸ ਸੜਕ ਦੇ ਨੀਚੇ ਨੂੰ, ਕਿਉਂਕਿ ਸੜਕ ਨੇ ਮੁੜਨਾ ਹੈ ਪਰ ਆਪਾਂ ਉੱਪਰ ਮੁੜ ਰਹੇ ਹਾਂ, ਆਹ ਵਾਲੇ ਪਲੇਨ 'ਚ ਮੁੜ ਰਹੀ ਹੈ ਗੱਡੀ, ਆਹ ਪਲੇਨ 'ਚ ਮੁੜ ਰਹੀ ਹੈ, ਨਾ ਕਿ ਆਹ ਪਲੇਨ 'ਚ ਮੁੜ ਰਹੀ ਹੈ। ਠੀਕ ਹੈ ਨਾ। ਸੋ ਪਲੇਨ ਉੱਪਰਲੇ ਮੁੜ ਰਹੀ ਹੈ, ਤਾਂ ਇੱਧਰ ਨੂੰ ਆਪਾਂ r sin ਥੀਟਾ ਲੈ ਲਿਆ, ਤੇ ਜਿਹੜਾ ਫ੍ਰਿਕਸ਼ਨ ਨੀਚੇ ਨੂੰ ਐਕਟ ਕਰ ਰਿਹਾ ਸੀ, ਆਹ ਫ੍ਰਿਕਸ਼ਨ, ਉਸ ਫ੍ਰਿਕਸ਼ਨ ਗੱਡੀ ਦੇ ਟਾਇਰ ਦੇ ਉਹਦੇ ਨਾਲ ਫ੍ਰਿਕਸ਼ਨ ਦਾ, ਕਿਉਂਕਿ ਇਹ ਥੀਟਾ ਸੀ ਆਪਣਾ, ਤੇ ਆਹ ਥੀਟਾ ਆਇਆ ਇੱਥੋਂ, ਇੱਧਰ ਫਿਰ f cos ਥੀਟਾ ਮਿਲ ਗਿਆ ਆਪਾਂ ਨੂੰ, ਤੇ f sin ਥੀਟਾ ਨੀਚੇ ਨੂੰ। ਤਾਂ f cos ਥੀਟਾ ਜੇ ਹੁਣ ਇਹ 'ਚ ਦੇਖੋ ਤੁਸੀਂ ਸਾਰਾ ਕੁਝ ਬੈਲੈਂਸ ਕਰੀਏ ਜੇ ਆਪਾਂ, ਤਾਂ ਇੱਕ r cos ਥੀਟਾ ਉੱਪਰ ਨੂੰ, mg ਨੀਚੇ ਨੂੰ, ਤੇ f sin ਥੀਟਾ ਨੀਚੇ ਨੂੰ, ਆਹ ਤਿੰਨੋਂ ਫੋਰਸਿਸ ਜਿਹੜੇ ਨੇ ਉਹ ਕਾਰ ਤੇ ਐਕਟ ਕਰ ਰਹੇ ਨੇ। ਤਾਂ ਇਹਦਾ ਮਤਲਬ ਜਿਹੜਾ ਉੱਪਰਲਾ ਫੋਰਸ ਹੈਗਾ ਵਾ r cos ਥੀਟਾ, ਉਹ ਬਰਾਬਰ ਹੋਏਗਾ mg ਦੇ ਤੇ f sin ਥੀਟਾ ਦੇ। ਕਲੀਅਰ ਹੈ ਗੱਲ। ਤੇ ਜਿਹੜਾ ਇਹ r sin ਥੀਟਾ ਹੈਗਾ ਇਧਰਲਾ, ਤੇ r f cos ਥੀਟਾ ਆ, ਇਹ ਦੋਨੋਂ ਮਿਲ ਕੇ ਆਪਾਂ ਨੂੰ ਕੀ ਪ੍ਰੋਵਾਈਡ ਕਰ ਰਹੇ ਨੇ? ਸੈਂਟਰੀਪੀਟਲ ਫੋਰਸ। ਠੀਕ ਹੈ। ਸੋ ਇਸ ਤਰ੍ਹਾਂ ਦਾ ਮਤਲਬ ਤੁਸੀਂ ਬਣਾਉਣਾ। ਕਈ ਵਾਰ ਕਈ ਕੇਸਿਸ 'ਚ ਉਹ ਕਹਿੰਦੇ ਨੇ ਸਮੂਥ ਸਰਫੇਸ, ਉੱਥੇ ਆਪਾਂ ਫਿਰ ਫ੍ਰਿਕਸ਼ਨ ਨੂੰ ਆਪਣੇ ਆਪ ਹਟਾ ਦਾਂਗੇ ਇੱਥੋਂ,
ਹੁਣ ਪਹਿਲਾਂ ਆਪਾਂ ਇੱਥੇ ਦੇਖੀਏ ਤੁਸੀਂ ਇਹਨੂੰ ਰੀਡ ਪੂਰਾ ਕਰ ਲਿਓ, ਤੁਹਾਨੂੰ ਮੈਂ ਭੇਜੀ ਹੋਈ ਹੈ ਵੈਸੇ ਤਾਂ, ਚੰਗੀ ਤਰ੍ਹਾਂ ਰੀਡ ਕਰ ਲਿਓ ਪਹਿਲਾਂ ਹੀ ਤਾਂ ਕਿ ਆਪਾਂ ਇਹਨੂੰ ਬਾਅਦ ਚ ਡਿਸਕਸ਼ਨ ਕਰ ਸਕੀਏ ਜੀ। ਕਰਨਾ ਤਾਂ ਆਪਾਂ ਵਰਟੀਕਲ ਮੋਸ਼ਨ ਵੀ ਵਾਲੇ। ਸੋ ਇਹ r sin θ plus f cos θ mv ਸਕੁਅਰ over r ਦੇ ਬਰਾਬਰ ਹੋ ਗਿਆ ਤੇ mg plus f sin θ ਜਿਹੜਾ ਉਹ r cos θ ਦੇ ਬਰਾਬਰ ਹੋ ਗਿਆ। ਫੋਰਸ ਤੁਹਾਨੂੰ ਪਤਾ ਹੈ ਜਿਹੜਾ ਫ੍ਰਿਕਸ਼ਨ ਹੁੰਦਾ μ into r ਹੁੰਦਾ ਹੈ, ਉਹ ਤਾਂ ਉਹ ਨਾਰਮਲ ਰਿਐਕਸ਼ਨ ਦੇ ਬਰਾਬਰ ਹੀ ਹੁੰਦੀ ਹੈ। ਤਾਂ ਫੋਰਸ f ਦੀ ਜਗ੍ਹਾ μ r ਵੀ ਪੁੱਟ ਕਰ ਸਕਦੇ ਆਪਾਂ ਫ੍ਰਿਕਸ਼ਨ ਦੀ ਜਗ੍ਹਾ, ਤੇ ਆਪਾਂ ਦੋਨੋਂ ਇਕੁਏਸ਼ਨ ਨੂੰ ਡਿਵਾਈਡ ਕੀਤਾ। ਫਿਰ ਆਪਾਂ ਇੱਥੇ ਇਹ ਦੋਨੋਂ ਇਕੁਏਸ਼ਨ ਨੂੰ ਡਿਵਾਈਡ ਕਰਤਾ, ਆ ਗਿਆ ਆਪਣੇ ਕੋਲ। ਇਸ ਤੋਂ ਬਾਅਦ ਇਹਨਾਂ ਨੂੰ ਕੀ ਕੀਤਾ, ਇਹਨਾਂ ਨੇ cos θ ਨਾਲ ਡਿਵਾਈਡ ਕਰਤਾ, ਨਿਊਮਰੇਟਰ ਚ ਡਿਨੋਮੀਨੇਟਰ ਚ ਵੀ r cos θ ਨਾਲ, r cos θ ਨਾਲ ਡਿਵਾਈਡ ਕੀਤਾ, ਆ ਗਿਆ ਆਪਣੇ ਕੋਲ। ਇਹਦੇ ਨਾਲ ਕਰਦੇ ਕਰਦੇ ਆਪਣੇ ਕੋਲ ਵੈਲੋਸਿਟੀ ਦੀ ਮੈਕਸਿਮਮ ਵੈਲਿਊ ਆ ਬਣੇਗੀ ਇਸ ਕੇਸ ਦੇ ਵਿੱਚ, ਜਿਹੜੀ ਆਪਣੀ ਆਪਾਂ ਸੇਫਲੀ ਨਿਕਲ ਸਕਦੇ ਹਾਂ। ਤੇ ਜੇ μ 0 ਹੋ ਗਿਆ ਤਾਂ ਤੁਹਾਡੇ ਕੋਲ ਇੱਥੇ ਜੇ μ 0 ਹੋਏਗਾ, ਜੇ ਮੰਨ ਲਓ ਨਹੀਂ ਹੋਇਆ, ਉਹ ਕਹਿੰਦੇ ਆ ਫ੍ਰਿਕਸ਼ਨ ਕਿਸੇ ਤਰ੍ਹਾਂ ਦਾ μ 0 ਹੋ ਗਿਆ, ਤਾਂ ਆਪਣੀ ਵੈਲੋਸਿਟੀ ਵੈਲਿਊ ਆ ਜਾਊਗੀ rg tan θ ਅੰਡਰ ਦਾ ਰੂਟ, ਕਿਉਂਕਿ μ 0 ਹੋਗਾ ਆ 0 ਹੋ ਜਾਊਗਾ, ਆ 0 ਹੋਗਾ ਆ 0 ਹੋ ਜਾਊਗਾ, rg tan θ ਬਚੂਗਾ ਨਹੀਂ ਉਹਦੇ ਵਿੱਚ। rg tan θ ਦਾ ਰੂਟ ਜਿਹੜਾ ਆ ਉਹਨੂੰ ਯੂਜ਼ ਕਰਕੇ ਆਪਾਂ tan θ = v ਸਕੁਅਰ ਓਵਰ rg ਪੁੱਟ ਕਰ ਲਿਆ। ਥੀਟਾ ਕਿੰਨਾ ਹੈ, ਇੰਨਾ v ਸਕੁਅਰ ਓਵਰ rg ਦੇ ਬਰਾਬਰ ਆਏਗਾ ਵੀ, ਜੇ ਥੀਟਾ ਦੀ ਲੋੜ ਪਈ ਤੁਹਾਨੂੰ ਕਿੰਨਾ ਉਹ ਕਰਨਾ ਹੈ। ਆ ਬੈਂਡਿੰਗ ਆਫ ਸਾਈਕਲਿਸਟ ਦੇ ਕੇਸ 'ਚ ਕੀ ਫ੍ਰਿਕਸ਼ਨ ਲਿਆ ਹੀ ਨਹੀਂ ਉਹਨਾਂ ਨੇ, ਇੱਥੇ ਫ੍ਰਿਕਸ਼ਨ ਦੀ ਗੱਲ ਨਹੀਂ ਕੀਤੀ, ਕਿਉਂਕਿ ਇਹ ਜਿਹੜੀ ਇਹਦੀ ਬੈਂਡਿੰਗ ਨਾਲ ਹੀ ਆਪਾਂ ਉਹ ਲੈ ਰਹੇ ਹਾਂ। ਠੀਕ, ਇੱਥੇ ਵੀ ਫ੍ਰਿਕਸ਼ਨ ਹੋ ਸਕਦਾ ਹੈ, ਫ੍ਰਿਕਸ਼ਨ ਇੱਥੇ ਵੀ ਹੋ ਸਕਦਾ, ਇੱਥੇ ਵੀ ਨਾਲ ਉਹਨੂੰ ਕੰਸੀਡਰ ਕੀਤਾ ਜਾ ਸਕਦਾ। ਇਹਨਾਂ ਨੇ ਚਲੋ ਇਸ ਆਰਟੀਕਲ 'ਚ ਨਹੀਂ ਲਿਆ, ਮੈਂ ਅੱਗੇ ਡਿਟੇਲ 'ਚ ਗੱਲ ਕਰੂੰਗਾ ਤੁਹਾਡੇ ਨਾਲ। r sin θ ਨੇ ਤੁਹਾਨੂੰ ਦੇਣਾ ਹੈ mv ਸਕੁਅਰ ਓਵਰ r, ਤੇ r cos θ ਨੇ ਬੈਲੈਂਸ ਕਰਨਾ weight ਨੂੰ, ਦੋਨੋਂ ਡਿਵਾਈਡ ਕੀਤਾ tan θ = v ਸਕੁਅਰ ਓਵਰ r ਜੀ, ਬਿਲਕੁਲ ਸੇਮ ਆਂਸਰ ਆਉਂਦਾ ਹੈ, ਆਈ ਇੱਧਰ ਵੀ ਤੇ ਇੱਧਰ ਵੀ। ਸੋ ਬੈਂਕਿੰਗ ਆਫ ਰੋਡਸ ਹੋਵੇ ਜਾਂ ਬੈਂਡਿੰਗ ਸਾਈਕਲਿਸਟ ਹੋਵੇ, ਤੇ ਉਹਦਾ ਥੀਟਾ ਕਿੰਨਾ ਅਪ ਕਰਨਾ, ਇਹਨੂੰ ਵਰਟੀਕਲ ਤੋਂ ਕਿੰਨਾ ਮੋੜਨਾ ਹੈ, ਉਹ ਥੀਟਾ ਦੀ ਵੈਲਿਊ v ਸਕੁਅਰ ਓਵਰ rg ਦੇ ਹੀ ਬਰਾਬਰ ਹੁੰਦੀ ਹੈ tan θ ਦੀ। ਇਹਨੂੰ ਆਪਾਂ ਥੋੜਾ ਡਿਟੇਲ 'ਚ ਗੱਲ ਕਰਾਂਗੇ, ਹਲੇ ਮੈਂ ਬਸ ਰਫਲੀ ਦਿੱਤਾ ਤੁਹਾਨੂੰ ਇਹਦਾ ਆਈਡੀਆ ਕਿ ਫ੍ਰਿਕਸ਼ਨ ਨੂੰ ਆਪਾਂ ਕਿਵੇਂ ਯੂਟਿਲਾਈਜ਼ ਕਰਦੇ ਹਾਂ ਐਜ਼ ਅ ਸੈਂਟਰੀਪੀਟਲ ਫੋਰਸ ਜਦੋਂ ਕੋਈ ਗੱਡੀ ਮੁੜਦੀ ਹੈ ਤਾਂ। ਠੀਕ ਹੈ ਜੀ ਗੱਲ। ਤੇ ਆਪਾਂ ਆਰਾਮ ਨਾਲ, ਅੱਜ ਕਿੰਨੀ ਤਰੀਕ ਹੈ, 23 ਹੈ? Yes sir, 23. ਅੱਜ 23 ਹੈ ਤੇ ਫਿਰ 24 ਨੂੰ ਤੁਹਾਡਾ ਪੇਪਰ ਹੈ, ਤੇ ਫਿਰ 25 ਸਤੰਬਰ ਨੂੰ ਮੈਂ ਤੁਹਾਨੂੰ ਪਹਿਲਾਂ 45 ਮਿੰਟਸ ਦੇ ਵਿੱਚ ਆ ਫ੍ਰਿਕਸ਼ਨ ਵਾਲੇ ਆਰਟੀਕਲ ਡਿਸਕਸ ਕਰੂੰਗਾ, ਜਿਹੜੇ ਜਿਹੜੇ ਹੁਣੇ ਅੱਜ ਕਰਵਾ ਰਿਹਾ ਸੀ ਮੈਂ ਬੈਂਡਿੰਗ ਵਾਲੇ। ਤੇ ਫਿਰ ਅਗਲੇ 45 ਮਿੰਟਸ ਦੇ ਵਿੱਚ ਮੈਂ ਤੁਹਾਡੇ ਨਾਲ ਪ੍ਰੋਬਲਮਸ ਲਊਂਗਾ ਤੁਹਾਡੀ HC ਵਰਮਾ ਦੀਆਂ, ਜਿਹੜੀਆਂ ਮੈਂ ਤੁਹਾਨੂੰ ਦਿੱਤੀਆਂ ਨੇ, ਜਿਹੜੀਆਂ ਤੁਸੀਂ ਕੱਲ ਪੇਪਰ ਤੋਂ ਬਾਅਦ ਹੀ ਸੋਲਵ ਕਰਨੀ ਸ਼ੁਰੂ ਕਰ ਦੋਗੇ ਸਾਰੇ ਜਣੇ, ਤੇ ਡਿਸਕਸ਼ਨ ਸ਼ੁਰੂ ਕਰ ਦੋਗੇ ਉਹਦੀ। ਇਹ ਤੁਹਾਡਾ ਪ੍ਰਾਇੋਰਟੀ ਵਾਲਾ ਕੰਮ ਆ। ਫਿਰ 26 ਸਤੰਬਰ ਨੂੰ ਕੱਲ ਸਰ ਸ਼ਾਮ ਨੂੰ ਕਲਾਸ ਹੈ ਨਹੀਂ, ਸਰ ਕੱਲ ਸ਼ਾਮ ਨੂੰ ਕਲਾਸ ਨਹੀਂ ਲਾਉਂਗੇ ਤੁਸੀਂ? ਉਹਨੇ ਮੈਂ ਗੱਲ ਕਰ ਲਈ ਸੀ ਮੈਮ ਨਾਲ, ਅਮ੍ਰਿਤਾ ਮੈਮ ਨਾਲ ਗੱਲ ਕੀਤੀ ਸੀ ਮੈਂ, ਉਹ ਕਹਿੰਦੇ ਨਹੀਂ ਪੋਸੀਬਲ ਨਹੀਂ ਹੈ, ਐਟਲੀਸਟ ਸਾਰੇ ਬੱਚਿਆਂ ਦਾ, ਕਈਆਂ ਦੇ 5 ਘੰਟੇ ਪਹਿਲੇ ਸਕਰੀਨ ਤੇ 6 ਘੰਟੇ 4 ਨਿਕਲਦੇ ਨੇ, ਫਿਰ ਉਹਦੇ ਕਰਕੇ ਨਹੀਂ ਤਾਂ ਮੈਂ ਤਾਂ ਲਗਾ ਲੈਂਦਾ, ਮੈਂ ਤਾਂ ਲਗਾਣੀ ਸੀ। ਪਰ ਹੁਣ ਮੈਨੂੰ ਹੈਗਾ ਚਲੋ ਕੋਈ ਗੱਲ ਨਹੀਂ, ਮੈਂ ਤਾਂ ਕਹਿਣਾ ਜਲਦੀ ਲੋਕਡਾਊਨ ਜਾਂ ਖਤਮ ਹੋਵੇ, ਤੁਸੀਂ ਸਾਰੇ ਹੋਸਟਲ 'ਚ ਆਓ, ਉੱਥੇ ਮੈਂ ਵੀ ਉੱਥੇ ਆਵਾਂ, ਸਾਹਮਣੇ ਬੈਠ ਕੇ ਕਰੀਏ ਤੇ ਜਿੰਨੇ ਮਰਜ਼ੀ ਘੰਟੇ ਪੜ੍ਹੇ ਜਾਈਏ, ਫਿਰ ਤਾਂ ਕੋਈ ਦਿੱਕਤ ਹੀ ਨਹੀਂ ਹੈ। 26 ਸਤੰਬਰ ਤੋਂ ਬਾਅਦ 27 ਸਤੰਬਰ ਤੱਕ ਆਪਾਂ ਫ੍ਰਿਕਸ਼ਨ ਦੀਆਂ ਵੀ ਪ੍ਰੋਬਲਮਸ ਲੈ ਲਾਂਗੇ HC ਵਰਮਾ ਸੋਲਵ ਕਰਕੇ, ਤੇ ਚਾਹੇ 28 ਸਤੰਬਰ ਵੀ ਲੈ ਲਾਂਗੇ, ਕੋਈ ਦਿੱਕਤ ਨਹੀਂ। ਫਿਰ ਆਪਾਂ ਵਰਕ ਪਰ એનર્ਜੀ ਸ਼ੁਰੂ ਕਰਾਂਗੇ 29 ਨੂੰ ਤੇ 30 ਨੂੰ, ਕੋਈ ਗੱਲ ਨਹੀਂ, ਆਪਾਂ ਕਰਾਂਗੇ ਆਪਣਾ HC ਵਰਮਾ ਦੇ ਥਰੂ ਹੀ, ਠੀਕ ਆ, ਸਭ ਕੁਝ ਦੁਰਸਤ ਕਰਾਂਗੇ, ਪ੍ਰੋਪਰਲੀ ਕਰਾਂਗੇ। ਤੇ 30 ਤੋਂ ਬਾਅਦ 1 ਤਰੀਕ ਤੱਕ ਆਪਾਂ 3 ਦਿਨ 'ਚ ਵਰਕ ਪਰ એનર્ਜੀ ਦਾ ਕਾਫੀ ਸਾਰਾ ਕੰਮ ਮੈਨੂੰ ਲੱਗਦਾ ਹੋ ਜਾਏਗਾ, ਬਹੁਤ ਵਧੀਆ, ਕਿਉਂਕਿ ਮੈਂ ਤੁਹਾਡੀ ਡਿਟੇਲ ਦੇ ਵਿੱਚ ਮੈਂ ਆਪਣੇ ਲੈਕਚਰ ਵੀ ਇੰਨਾ ਕੰਪੈਕਟ ਤੇ ਉਹ ਕਰ ਲੂੰਗਾ ਨਾ ਹੁਣ ਉਸ ਅਕੋਰਡਿੰਗ, ਕਿ ਤੁਸੀਂ ਕਰਨਾ ਹੀ ਸੋਲਵ HC ਵਰਮਾ ਹੈ, ਤੇ ਉਹ ਅਕੋਰਡਿੰਗ ਸਾਰਾ ਆਪਾਂ ਟੌਪਿਕ ਡਿਸਕਸ ਕਰਾਂਗੇ ਵਧੀਆ ਤਰ੍ਹਾਂ ਕਰਕੇ। ਤੇ ਫਿਰ 2 3 4 ਨੂੰ ਸੰਡੇ ਆ, 3 ਨੂੰ ਤੁਹਾਡਾ ਫਿਰ ਪੇਪਰ ਹੈ, 2 ਨੂੰ ਸ਼ਾਇਦ ਮੈਂ ਨਹੀਂ ਹਾਂ, ਤੇ 3 ਦਿਨ ਚ ਤੁਹਾਡੇ ਕੋਲ ਕੰਮ ਹੋਊਗਾ, ਮੈਂ ਤੁਹਾਨੂੰ ਦੇ ਕੇ ਆਊਂਗਾ ਕਾਈਨੈਮੈਟਿਕਸ ਦਾ ਪਿਛਲਾ ਕੰਮ HC ਵਰਮਾ ਤੋਂ, ਉਹ ਆਪਾਂ ਉਦੋਂ ਕਰਾਂਗੇ ਤਾਂ ਕਿ ਤੁਹਾਡੀ ਰਿਵੀਜ਼ਨ ਵੀ ਹੋ ਜਾਏ ਪੇਪਰ ਲਈ ਵੀ, ਤੇ ਵੈਸੇ ਵੀ ਤੁਹਾਡਾ ਸਾਰਾ ਡਿਟੇਲ 'ਚ ਵਧੀਆ ਤਰ੍ਹਾਂ ਕੰਮ ਹੋ ਜਾਏ। ਫਿਰ 5 6 ਤੇ 7 ਅਕਤੂਬਰ ਨੂੰ ਆਪਾਂ ਵਰਕ ਪਰ એનર્ਜੀ ਦੀ ਰਹਿੰਦ ਖੂੰਦ ਕਰਾਂਗੇ, 8 ਅਕਤੂਬਰ ਨੂੰ ਪੇਪਰ ਦੇਵਾਂਗੇ, ਰੋਟੇਸ਼ਨਲ ਡਾਇਨਾਮਿਕਸ ਸਭ ਕੁਝ ਬਾਅਦ 'ਚ ਕਰਾਂਗੇ ਆਪਾਂ ਪੇਪਰ ਤੋਂ ਬਾਅਦ। ਸੋ ਉਹਦੇ ਲਈ ਆਪਾਂ ਉਹਦੀ ਅਲੱਗ ਤੋਂ ਕੋਈ ਉਹ ਨਹੀਂ ਕਰਾਂਗੇ, ਕਿਉਂਕਿ ਮੇਰਾ ਜਿਹੜਾ ਟਾਰਗੇਟ ਆ ਮੈਂ ਹੁਣ ਉਹ ਸੈੱਟ ਕਰਕੇ ਚੱਲੂੰਗਾ ਕਿ ਆਪਾਂ IIT ਲੈਵਲ ਤੇ ਸਾਰਾ ਕੰਮ ਸ਼ੁਰੂ ਤੋਂ ਕਰਕੇ ਚੱਲੀਏ, ਭੱਜੀਏ ਨਾ ਅੱਗੇ ਨੂੰ ਬਹੁਤ ਜ਼ਿਆਦਾ। ਸਿਲੇਬਸ ਤੇ ਜਦੋਂ ਭੱਜਣ ਲੱਗ ਜਾਂਦਾ ਨਾ, ਕੁਝ ਬੱਚੇ ਜਿਹੜੇ ਬਹੁਤ ਵਧੀਆ ਕਰ ਸਕਦੇ ਹੁੰਦੇ ਨੇ ਉਹ ਵੀ ਪਿੱਛੇ ਰਹਿ ਜਾਂਦੇ ਨੇ, ਫਿਰ ਉਹ ਉਹਨਾਂ ਦਾ ਕੌਨਫੀਡੈਂਸ ਲੂਜ਼ ਹੋ ਜਾਂਦਾ। ਤੇ ਆਪਾਂ ਸਾਰਿਆਂ ਨੂੰ ਲੈ ਕੇ ਚੱਲਣਾ ਇਕੱਠੇ,
ठीक है, ਤੇ ਨਾ ਸਲੋ ਚੱਲਣਾ ਨਾ ਫਾਸਟ ਚੱਲਣਾ, ਪਰ ਦੁਰਸਤ ਚੱਲਣਾ, ਐਕਿਊਰੇਟ ਚੱਲਣਾ, ਇਹ ਜ਼ਰੂਰੀ ਹੈ। ਸੋ ਮੇਰੀ ਪਲੈਨਿੰਗ ਇਹੀ ਹੈ, ਵਰਕ ਪਾਰ એનર્ਜੀ ਤੱਕ ਮੈਂ ਤੁਹਾਨੂੰ ਕਰਵਾਉਂਗਾ। ਰੋਟੇਸ਼ਨਲ ਡਾਇਨਾਮਿਕਸ ਵਗੈਰਾ ਦੇ ਬਾਰੇ ਕੋਈ ਗੱਲ ਨਹੀਂ, ਸਕੂਲ 'ਚ ਜੇ ਕੁਝ ਆਊਗਾ ਵੀ ਨਾ, ਤੁਹਾਡੀ ਜਿਹੜੀ ਅਸੈਸਮੈਂਟ ਆ, ਤੁਹਾਡੀ ਅਸੈਸਮੈਂਟ ਮੈਂ ਆਪਣੀ ਅਲੱਗ ਕੱਢੂੰਗਾ BJF ਦੀ। ਤੁਸੀਂ ਸਟੂਡੈਂਟ BJF ਦੇ ਹੋ, ਤੁਸੀਂ BJF ਦੇ ਸਟੂਡੈਂਟ ਹੋ, ਤੁਸੀਂ BJF ਦੇ ਐਂਗਲ ਤੋਂ ਹੀ ਸੋਚਣਾ, ਤੁਸੀਂ ਸਕੂਲ ਸਕਾਲ ਦਾ ਬਹੁਤੀ ਟੈਨਸ਼ਨ ਲੈਣੀ ਨਹੀਂ। ਸੋ ਜੇ ਤੁਹਾਡਾ ਮੰਨ ਲਓ 70 ਨੰਬਰ ਦਾ ਪੇਪਰ ਆਇਆ, ਜਸਟ ਮੈਂ ਐਗਜ਼ਾਮਪਲ ਲੈਣੇ, ਮੰਨ ਲਓ 70 ਨੰਬਰ ਦਾ ਪੇਪਰ ਆਇਆ, 70 ਨੰਬਰ ਦੇ ਪੇਪਰ ਦੇ ਵਿੱਚੋਂ ਮੰਨ ਲਓ ਜਸਟ ਕਿ 5 ਨੰਬਰ ਦਾ ਰੋਟੇਸ਼ਨਲ, ਕਿਉਂਕਿ ਬਸ 2 ਹੀ ਟੌਪਿਕ ਤਾਂ ਪਾਏ ਹੋਏ ਨੇ, 5 ਮਾਰਕ ਦਾ ਉਹ ਚੋਂ ਆ ਗਿਆ, ਮੈਂ ਉਹਨੂੰ ਕੰਸੀਡਰ ਨਹੀਂ ਕਰਨਾ। ਮੈਂ ਤੁਹਾਡੇ 70 ਨੰਬਰ ਦੇ ਵਿੱਚੋਂ ਜਿਹੜੀ ਸਕੂਲ 'ਚ ਪੇਪਰ ਮੰਨ ਲਓ 56 ਨੰਬਰ ਆਏ ਕਿਸੇ ਬੱਚੇ ਦੇ, ਮੈਂ ਉਹਨੂੰ 65 ਵਿੱਚੋਂ 56 ਮੰਨੂਗਾ। ਜੇ 5 ਨੰਬਰ ਦਾ ਰੋਟੇਸ਼ਨ 'ਚ ਹੋਇਆ, ਜੇ 6 'ਚ ਹੋਇਆ ਤਾਂ 64 'ਚੋਂ ਮੰਨ ਲੂੰਗਾ 56, ਤੇ 64 'ਚੋਂ 56 ਮੰਨ ਕੇ ਫਿਰ ਮੈਂ ਉਹਨੂੰ 70 ਵਿੱਚ ਰਾਉਂਡ ਆਫ ਕਰਕੇ ਤੇ ਅਸੈਸਮੈਂਟ ਜੋੜ ਕੇ ਆਪਣੀ BJF ਦੀ ਅਲੱਗ ਰਿਜ਼ਲਟ ਲਿਸਟ ਬਣਾਉਂਗਾ। ਸੋ ਤੁਸੀਂ ਇਸ ਗੱਲ ਦੀ ਟੈਨਸ਼ਨ ਨਹੀਂ ਲੈਣੀ ਕਿ ਸਕੂਲਾਂ 'ਚ ਕੀ ਚੱਲ ਰਿਹਾ, ਸਕੂਲ ਵਾਲਿਆਂ ਨੇ ਕੀ ਸਿਲੇਬਸ ਦਿੱਤਾ ਵਾ। ਤੁਸੀਂ ਸਿਰਫ ਟੈਨਸ਼ਨ ਉਹ ਲੈਣੀ ਆ ਕਿ ਤੁਹਾਨੂੰ ਮੈਂ ਕੀ ਕਰਾਇਆ, ਮੈਂ ਕੀ ਕੰਮ ਦਿੱਤਾ, ਤੇ ਤੁਸੀਂ ਉਹਦੇ ਅਕੋਰਡਿੰਗ ਪ੍ਰਿਪੇਅਰ ਕਰਕੇ ਆਪਣੇ ਸਕੂਲ ਟੈਸਟ ਦੇਣੇ ਆ ਜਾਂ ਸਕੂਲ ਪੇਪਰ ਦੇਣਾ। ਸਮਝ ਲੱਗ ਗਈ ਸਾਰਿਆਂ ਨੂੰ ਗੱਲ? Yes, sir. ਇੱਕ ਡਿਫਰੈਂਟ ਅਸੈਸਮੈਂਟ ਬਣੇਗੀ ਸਿਰਫ ਉਹਦੇ ਬਿਹਾਫ ਤੇ ਜਿੰਨਾ ਕੰਮ ਤੁਹਾਨੂੰ ਕਰਵਾਇਆ। ਜੇ ਕੋਈ ਬਾਹਰੋਂ ਆਇਆ ਰੋਟੇਸ਼ਨਲ ਵਗੈਰਾ ਜਾਂ ਜੋ ਅਗਲੇ ਨਹੀਂ ਕਰਵਾਇਆ ਹੋਇਆ ਉਦੋਂ ਤੱਕ, ਉਹ ਮੈਂ ਉਹਨੂੰ ਕੱਢ ਕੇ ਤੁਹਾਡੇ ਮਾਰਕਸ ਆਊਟ ਆਫ ਉਹਦੇ ਵਿੱਚੋਂ ਲਗਾਉਂਗਾ ਜਿਹੜਾ ਕਰਵਾਇਆ। ਸੋ ਉਹਨੂੰ ਦਰੁਸਤ ਕਰੋ ਜਿੰਨਾ ਕਰ ਰਹੇ ਹੋ, ਬਾਕੀ ਟੈਨਸ਼ਨ ਨਾ ਲਓ। ਥੈਂਕ ਯੂ। Thank you, sir. Thank you, sir.